जी परवीर जी, आप जी स्टार्टिंग करो जी। अजीत परवीर जी। वीर जी आप जी अपने आप ਨੂੰ ਅਨਮਿਊਟ ਕਰ ਲਓ। हेलो वीर जी ऑडिबल है? हाँ जी हाँ जी वीर जी, आ रही है आप जी की आवाज। सब तो पहले मैं अजीतपाल सिंह देशा विदेशा जिथे भी जुड़ बैठी है संगत री40 इस प्लेटफॉर्म ਤੇ ਅਸੀਂ ਆਪ ਜੀ ਨੂੰ ਜੀ ਆਇਆਂ ਕਹਿੰਦੇ ਹਾਂ। ਮੈਂ ਸਾਰਿਆਂ ਨੂੰ ਜੀ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵਿੱਚ ਜਿਹੜੀ ਸ਼ਖਸੀਅਤ ਰੂਬਰੂ ਹੋਣ ਆ ਰਹੇ ਨੇ, ਮੈਂ ਉਹਨਾਂ ਬਾਰੇ ਕੁਝ ਦੱਸਾਂ। ਉਸ ਤੋਂ ਪਹਿਲੇ ਮੈਂ ਥੋੜਾ ਜਿਹਾ ਪਿਛੋਕੜ ਵਿੱਚ ਜਾਂਦਾ ਹੋਇਆ ਆਪਣੇ ਇਤਿਹਾਸਿਕ ਉਸ ਪਲ ਦੀ ਗੱਲ ਆਪ ਜੀ ਨਾਲ ਸ਼ੇਅਰ ਕਰਨਾ ਚਾਹਾਂਗਾ ਜਦੋਂ ਭਾਈ ਕਨਈਆ ਜੀ ਨੇ ਚਮਕੌਰ ਦੀ ਗੜੀ ਵਿੱਚ ਜਦੋਂ ਪਾਣੀ ਪਿਲਾਉਂਦੇ ਨੇ ਤੇ ਉਹਨਾਂ ਦੀ ਸ਼ਿਕਾਇਤ ਗੁਰੂ ਸਾਹਿਬ ਕੋਲ ਜਾਂਦੀ ਹੈ ਤੇ ਗੁਰੂ ਸਾਹਿਬ ਤਲਬ ਕਰਦੇ ਨੇ ਭਾਈ ਕਨਈਆ ਜੀ ਨੂੰ ਤੇ ਉਸ ਵੇਲੇ ਉਹਨਾਂ ਕੋਲ ਸਵਾਲ ਪੁੱਛਦੇ ਹਨ ਕਿ ਤੁਸੀਂ ਦੁਸ਼ਮਣ ਦੀ ਫੌਜ ਨੂੰ ਪਾਣੀ ਪਿਲਾ ਰਹੇ ਸੀਗੇ ਤੇ ਕਨਈਆ ਜੀ ਭਾਈ ਕਨਈਆ ਜੀ ਜਵਾਬ ਦਿੰਦੇ ਹਨ ਕਿ ਗੁਰੂ ਸਾਹਿਬ ਮੈਨੂੰ ਤੇ ਹਰ ਕਿਧਰੇ ਤੁਸੀਂ ਦਿਖਦੇ ਹੋ। ਤੇ ਗੁਰੂ ਸਾਹਿਬ ਉਸ ਜਵਾਬ ਤੋਂ ਪ੍ਰਸੰਨ ਹੋ ਕੇ ਕਮਰ ਕਸੇ ਚੋਂ ਮਲਮ ਦੀ ਡੱਬੀ ਕੱਢ ਕੇ ਜੀ ਨੂੰ ਦਿੰਦੇ ਹਨ ਤੇ ਕਹਿੰਦੇ ਹਨ ਕਿ ਜਿੱਥੇ ਤੁਸੀਂ ਪਾਣੀ ਪਿਲਾਣਾ ਹੈ ਉੱਥੇ ਦੁਸ਼ਮਣ ਨੂੰ ਮਲਮ ਵੀ ਲਗਾਣੀ ਹੈ। ਤੇ ਅੱਜ ਮੈਨੂੰ ਲੱਗਦਾ ਹੈ ਕਿ ਸਾਡੇ ਵਿੱਚ ਜਿਹੜੇ ਅੱਜ ਸ਼ਖਸੀਅਤ ਮੌਜੂਦ ਹਨ ਉਹਨਾਂ ਨੇ ਵਾਕਈ ਭਾਈ ਕਨਈਆ ਜੀ ਨੂੰ ਕਮਾਇਆ। ਅੱਜ ਸਾਡੇ ਵਿੱਚ ਸ਼ਿਮਲਾ ਤੋਂ ਵੇਲਾ ਬੋਬੀ ਕਰਕੇ ਜਿਹੜੇ ਪਿੱਛੇ ਜੇ ਥੋੜੇ ਚਿਰ ਪਹਿਲੇ ਇੱਕ ਵਾਇਰਲ ਹੋਈ ਸੀ ਫੇਸਬੁੱਕ ਤੇ ਪੋਸਟ ਬਣਾਈ ਤੇ ਲੋਕ ਉਹਨਾਂ ਨੂੰ ਵੇਲਾ ਬੋਬੀ ਕਰਕੇ ਹੁਣ ਮੈਨੂੰ ਲੱਗਦਾ ਉਹ ਕਿਸੇ ਦਾ ਮੁਹਤਾਜ ਨਹੀਂ ਸਾਡੇ ਵਿੱਚ ਮੌਜੂਦ ਹੋਣ ਜਾ ਰਹੇ ਹਨ। ਮੈਂ ਉਹਨਾਂ ਬਾਰੇ ਕੁਝ ਦੱਸਾਂ। ਹਾਲਾਂਕਿ ਮੇਰਾ ਚਿੱਤ ਤਾਂ ਨਹੀਂ ਕਰਦਾ ਮੈਂ ਕੁਝ ਵੀ ਦੱਸਾਂ ਉਹਨਾਂ ਦੇ ਬਾਰੇ ਕਿਉਂਕਿ ਉਹ ਆਪ ਆਪਣੇ ਵਿੱਚ ਇੰਨੀ ਪਹੁੰਚੀ ਹੋਈ ਸ਼ਖਸੀਅਤ ਹਨ ਕਿ ਉਹਨਾਂ ਨੂੰ ਉਹਨਾਂ ਦੇ ਬਾਰੇ ਕੁਝ ਵੀ ਕਹਿਣਾ ਸੂਰਜ ਨੂੰ ਦੀਪਕ ਦਿਖਾਉਣ ਵਾਲੀ ਗੱਲ ਹੈ। ਤੇ ਮੈਂ ਕੁਝ ਗੱਲਾਂ ਕਹਿ ਕੇ ਮੈਂ ਆਪਣਾ ਵਿਰਾਮ ਚਾਹਾਂਗਾ ਤੇ ਵੀਰ ਜੀ ਨੂੰ ਮੈਂ ਸੱਦਾ ਦਿਆਂਗਾ। ਵੀਰ ਜੀ ਜਿੱਥੇ ਸ਼ਿਮਲੇ ਦੇ ਅੰਦਰ ਲੰਗਰਾਂ ਦੀ ਸੇਵਾ ਕਰ ਰਹੇ ਹਨ, ਕੈਂਸਰ ਦੇ ਮਰੀਜ਼ਾਂ ਵਾਸਤੇ ਮਸੀਹਾ ਬਣ ਕੇ ਉਹ ਥਾਵੇਂ 20 ਤੋਂ ਵੱਧ ਲੰਗਰ ਚ ਉਹਨਾਂ ਦੇ ਚੱਲਦੇ ਹਨ। ਉੱਥੇ ਹੀ ਡੈਡ ਬੋਡੀਜ਼ ਨੂੰ ਮਰਚਰੀ ਵੈਨ ਉਹਨਾਂ ਆਪ ਚਲਾ ਕਰਕੇ ਤਕਰੀਬਨ ਮੈਨੂੰ ਲੱਗਦਾ ਹੈ ਕਿ 5-7 ਡੈਡ ਬੋਡੀਜ਼ ਨੂੰ ਰੋਜ਼ ਛੱਡ ਕੇ ਆਉਂਦੇ ਹਨ। ਪਾਣੀ ਦੇ ਟੈਂਕਰਾਂ ਦੀ ਸੇਵਾ ਸ਼ਿਮਲੇ ਦੇ ਅੰਦਰ ਪਾਣੀ ਦੀ ਬਹੁਤ ਘਾਟ ਹੈ, ਪਾਣੀ ਦੀ ਸੇਵਾ ਕਰਦੇ ਹਨ ਜੋ ਕਿ ਭਾਈ ਕਨਈਆ ਜੀ ਨੇ ਵੀ ਕੀਤੀ। ਅੱਜ ਸਾਡੇ ਵੀਰ ਜੀ ਉਸ ਸੇਵਾ ਨੂੰ ਪਾਉਂਦੇ ਹਨ। ਸਾਡੇ ਵੀਰ ਜੀ ਉਸ ਲੀਹਾਂ ਨੂੰ ਗੁਰੂ ਦੀ ਪਰੰਪਰਾ ਨੂੰ ਅੱਗੇ ਤੋੜਦੇ ਹੋਏ ਕਿੰਨਾ ਕੁਝ ਸੇਵਾ ਦੇ ਖੇਤਰ ਵਿੱਚ ਕਰਦੇ ਪਏ ਹਨ ਜਿਹੜੇ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਕੌਮ ਨੂੰ ਸਾਨੂੰ ਇਹ ਮਾਣ ਬਖਸ਼ਿਆ ਸੇਵਾ ਦਾ ਕਿ ਸਾਡੀ ਕੌਮ ਔਰ ਪੂਰੇ ਸੰਸਾਰ ਵਿੱਚ ਸੇਵਾ ਵਜੋਂ ਜਾਣੀ ਜਾਂਦੀ ਹੈ। ਅੱਜ ਕਰੋਨਾ ਦੀ ਮਹਾਮਾਰੀ ਵਿੱਚ ਜਿੱਥੇ ਸਰਬੱਤ ਸਾਡੀ ਸਮੂਹ ਸੰਗਤ ਹੈ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਬੈਠੀ ਹੋਈ ਹੈ, ਉਹ ਉੱਥੇ ਲੰਗਰਾਂ ਵਿੱਚ ਲੰਗਰ ਲਾ ਕੇ ਸੇਵਾ ਕਰ ਰਹੀ ਹੈ। ਤੇ ਸਾਡੇ ਵੀਰ ਜੀ ਵੀ ਕਿਧਰੇ ਨਾ ਕਿਧਰੇ ਉਹਨਾਂ ਨੇ ਜੋ ਸਿੱਖੀ ਦਾ ਪਰਚਮ ਪੂਰੀ ਦੁਨੀਆ ਵਿੱਚ ਫਹਿਰਾਇਆ ਹੈ ਸੇਵਾ ਵਜੋਂ ਕਰਕੇ ਉਹ ਜਾਣੇ ਜਾਂਦੇ ਹਨ। ਅਸੀਂ ਸਭ ਤੋਂ ਪਹਿਲੇ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ, ਸੱਦਾ ਦਿੰਦੇ ਆ ਕਿ ਵੀਰ ਜੀ ਸਾਡੇ ਵਿੱਚ ਆ ਕਰਕੇ ਸਾਨੂੰ ਰੂਬਰੂ ਹੋਣ ਤੇ ਵੀਰ ਜੀ ਆਪਣੀ ਸ਼ਖਸੀਅਤ ਬਾਰੇ ਆਪਣੇ ਗੁਰੂ ਸਾਹਿਬ ਦੇ ਕਿਵੇਂ ਉਹਨਾਂ ਉੱਪਰ ਕਿਰਪਾ ਹੋਈ, ਕਿਵੇਂ ਉਹ ਸੇਵਾ ਦੇ ਖੇਤਰ ਵਿੱਚ ਉਹਨਾਂ ਨੇ ਆ ਕਰਕੇ ਆਪਣਾ ਜੋ ਨਾਮਣਾ ਹੈ ਉਹ ਖੱਟਿਆ ਵੇ। ਗੁਰੂ ਸਾਹਿਬ ਉਹਨਾਂ ਦੀ ਕਿਰਪਾ ਕਰਨ, ਉਹ ਸਾਡੇ ਵਿੱਚ ਆਉਣ ਔਰ ਜੋ ਸੇਵਾ ਉਹ ਕਰ ਰਹੇ ਨੇ ਔਰ ਸਾਡੇ ਵਿੱਚ ਆ ਕੇ ਰੂਬਰੂ ਹੋ ਕੇ ਉਹ ਸਾਨੂੰ ਦੱਸਣ ਕਿ ਅਸੀਂ ਵੀ ਉਹਨਾਂ ਦੇ ਜੀਵਨ ਤੋਂ ਕੁਝ ਸੇਧ ਲੈ ਸਕੀਏ। ਸੋ ਮੈਂ ਵੀਰ ਜੀ ਨੂੰ ਸੱਦਾ ਦਿੰਦਾ ਹਾਂ, ਜੀ ਆਇਆਂ ਨੂੰ ਕਹਿੰਦਾ ਉਹਨਾਂ ਨੂੰ। ਸਰਬਜੀਤ ਵੀਰ ਜੀ, ਬੋਬੀ ਵੀਰ ਜੀ ਰੂਬਰੂ ਹੋਣਗੇ ਸਾਡੇ ਅੱਗੇ। ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਦਾ ਜੋ ਇਸ ਵੇਲੇ ਮੈਨੂੰ ਲਾਈਵ ਸੁਣ ਰਹੀ ਹੈ ਆਨਲਾਈਨ ਜ਼ੂਮ ਐਪ ਦੇ ਦੁਆਰਾ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਮੈਂ ਸ਼ਿਮਲਾ ਤੋਂ ਸਰਬਜੀਤ ਸਿੰਘ ਬੋਬੀ ਵੇਲਾ
ਜਿੱਦਾਂ ਕਿ ਅੱਜ ਦਾ ਮੇਰਾ ਟੌਪਿਕ ਰੱਖਿਆ ਗਿਆ ਸੇਵਾ, ਤੇ ਅਜੀਤਪਾਲ ਵੀਰ ਜੀ ਨੇ ਹੁਣੇ ਦੱਸਿਆ ਕਿ ਸੇਵਾ ਟੌਪਿਕ ਜਿਹੜਾ ਮੈਨੂੰ ਮਿਲਿਆ ਅੱਜ, ਉਸ ਵਿੱਚ ਅਸੀਂ ਕੀ ਕੀ ਕਰਨਾ ਹੁੰਦਾ ਹੈ। ਅਜੀਤਪਾਲ ਵੀਰ ਜੀ, ਹਾਂਜੀ ਵੀਰ ਜੀ, ਆਵਾਜ਼ ਕਲੀਅਰ ਆ ਰਹੀ ਹੈ ਜੀ? ਰਾਧੇ ਵੀਰ ਜੀ। ਮੈਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਜਿੱਦਾਂ ਹੁਣੇ ਇਹਨਾਂ ਨੇ ਭਾਈ ਕਨਈਆ ਜੀ ਦੀ ਸਾਨੂੰ ਸਾਖੀ ਸੁਣਾਈ ਹੈ, ਅਕਸਰ ਇਹ ਸਾਖੀ ਅਸੀਂ ਆਪਣੇ ਗੁਰਦੁਆਰਿਆਂ 'ਚ ਰੋਜ਼ ਸਾਡੇ ਜਿਹੜੇ ਵੱਡੇ ਵੱਡੇ ਪ੍ਰਚਾਰਕ ਆਉਂਦੇ ਨੇ ਉਹਨਾਂ ਕੋਲੋਂ ਅਸੀਂ ਸੁਣਦੇ ਰਹਿੰਦੇ ਹਾਂ, ਲੇਕਿਨ ਇਸ ਸਾਖੀ ਤੋਂ ਸੇ ਲੈਣ ਦੀ ਲੋੜ ਹੈਗੀ। ਸਾਡੀ ਸਮੂਹ ਸਿੱਖ ਜਗਤ ਦੀ ਸੰਗਤ ਇਸ ਤੋਂ ਸੇ ਲੈ ਕੇ ਹਮੇਸ਼ਾ ਹੀ ਚੜ੍ਹਦੀ ਕਲਾ ਵਾਲੇ ਕੰਮ ਕਰਦੀ ਆਈ ਹੈ, ਲੇਕਿਨ ਅਕਸਰ ਇਹ ਦੇਖਣ 'ਚ ਆਇਆ ਕਿ ਅਸੀਂ ਇਸ ਨੂੰ ਇਸ ਤਰ੍ਹਾਂ ਹੀ ਲੈ ਲੈਂਦੇ ਹਾਂ ਕਿ ਇਹ ਕੇਵਲ ਭਾਈ ਕਨਈਆ ਜੀ ਦੀ ਸਾਖੀ ਹੈਗੀ। ਗੁਰੂ ਸਾਹਿਬ ਦੀ ਸਾਰੀਆਂ ਗੱਲਾਂ ਸੰਕੇਤਿਕ ਰੂਪ ਵਿੱਚ ਸਾਨੂੰ ਕੋਈ ਨਾ ਕੋਈ ਮੈਸੇਜ ਦਿੰਦੀਆਂ ਸਨ। ਭਾਵੇਂ ਉਸ ਵੇਲੇ ਦੇ ਯੁੱਧ ਵਿੱਚ ਵੀ ਸਾਨੂੰ ਇੱਕ ਮੈਸੇਜ ਮਿਲਿਆ ਸੀ ਕਿ ਜੋ ਭਾਈ ਕਨਈਆ ਜੀ ਨੂੰ ਸੇਵਾ ਮਿਲੀ ਹੈ, ਦੁਸ਼ਮਣਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਮਿਲੀ ਹੈ, ਉਹਨਾਂ ਨੂੰ ਮੱਲਮ ਲਾਉਣ ਦੀ ਸੇਵਾ ਮਿਲੀ ਹੈ, ਇਹ ਸਾਰੀ ਸਿੱਖ ਸੰਗਤ ਨੇ ਕਰਨੀ ਹੈ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਾਡੇ ਗੁਰੂ ਜਾਨੀ ਜਾਣ ਸਨ, ਤੇ ਉਹਨਾਂ ਨੇ ਇਹ ਇੱਕ ਵਸੀਲਾ ਭਾਈ ਕਨਈਆ ਜੀ ਦੇ ਰੂਪ ਵਿੱਚ ਜਦ ਇਹ ਸਾਰਾ ਇੱਕ ਐਕਟ ਹੋਇਆ, ਇੱਕ ਮੈਸੇਜ ਦੇਣ ਦਾ ਸਾਨੂੰ ਤਰੀਕਾ ਸੀਗਾ। ਮੈਂ ਸਰਬਜੀਤ ਸਿੰਘ ਬੋਬੀ ਪਿਛਲੇ ਲਗਭਗ 20 ਸਾਲਾਂ ਤੋਂ ਸ਼ਿਮਲਾ ਵਿਖੇ ਇੱਕ ਡੈਡ ਬੋਡੀ ਵੈਨ ਦੀ ਸੇਵਾ ਕਰ ਰਿਹਾ। ਹਾਲਾਂਕਿ ਹੁਣ ਸਾਲ 2 ਸਾਲਾਂ ਤੋਂ ਮੈਂ ਨਹੀਂ ਚਲਾ ਰਿਹਾ, ਮੇਰਾ ਇੱਕ ਸਟਾਫ ਹੈਗਾ, ਮੇਰੀ ਇੱਕ ਟੀਮ ਹੈਗੀ ਹੈ ਜੋ ਇਸ ਸੇਵਾ ਨੂੰ ਹੁਣ ਬੜੇ ਅੱਛੇ ਤਰੀਕੇ ਨਾਲ ਨਿਭਾ ਰਹੀ ਹੈ। ਲੇਕਿਨ ਇਹ ਸੇਵਾ ਮੈਂ ਲਗਭਗ 18 ਸਾਲਾਂ ਤੱਕ ਆਪਣੇ ਆਪ ਕੀਤੀ। ਅੱਜ ਵੀ ਮੇਰੇ ਕੋਲ 2 ਡੈਡ ਬੋਡੀ ਵੈਨਸ ਦੀ ਕਾਲ ਸੀ ਜੋ ਮੇਰੇ ਡਰਾਈਵਰਾਂ ਨੇ ਛੋਡੀਆਂ ਨੇ। ਹੁਣ ਮੇਰੇ ਕੋਲ 5 ਗੱਡੀਆਂ ਨੇ। ਮੈਂ ਇੱਥੇ ਕੋਈ ਇਹ ਦੱਸਣ ਨਹੀਂ ਅੱਜ ਆਇਆ ਇਸ ਪਲੇਟਫਾਰਮ ਤੇ ਕਿ ਮੈਂ ਕੀ ਕਰਦਾ। ਮੈਂ ਤਾਂ ਸਿਰਫ ਸਾਂਝ ਪਾਉਣ ਆਇਆ ਤੁਹਾਡੇ ਸਾਰਿਆਂ ਨਾਲ ਕਿ ਅਸੀਂ ਸਿੱਖ ਹੋਣ ਦੇ ਨਾਤੇ ਹੋਰ ਕੀ ਕੀ ਕੰਮ ਕਰ ਸਕਦੇ ਹਾਂ ਮਾਨਵਤਾ ਦੀ ਸੇਵਾ ਲਈ। ਕਰੋਨਾ ਦੀ ਇੱਕ ਬੜੀ ਵੱਡੀ ਮਹਾਮਾਰੀ ਦੇ ਨਾਲ ਅੱਜ ਕੱਲ੍ਹ ਅਸੀਂ ਜੂਝ ਰਹੇ ਹਾਂ। ਪਿਛਲੇ ਸਾਲ ਹੀ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਮਨਾ ਕੇ ਹਟੇ ਹਾਂ। ਮੈਂ 2018 ਚ ਜਦ 550 ਸਾਲਾਂ ਦੀ ਤਿਆਰੀਆਂ ਚੱਲ ਰਹੀਆਂ ਸਨ ਤਾਂ ਵੀ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿੱਚ ਮੈਂ ਦੱਸਿਆ ਸੀ ਕਿ 550 ਸਾਲਾਂ ਅਗਰ ਗੁਰੂ ਸਾਹਿਬ ਇਸ ਵੇਲੇ ਆਪ ਅਗਰ ਹੁੰਦੇ ਤਾਂ ਉਹ ਕਿਸ ਤਰੀਕੇ ਨਾਲ ਆਪਣਾ ਉਹ 550 ਸਾਲਾਂ ਸਾਡੇ ਨਾਲ ਮਨਾ ਰਹੇ ਹੁੰਦੇ, ਕੀ ਕਰ ਰਹੇ ਹੁੰਦੇ, ਕਿੱਦਾਂ ਦੇ ਪ੍ਰੋਗਰਾਮ ਉਡੀਕ ਰਹੇ ਹੁੰਦੇ। ਪਹਿਲੀ ਗੱਲ ਤਾਂ ਇਦਾਂ ਦਾ ਕੋਈ ਕੰਮ ਉਹ ਕਰ ਹੀ ਨਹੀਂ ਰਹੇ ਹੁੰਦੇ, ਲੇਕਿਨ ਸੰਗਤਾਂ ਲਈ ਮੈਸੇਜ ਦੇਣ ਦੇ ਵਾਸਤੇ ਉਹਨਾਂ ਨੇ ਜਿਹੜੇ ਜਿਹੜੇ ਉਪਰਾਲੇ ਕਰਨੇ ਸੀ ਉਹ ਸਾਨੂੰ ਕਰਨੇ ਚਾਹੀਦੇ ਸੀ। ਬਹੁਤ ਥਾਵਾਂ ਤੇ ਉਹ ਉਪਰਾਲੇ ਕੀਤੇ ਵੀ ਗਏ, ਲੇਕਿਨ ਫਿਰ ਵੀ ਇਹ ਦੇਖ ਕੇ ਕਈ ਵਾਰੀ ਬੜਾ ਦੁੱਖ ਹੁੰਦਾ ਕਿ ਸਾਡੇ ਗੁਰੂ ਸਾਹਿਬ ਕੀ ਸੋਚਦੇ ਹੋਣਗੇ ਕਿ ਜਿਹੜਾ ਮੇਰਾ 550 ਸਾਲਾਂ ਮਨਾ ਰਹੀ ਹੈ ਸਿੱਖ ਸੰਗਤ, ਉਹਦਾ ਇਹਨਾਂ ਨੇ ਰੂਪ ਕਿੱਦਾਂ ਦਾ ਰੱਖਿਆ। ਸੇਵਾ ਮਿਸਿੰਗ ਸੀ। ਸ਼ਾਇਦ ਕਰੋਨਾ ਦੀ ਬਿਮਾਰੀ ਵੀ ਸਾਨੂੰ ਉਹ ਸੇਧ ਦੇਣ ਲਈ ਆਈ ਹੈ। ਅਗਰ ਉਹ ਸ਼ਾਇਦ ਪਿਛਲੇ ਸਾਲ ਆਂਦੀ, ਮੈਂ ਨਹੀਂ ਕਹਿ ਰਿਹਾ ਬਿਮਾਰੀ ਪਿਛਲੇ ਸਾਲ ਆ ਜਾਂਦੀ, ਲੇਕਿਨ 550 ਸਾਲਾਂ ਤੇ ਆਂਦੀ ਤੇ ਸਾਡਾ ਇਹ ਰੂਪ ਕੁਝ ਹੋਰ ਹੁੰਦਾ। ਸਾਡੇ 550 ਸਾਲਾਂ ਮਨਾਉਣ ਦਾ ਤਰੀਕਾ ਸ਼ਾਇਦ ਹੋਰ ਵੀ ਕੁਝ ਡਿਫਰੈਂਟ ਹੁੰਦਾ। ਅੱਜ ਵੀ ਵਰਲਡ ਵਾਈਡ ਵਿੱਚ ਸਾਡੀ ਪਗੜੀ ਨੂੰ ਦੇਖ ਕੇ ਬਹੁਤ ਸਾਰੇ ਦਿਲ ਖੁਸ਼ ਹੋ ਜਾਂਦੇ ਨੇ। ਇੱਕ ਆਸ ਬਣ ਜਾਂਦੀ ਹੈ, ਇੱਕ ਉਮੀਦ ਬਣ ਜਾਂਦੀ ਹੈ ਕਿ ਹੁਣ ਇਹ ਲੋਕੀ ਆ ਗਏ ਨੇ, ਇਹ ਸਾਡੀ ਸੇਵਾ ਕਰਨਗੇ। ਮੈਂ ਕੱਲੀ ਸੇਵਾ ਜਿਹੜੀ ਸ਼ਿਮਲੇ 'ਚ ਕਰ ਰਿਹਾ ਉਹ ਬੜੀ ਮਾਮੂਲੀ ਤੌਰ ਤੇ ਕਰ ਰਿਹਾ, ਲੇਕਿਨ ਮੇਰੇ ਆਪਣੇ ਬਸ ਇਹ ਬਿਲਕੁਲ ਨਹੀਂ ਹੈ। ਇਹ ਸਾਰੀ ਬਖਸ਼ਿਸ਼ ਮੇਰੇ ਸਤਿਗੁਰਾਂ ਦੀ ਹੈ, ਕਿਉਂਕਿ ਆਪਣੇ ਬਸ ਮੇਰੇ ਅਗਰ ਹੁੰਦਾ ਤੇ ਮੈਂ ਆਪਣਾ ਇੱਕ ਬਿਜ਼ਨਸ ਹੀ ਸੰਭਾਲ ਰਿਹਾ ਹੁੰਦਾ, ਜੋ ਕਿ ਮੇਰਾ ਇੱਕ ਬਿਜ਼ਨਸ ਸ਼ੂਜ਼ ਦਾ ਬਿਜ਼ਨਸ ਹੈ। ਮੇਰਾ ਸ਼ਿਮਲਾ 'ਚ ਉਹ ਬੜਾ ਅੱਛੇ ਤਰੀਕੇ ਨਾਲ ਇੱਕ ਬਿਜ਼ਨਸ ਚੱਲ ਰਿਹਾ ਸੀ, ਮੈਂ ਉਸੀ ਨੂੰ ਹੋਰ ਵਧਾਉਂਦਾ। ਸਤਿਗੁਰਾਂ ਨੇ ਜਦ ਬਖਸ਼ਿਸ਼ ਕਰਨੀ ਹੁੰਦੀ ਹੈ ਉਹ ਆਪਣੇ ਆਪ ਆਪਣੀ ਸੇਵਾ ਲੈਂਦਾ। 2002 ਚ ਮੇਰੇ ਕੋਲੋਂ ਸੇਵਾ ਲਿੱਤੀਆਂ ਗਈਆਂ ਡੈਡ ਬੋਡੀ ਵੈਨ ਦੇ ਰੂਪ ਵਿੱਚ।
ਉਸ ਤੋਂ ਪਹਿਲੇ ਮੈਂ ਸਿਰਫ ਬਲੱਡ ਡੋਨੇਸ਼ਨ ਕੈਂਪ ਲਗਾਉਂਦਾ ਸੀ। ਡੈਡ ਬੋਡੀ ਵੈਨ ਦੀ ਸੇਵਾ ਵੀ ਸਤਿਗੁਰਾਂ ਨੇ ਇਦਾਂ ਲਿੱਤੀ ਕਿ ਮੇਰਾ ਇੱਕ ਡਰਾਈਵਿੰਗ ਕਰਨ ਦਾ ਸ਼ੌਂਕ ਸੀਗਾ। ਮੈਂ ਅਕਸਰ ਬੜੀ ਸਾਰੇ ਇੰਟਰਵਿਊਜ਼ ਵਿੱਚ ਦੱਸਿਆ ਕਿ ਮੈਨੂੰ ਗੱਡੀ ਚਲਾਉਣ ਦਾ ਬੜਾ ਸ਼ੌਂਕ ਸੀਗਾ, ਤੇ ਉਹ ਜਿਹੜੀ ਡੈਡ ਬੋਡੀ ਵੈਨ ਦੀ ਸੇਵਾ ਚਲਾਉਂਦਾ ਸੀ ਮੈਂ, ਉਹ ਸ਼ਿਮਲਾ ਦੇ ਕਿਸੇ ਵੀ ਰਸਤੇ ਚੋਂ ਲੈ ਜਾਓ ਸਾਇਰਨ ਮਾਰਦੇ ਹੋਏ, ਤੇ ਕਦੀ ਕੋਈ ਉਸਨੂੰ ਰੋਕਦਾ ਨਹੀਂ ਸੀ। ਮੇਰਾ ਇਤਨਾ ਕੀ ਸਿਰਫ ਸ਼ੌਂਕ ਸੀ, ਪਰ ਉਸ ਦੇ ਪਿੱਛੇ ਸਤਿਗੁਰਾਂ ਦੀ ਕੀ ਸੋਚ ਸੀਗੀ ਉਹ ਮੈਨੂੰ ਹੁਣ ਸਮਝ ਆਉਂਦੀ ਹੈ। ਹਜੇ ਵੀ ਸ਼ਾਇਦ ਉਹ ਮੇਰੇ ਤੋਂ ਹੋਰ ਕਿਹੜੇ ਕੰਮ ਕਰਵਾਉਣਾ ਚਾਹੁੰਦਾ, ਜਾਂ ਮੇਰੇ ਤੋਂ ਕਰਵਾਏਗਾ ਵੀ ਜਾਂ ਨਹੀਂ, ਜਾਂ ਮੇਰੀ ਰਿਪਲੇਸਮੈਂਟ ਕਿਸੇ ਹੋਰ ਦੇ ਨਾਲ ਕਰ ਦੇਗਾ, ਕਿਉਂਕਿ ਇਹ ਆਦੇਸ਼ ਬਖਸ਼ਿਸ਼ ਸਤਿਗੁਰਾਂ ਦੀ ਹੀ ਹੁੰਦੀ ਹੈ। ਤੁਹਾਡੀ ਆਪਣੀ ਅਕਲ ਸਿਆਣਪ ਕਦੀ ਵੀ ਕੰਮ ਨਹੀਂ ਕਰਦੀ। ਗੱਲ ਸੇਵਾ ਦੀ ਚੱਲ ਰਹੀ ਹੈ, ਜਿਹੜੀ ਅਸੀਂ ਇਹ ਸੇਵਾ ਕਰ ਰਹੇ ਹਾਂ ਸ਼ਿਮਲਾ 'ਚ, ਜਿਹਦੇ ਕਰਕੇ ਮੈਨੂੰ ਸਾਰੀ ਦੁਨੀਆ ਦੇ ਲੋਕ ਸਰਬਜੀਤ ਸਿੰਘ ਬੌਬੀ ਵੇਲਾ ਦੇ ਨਾਂ ਤੋਂ ਜਾਣਦੇ ਨੇ। ਉਹ ਡੈਡ ਬੋਡੀ ਵੈਨ ਦੀ ਸੇਵਾ, ਇੱਕ ਅਸੀਂ ਹਸਪਤਾਲਾਂ 'ਚ ਲੰਗਰ ਲਾਉਣ ਦੀ ਸੇਵਾ ਕਰਦੇ ਹਾਂ, ਜੋ 2014 'ਚ ਹਿਮਾਚਲ ਦਾ ਇਕਲੌਤਾ ਕੈਂਸਰ ਹਸਪਤਾਲ, ਪੂਰੇ ਹਿਮਾਚਲ ਵਿੱਚ ਇੱਕੋ ਹੀ ਕੈਂਸਰ ਹਸਪਤਾਲ ਹੈ ਜੋ ਕਿ ਸ਼ਿਮਲਾ 'ਚ ਹੈਗਾ। ਉੱਥੇ ਅਸੀਂ ਲੰਗਰ ਚਲਾਉਣ ਦੀ ਸੇਵਾ 2014 'ਚ ਫੜੀ। ਸੇਵਾ ਦੀ ਸ਼ੁਰੂਆਤ ਕਿੱਦਾਂ ਹੋਈ ਉਹ ਇੱਕ ਵੱਖਰੀ ਸਟੋਰੀ ਹੈ। ਕਿੱਦਾਂ ਮੈਨੂੰ ਪਰਮਿਸ਼ਨਸ ਮਿਲੀਆਂ, ਕਿੱਦਾਂ ਲੜ ਝਗੜ ਕੇ ਇੱਕ ਛੋਟੀ ਜਿਹੀ ਜਗ੍ਹਾ ਲੈਣੀ ਪਈ, ਉਸ ਤੋਂ ਬਾਅਦ ਕੀ ਮੇਰੇ ਨਾਲ ਤਜਰਬੇ ਹੋਏ, ਉਹ ਇੱਕ ਵੱਖਰੀ ਸਟੋਰੀ ਹੈ। ਲੇਕਿਨ ਉਸ ਵਿੱਚ ਵੀ ਸਤਿਗੁਰਾਂ ਨੇ ਹਮੇਸ਼ਾ ਆਪਣਾ ਹੱਥ ਰੱਖ ਕੇ ਅੱਗੇ ਵਧਾਇਆ, ਕਿਉਂਕਿ ਉਹ ਕਮਿਟਮੈਂਟ ਚੈੱਕ ਕਰਦਾ। ਜਦ ਤੁਸੀਂ ਸੇਵਾ ਕਰਦੇ ਹੋ, ਤੁਹਾਡੀ ਪੋਟੈਂਸ਼ੀਅਲ ਚੈੱਕ ਕਰਦਾ, ਤੁਹਾਡੇ ਤੇ ਆਪਣੀ ਨਜ਼ਰ ਹਮੇਸ਼ਾ ਰੱਖਦਾ ਕਿ ਤੁਸੀਂ ਕਿਤਨੇ ਕਮਿਟਡ ਹੋ। 2014 'ਚ 25 ਅਕਤੂਬਰ ਨੂੰ ਜਦ ਅਸੀਂ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਇੱਕ ਚਾਹ ਦੀ ਸੇਵਾ ਸ਼ਿਮਲਾ ਦੇ ਇੱਕ ਕੈਂਸਰ ਹਸਪਤਾਲ ਵਿੱਚ ਸ਼ੁਰੂ ਕੀਤੀ, ਤਾਂ ਸ਼ੁਰੂਆਤੀ ਦਿਨਾਂ 'ਚ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਚਾਹ ਤੇ ਬਿਸਕਟਾਂ ਦੀ ਸੇਵਾ ਸ਼ੁਰੂ ਕੀਤੀ। ਦੇਖਦਿਆਂ 9 ਦਸੰਬਰ 2000 ਉਸ ਵਿੱਚ ਅਸੀਂ ਪਹਿਲਾ ਲੰਗਰ ਲਾਇਆ, ਜਿਸ ਵਿੱਚ ਉਸ ਕੈਂਸਰ ਹਸਪਤਾਲ ਦੇ ਮਰੀਜ਼ਾਂ ਤੇ ਉਹਨਾਂ ਦੇ ਜਿਹੜੇ ਅਟੈਂਡੈਂਟ ਆਏ ਹੁੰਦੇ ਨੇ ਉਹਨਾਂ ਲਈ ਕੋਸ਼ਿਸ਼ ਕੀਤੀ, ਕਿਉਂਕਿ ਕੈਂਸਰ ਇੱਕ ਐਸੀ ਬਿਮਾਰੀ ਸੀ ਜਿਹਦਾ ਕੋਈ ਵੀ ਅਗਰ ਮਰੀਜ਼ ਕਿਸੇ ਦੇ ਘਰ ਵਿੱਚ ਆ ਜਾਏ ਤਾਂ ਉਹ ਅੱਧੀ ਫੈਮਿਲੀ ਇਸ ਕਰਕੇ ਟੁੱਟ ਜਾਂਦੀ ਕਿ ਕੈਂਸਰ ਦੀ ਬਿਮਾਰੀ ਹੋ ਗਈ ਹੈ। ਤੇ ਉਹਨਾਂ ਮਰੀਜ਼ਾਂ ਦੀ ਇੱਕ ਜਿਹੜੀ ਹੋਰ ਸਥਿਤੀ ਹੁੰਦੀ ਹੈ, ਮਾਨਸਿਕ ਤੇ ਆਰਥਿਕ ਸਥਿਤੀ, ਉਹ ਵੀ ਬਹੁਤਾ ਚੰਗੀ ਨਹੀਂ ਹੁੰਦੀ, ਕਿਉਂਕਿ ਇੱਕ ਬੜਾ ਛੋਟਾ ਜਿਹਾ ਪ੍ਰਦੇਸ਼ ਹੈ ਹਿਮਾਚਲ ਪ੍ਰਦੇਸ਼, ਜਿਸ ਵਿੱਚ ਇੱਕੋ ਹਸਪਤਾਲ ਹੈ ਸ਼ਿਮਲਾ 'ਚ। 45 ਬੈਡਡ ਹਸਪੀਟਲ ਹੈਗਾ, ਜਿੱਥੇ ਕੀਮੋਥੈਰੇਪੀ ਵੀ ਹੁੰਦੀ ਹੈ, ਬਾਕੀ ਸਾਰੇ ਟੈਸਟ ਵੀ ਹੁੰਦੇ ਨੇ। ਸਰਕਾਰੀ ਹਸਪਤਾਲ ਹੈ, ਪਿਛਲੇ 29 ਸਾਲਾਂ ਤੋਂ ਬਣਿਆ ਹੋਇਆ, ਜਿਸ ਵੇਲੇ ਚੰਡੀਗੜ੍ਹ ਵਿੱਚ ਵੀ ਕੈਂਸਰ ਦਾ ਇਲਾਜ ਨਹੀਂ ਹੁੰਦਾ ਸੀ। ਇਹ ਰੀਜਨਲ ਕੈਂਸਰ ਹਸਪੀਟਲ ਹੁੰਦਾ ਸੀ, ਤੇ ਜਦ ਇੱਥੇ ਸ਼ਿਮਲੇ 'ਚ ਬਣਾਇਆ ਗਿਆ ਸੀ ਤੇ ਇਹ ਸੋਚ ਕੇ ਬਣਾਇਆ ਗਿਆ ਸੀ ਕਿ ਇਹ ਇੱਕ ਐਸੀ ਬਿਮਾਰੀ ਆ ਗਈ ਹੈ ਜਿਹਦਾ ਕੋਈ ਇਲਾਜ ਨਹੀਂ ਹੈ, ਔਰ ਇਸ ਜਗ੍ਹਾ ਨੂੰ ਐਸੀ ਜਗ੍ਹਾ ਬਣਾਇਆ ਜਾਏ ਜੋ ਆਈਸੋਲੇਟਿਡ ਹੋਏ, ਜਿੱਥੇ ਕੋਈ ਆ ਨਾ ਸਕੇ, ਕਿਉਂਕਿ ਹੋ ਸਕਦਾ ਹੈ ਕਿ ਇਹ ਛੂਤ ਦੀ ਬਿਮਾਰੀ ਨਾ ਹੋਏ। ਤੇ 29 ਸਾਲ ਪਹਿਲੇ ਜਦ ਇਹ ਬਿਮਾਰੀ ਆਈ ਤਾਂ ਸ਼ਿਮਲਾ ਨੂੰ ਚੁਣਿਆ ਗਿਆ। ਸ਼ਿਮਲਾ ਦਾ ਉਹ ਜਗ੍ਹਾ ਜਿੱਥੇ ਮੈਂ ਉਹ ਲੰਗਰ ਲਾਇਆ, ਉੱਥੇ ਅੱਜ ਵੀ ਕੋਈ ਕੈਂਟੀਨ ਨਹੀਂ ਹੈ। ਪਹਿਲੀ ਵਾਰੀ ਅਸੀਂ ਹੀ ਚਾਹ ਦੀ ਸੇਵਾ ਸ਼ੁਰੂ ਕੀਤੀ। ਦੇਖਦਿਆਂ ਉਸਨੇ ਇਤਨਾ ਵੱਡਾ ਰੂਪ ਲੈ ਦਿੱਤਾ ਸੋਸ਼ਲ ਮੀਡੀਆ ਦੀ ਰਾਹੀਂ, ਕਿਉਂਕਿ ਜਦ ਕੋਈ ਵੀ ਉੱਥੇ ਮੈਂ ਕੰਮ ਕਰਦਾ ਸੀ, ਭਾਵੇਂ ਉਹ ਚਾਹ ਦੀ ਸੇਵਾ, ਭਾਵੇਂ ਲੰਗਰ ਦੀ ਸੇਵਾ, ਮੈਂ ਆਪਣੇ ਇੱਕ ਸਾਥੀ ਦੇ ਨਾਲ ਸ਼ੁਰੂ ਕੀਤੀ ਸੀ, ਜੋ ਕੇਵਲ ਮਾਤਰ ਮੇਰੀ ਉਸ ਸੋਚ ਨੂੰ ਹਾਂ ਵਿੱਚ ਹਾਂ ਮਿਲਾਉਂਦਾ ਸੀ, ਜੋ ਵੀ ਮੈਂ ਉਸਨੂੰ ਦੱਸਦਾ ਸੀ। ਉਹ ਇੱਕ ਵੱਖਰੀ ਸਟੋਰੀ ਹੈ ਕਿ ਉਹ ਮੈਨੂੰ ਕਿੱਦਾਂ ਮਿਲਿਆ। ਉਹ ਇੱਕ ਗੈਰ ਸਿੱਖ ਬੰਦਾ ਸੀਗਾ, ਹਿੰਦੂ ਸੀਗਾ, ਹੁਣ ਵੀ ਹੈਗਾ, ਤੇ ਹੁਣ ਵੀ ਮੇਰੇ ਨਾਲ ਡਟ ਕੇ ਖੜਾ ਹੈ। ਦੁਨੀਆ ਦੀ ਨਜ਼ਰ ਵਿੱਚ ਵੀ ਕੇਵਲ ਮੇਰੀ ਸ਼ਕਲ ਨਜ਼ਰ ਆਉਂਦੀ ਹੈ, ਲੇਕਿਨ ਮੇਰੇ ਪਿੱਛੇ ਅੱਜ ਵੀ ਉਹ ਸ਼ਖਸੀਅਤ ਮੌਜੂਦ ਹੈ ਜੋ ਮੇਰੇ ਨਾਲ ਉਸ ਕੰਮ ਵਿੱਚ ਹੱਥ ਵਡਾ ਰਹੀ ਹੈ। ਕਿਉਂਕਿ ਜਦ ਅਸੀਂ ਇਹ ਸੇਵਾ ਸ਼ੁਰੂ ਕੀਤੀ ਸੀ ਤਾਂ ਇਹ ਸੋਚ ਕੇ ਸ਼ੁਰੂ ਕੀਤੀ ਸੀ ਕਿ ਅਸੀਂ ਸਾਰਿਆਂ ਲਈ ਸੇਵਾ ਸ਼ੁਰੂ ਕਰਨੀ ਹੈ। ਗੁਰੂ ਨਾਨਕ ਪਾਤਸ਼ਾਹ ਦਾ ਇਹੀਓ ਮੈਸੇਜ ਸੀਗਾ, ਸੇਵਾ ਜਦ ਕਰਨੀ ਹੈ ਤੇ ਇਹ ਸੋਚ ਕੇ ਨਹੀਂ ਕਰਨੀ ਕਿ ਕਿਹਦੀ ਕਰ ਰਹੇ ਹੋ। ਅਸੀਂ ਬਾਰ-ਬਾਰ ਕਈ ਸਾਖੀਆਂ 'ਚ ਗੁਰੂ ਨਾਨਕ ਪਾਤਸ਼ਾਹ ਦੇ ਉਹ 20 ਰੁਪਈਆਂ ਦੀ ਗੱਲ ਵੀ ਕਰਦੇ ਆ ਕਿ ਉਹਨਾਂ ਦਾ 20 ਰੁਪਈਆ ਦਾ ਲਗਾਇਆ ਹੋਇਆ ਲੰਗਰ ਹੁਣ ਤੱਕ ਚੱਲ ਰਿਹਾ,
ਉਹ ਇਤਨੀ ਚੜ੍ਹਦੀ ਕਲਾ 'ਚ ਚੱਲ ਰਿਹਾ ਕਿ ਅੱਜ ਲੱਖਾਂ ਕਰੋੜਾਂ ਰੁਪਏ ਵੀ ਅਗਰ ਉਸ ਵਿੱਚ ਪਾਏ ਜਾਂਦੇ ਨੇ ਰੋਜ਼ ਤਾਂ ਉਹ ਵੀ ਥੋੜੇ ਨੇ। ਕਰੋਨਾ ਦੀ ਇਸ ਮਹਾਮਾਰੀ 'ਚ ਪੂਰੇ ਵਰਲਡ ਵਿੱਚ ਲੰਗਰ ਲਗਾਏ ਜਾ ਰਹੇ ਨੇ। ਕਰੋਨਾ ਮਹਾਮਾਰੀ ਨੇ ਸਾਨੂੰ ਇੱਕ ਗੱਲ ਹੋਰ ਸਿਖਾਈ ਹੈ ਕਿ ਤੁਹਾਡੇ ਜਿਤਨੇ ਪੈਸੇ, ਤੁਹਾਡੀਆਂ ਐਸ਼ ਪ੍ਰਸਤੀਆਂ, ਤੁਹਾਡੇ ਕੱਪੜੇ, ਤੁਹਾਡੀ ਗੱਡੀਆਂ, ਤੁਹਾਡੀਆਂ ਕੋਠੀਆਂ ਜਿਤਨੀਆਂ ਮਰਜ਼ੀਆਂ ਉੱਚੀਆਂ ਹੋਣ, ਜਦ ਪਰਮਾਤਮਾ ਆਪਣੀ ਰਜ਼ਾ 'ਚ ਆਂਦਾ ਤਾਂ ਉਹ ਸਾਰਿਆਂ ਨੂੰ ਘਰ ਬਿਠਾ ਦਿੰਦਾ। ਕਹਿਣ ਨੂੰ ਤਾਂ ਉਹ ਇੱਕ ਵਾਇਰਸ ਹੈਗਾ, ਲੇਕਿਨ ਵਾਇਰਸ ਵੀ ਇਦਾਂ ਕਮਾਲ ਦਾ ਕਿ ਪੂਰਾ ਵਰਲਡ ਲਾਕਡਾਊਨ ਹੋ ਗਿਆ। ਇੱਕ ਗੋਲੀ ਵੀ ਨਹੀਂ ਚੱਲੀ, ਵਾਰ ਵੀ ਨਹੀਂ ਹੋਈ, ਕੋਈ ਲੜਾਈ ਵੀ ਨਹੀਂ ਹੋਈ, ਸਾਰੇ ਘਰ ਬਿਠਾਤੇ। ਹੁਣ ਘਰ ਬਿਠਾ ਕੇ ਕਰਨਾ ਕੀ ਸੀ? ਸਤਿਗੁਰ ਇਹ ਵੀ ਹੁਣ ਚੈੱਕ ਕਰ ਰਹੇ ਨੇ ਕੌਣ ਕਿਤਨੇ ਪਾਣੀ 'ਚ ਹੈ, ਕੌਣ ਅਜੇ ਵੀ ਆਪਣੇ ਪੈਸੇ ਦਾ ਮਾਣ ਕਰ ਰਿਹਾ, ਕੌਣ ਅਜੇ ਵੀ ਸੇਵਾ ਕਰ ਰਿਹਾ। ਕੁਝ ਲੋਕ ਹੁਣੇ ਵੀ ਸੋਚ ਰਹੇ ਨੇ ਸਾਡੇ ਕੋਲ ਬਹੁਤ ਪੈਸਾ ਹੈ, ਲੇਕਿਨ ਅੱਜ ਸਵੇਰੇ ਵੀ ਮੈਂ ਇੱਕ ਜਗ੍ਹਾ ਟਾਕ ਕਰ ਰਿਹਾ ਸੀ ਤਾਂ ਉਸ ਟਾਕ ਵਿੱਚ ਮੈਂ ਇੱਕ ਗੱਲ ਸ਼ੇਅਰ ਕੀਤੀ, ਸ਼ਾਇਦ ਉਹ ਚੰਡੀਗੜ੍ਹ ਦੀ ਜਾਂ ਪੰਚਕੂਲੇ ਦੀ ਗੱਲ ਸੀਗੀ ਕਿ ਇੱਕ ਪਰਿਵਾਰ ਨੇ ਇਸ ਲੋਕਡਾਊਨ ਦੇ ਦੌਰਾਨ ਇੱਕ ਫੂਡ ਵਾਲਿਆਂ ਨੂੰ ਫੋਨ ਕੀਤਾ, ਜਿਹੜੇ ਅੱਜ ਕੱਲ੍ਹ ਖਾਣਾ ਦੇ ਰਹੇ ਨੇ ਲੋਕਾਂ ਨੂੰ ਘਰਾਂ ਘਰੀ ਜਾ ਕੇ। ਕਈਆਂ ਨੇ ਹੈਲਪਲਾਈਨ ਸੈਂਟਰ ਬਣਾਏ ਨੇ, ਉੱਥੇ ਕਾਲ ਕਰੋ ਤੇ ਤੁਹਾਨੂੰ ਮੁਫਤੀ 'ਚੋਂ ਖਾਣਾ ਦੇ ਜਾਂਦੇ ਨੇ। ਜਦ ਉਹਨਾਂ ਨੂੰ ਪਤਾ ਚੱਲਦਾ ਫਲਾਣੀ ਜਗ੍ਹਾ ਲੰਗਰ ਦੀ ਘਾਟ ਹੈਗੀ ਹੈ, ਤਾਂ ਇਸ ਤਰ੍ਹਾਂ ਹੀ ਇੱਕ ਚੰਡੀਗੜ੍ਹ ਵਿੱਚ ਕੋਈ ਕਾਲ ਆਈ ਹੈਲਪਲਾਈਨ ਸੈਂਟਰ ਵਾਲਿਆਂ ਨੂੰ, ਸਾਨੂੰ ਵੀ ਖਾਣੇ ਦੀ ਲੋੜ ਹੈ, ਤੁਸੀਂ ਪਲੀਜ਼ 5 ਖਾਣੇ ਭੇਜ ਦਿਓ ਤੇ ਸਾਡਾ ਇਹ ਫਲਾਣਾ ਫਲਾਣਾ ਐਡਰੈਸ ਹੈ। ਜਦ ਉਹ ਗੱਡੀ ਖਾਣਾ ਲੈ ਕੇ ਉੱਥੇ ਪਹੁੰਚੀ ਤਾਂ ਉਹ ਹੈਰਾਨ ਹੋ ਕੇ, ਉੱਥੇ ਕੋਈ ਵੀ ਝੋਂਪੜ ਪੱਟੀ ਨਹੀਂ ਸੀ, ਵੱਡੀ ਵੱਡੀ ਬਿਲਡਿੰਗਾਂ ਦੀ ਉਸਾਰੀ ਹੋਈ ਹੋਈ ਸੀ। ਤਾਂ ਜਦ ਉਹਨਾਂ ਨੇ ਉਸ ਨੰਬਰ ਤੇ ਦੁਬਾਰਾ ਡਾਇਲ ਕੀਤਾ ਜਿੱਥੋਂ ਦੀ ਕਾਲ ਆਈ ਸੀ, ਤਾਂ ਉਹ ਹੈਰਾਨ ਰਹਿ ਗਏ ਕਿ ਉਸ ਬੜੀ ਵੱਡੀ ਬਿਲਡਿੰਗ ਵਿੱਚੋਂ, ਉਸ ਘਰ ਵਿੱਚੋਂ ਕੋਈ ਬਾਹਰ ਨਿਕਲਿਆ ਤੇ ਉਹ ਕਹਿਣ ਲੱਗਾ ਜੀ ਅਸੀਂ ਖਾਣਾ ਮੰਗਵਾਇਆ। ਜਿਹੜੇ ਖਾਣਾ ਲੈ ਕੇ ਆਏ ਸੀ ਉਹ ਬੜੇ ਨਾਰਾਜ਼ ਹੋਏ ਤੇ ਉਹਨਾਂ ਨੇ ਬਹੁਤ ਉੱਚਾ ਨੀਵਾਂ ਬੋਲਿਆ। ਉਹ ਬੰਦੇ ਸ਼ਰਮਿੰਦਾ ਹੋ ਗਏ ਤਾਂ ਕਹਿਣ ਲੱਗੇ ਅਸੀਂ ਅੱਜ ਤੱਕ ਆਪਣੇ ਘਰ ਵਿੱਚ ਖਾਣਾ ਕਦੀ ਨਹੀਂ ਪਕਾਇਆ ਸੀ, ਸਾਨੂੰ ਇਹ ਪਤਾ ਹੀ ਨਹੀਂ ਸੀ ਕਿ ਪਕਾਉਂਦੇ ਕਿੱਦਾਂ। ਸਾਡੀ ਤਾਂ ਮੇਟ ਆਂਦੀ ਸੀ ਤਿੰਨੋਂ ਟਾਈਮ, ਉਹ ਖਾਣਾ ਬਣਾਉਂਦੀ ਸੀ ਤੇ ਸਾਨੂੰ ਦੇ ਜਾਂਦੀ ਸੀ, ਸਾਨੂੰ ਇਹ ਨਹੀਂ ਪਤਾ ਕਿ ਬਣਾਉਂਦੇ ਕਿੱਦਾਂ ਨੇ। ਅਸੀਂ ਤਾਂ ਐਸੇ ਐਸ਼ ਪ੍ਰਸਤ ਹੋ ਗਏ ਸੀ ਕਿ ਸਾਨੂੰ ਲੱਗਦਾ ਸੀ ਕਿ ਪੈਸੇ ਦੇ ਦਮ ਤੇ ਸਭ ਕੁਝ ਮਿਲ ਜਾਂਦਾ ਹੈ। ਇਹ ਪਹਿਲੇ ਲਾਕਡਾਊਨ ਦੀ ਗੱਲ ਕਰ ਰਿਹਾ, ਜਦ ਸਭ ਕੁਝ ਬੰਦ ਸੀਗਾ, ਕੁਝ ਵੀ ਨਹੀਂ ਮਿਲ ਪਾ ਰਿਹਾ ਸੀ। ਪੈਸਾ ਹੈ, ਸਭ ਕੁਝ ਹੈ, ਲੇਕਿਨ ਅੱਜ ਕੱਲ ਅਸੀਂ ਦੇਖ ਰਹੇ ਹਾਂ ਹਜ਼ਾਰੋਂ ਹੀ ਲੱਖੋਂ ਹੀ ਬੰਦੇ ਪ੍ਰਵਾਸੀ ਮਜ਼ਦੂਰ ਇਧਰੋਂ ਦੀ ਉਧਰ ਜਾ ਰਹੇ ਨੇ। ਕਿਸ ਚੀਜ਼ ਦੀ ਤਲਾਸ਼ ਵਿੱਚ ਜਾ ਰਹੇ ਨੇ ਤੇ ਕਿਸ ਚੀਜ਼ ਦੀ ਤਲਾਸ਼ ਵਿੱਚ ਉਹ ਆਏ ਸੀ? ਉਹ ਕਿਉਂ ਆਏ ਸੀ? ਉਹ ਰੋਟੀ ਤਾਂ ਘਰ ਵੀ ਖਾ ਸਕਦੇ ਸਨ, ਲੇਕਿਨ ਉਹ ਸ਼ਹਿਰਾਂ ਵੱਲ ਨੂੰ ਇਸ ਕਰਕੇ ਆਏ ਸਨ ਕਿ ਥੋੜੀ ਜੀ ਹੋਰ ਅੱਛੀ ਚੀਜ਼ ਆਪਣੇ ਜੀਵਨ ਵਿੱਚ ਜੀ ਲਈਏ, ਅੱਛੇ ਕੱਪੜੇ ਲੈ ਲਈਏ, ਅੱਛੀ ਗੱਡੀਆਂ ਲੈ ਲਈਏ, ਆਪਣੇ ਪਿੰਡਾਂ ਦੇ ਮਕਾਨ ਅੱਛੇ ਬਣਾ ਲਈਏ। ਇਹ ਸੁਪਨਾ ਹੈ, ਇਹ ਪੂਰਾ ਵੀ ਹੋਣਾ ਚਾਹੀਦਾ। ਜੀਵਨ ਵਿੱਚ ਆਏ ਹਾਂ ਤੇ ਸਾਰੀ ਚੀਜ਼ਾਂ ਜ਼ਰੂਰੀ ਨੇ, ਲੇਕਿਨ ਹੁਣ ਜਦੋਂ ਪਿੰਡ ਨੂੰ ਮੁੜ ਰਹੇ ਨੇ ਤੇ ਕੇਵਲ ਮਾਤਰ ਰੋਟੀ ਲਈ ਮੁੜ ਰਹੇ ਨੇ, ਕਿਉਂਕਿ ਜਦ ਉਹ ਪਿੰਡ ਛੱਡਿਆ ਸੀ ਉਹਨਾਂ ਨੇ, ਉਹ ਰੋਟੀ ਤਾਂ ਉਹਨਾਂ ਨੂੰ ਤਾਂ ਵੀ ਮਿਲ ਰਹੀ ਸੀ, ਲੇਕਿਨ ਉਸ ਸ਼ਹਿਰਾਂ 'ਚ ਆ ਕੇ ਲੋਕਡਾਊਨ ਦੇ ਦੌਰਾਨ ਉਹਨਾਂ ਨੇ ਦੇਖਿਆ ਕਿ ਰੋਟੀ ਨਹੀਂ ਮਿਲ ਰਹੀ ਹੈ। ਸਤਿਗੁਰਾਂ ਨੇ ਇਹ ਮੈਸੇਜ ਸਾਨੂੰ ਬਹੁਤ ਪਹਿਲੇ ਦੇ ਦਿੱਤਾ ਸੀ, ਲੰਗਰ ਦੇ ਰੂਪ ਵਿੱਚ, ਸੇਵਾ ਦੇ ਰੂਪ ਵਿੱਚ, ਮਾਨਵਤਾ ਦੀ ਸੇਵਾ ਕਰਨੇ ਦਾ ਬਹੁਤ ਵੱਡਾ ਸਾਨੂੰ ਇੱਕ ਤਰੀਕਾ, ਜ਼ਰੀਆ ਸਮਝਾ ਦਿੱਤਾ ਸੀ। ਕੇਵਲ ਮਾਤਰ ਆਪਣੇ ਧਾਰਮਿਕ ਗ੍ਰੰਥ ਨੂੰ ਅਸੀਂ ਪੜ੍ਹੀ ਨਹੀਂ ਜਾਣਾ, ਉਸ ਤੇ ਚੱਲਣਾ ਵੀ ਹੈ। ਸਾਡੇ ਗੁਰਦੁਆਰਿਆਂ ਦੀ ਉਸਾਰੀ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਉੱਚੇ ਉੱਚੇ ਸਾਡੇ ਗੁਰਦੁਆਰੇ ਹੋਣੇ ਚਾਹੀਦੇ ਨੇ, ਬਹੁਤ ਸੋਹਣੇ ਹੋਣੇ ਚਾਹੀਦੇ ਨੇ, ਲੇਕਿਨ ਕੀ ਸਿਰਫ ਬਾਰ-ਬਾਰ ਮਾਰਬਲ ਲਗਾਉਣ ਨਾਲ, ਗ੍ਰੇਨਾਈਟ ਲਗਾਉਣ ਨਾਲ ਸਾਡੇ ਗੁਰਦੁਆਰੇ ਸੁੰਦਰ ਹੋ ਜਾਣਗੇ? ਅੰਦਰੋਂ ਦੀ ਕਿਹੜੀ ਚੀਜ਼ ਮਿਸਿੰਗ ਹੈ ਉਹ ਅਸੀਂ ਵੀ ਜਾਣਦੇ ਹਾਂ। ਸਿਰਫ ਇੰਨੀ ਕੁ ਗੱਲ ਹੈ ਕਿ ਅਸੀਂ ਸਾਰਿਆਂ ਨੇ ਆਪਣੇ ਬਦਨ ਢੱਕੇ ਹੋਏ ਨੇ, ਅੰਦਰੋਂ ਦੀ ਅਸੀਂ ਸਾਰੇ ਨੰਗੇ ਆ। ਸਾਡੇ ਘਰਾਂ ਦੇ ਬਹੁਤ ਬੁਰੇ ਹਾਲ ਨੇ, ਇਤਨੇ ਕੁ ਬੁਰੇ ਹਾਲ ਨੇ ਕਿ ਇੱਕ ਕਸਬੇ 'ਚ
ਇੱਕ ਇੱਕ ਮਹੱਲੇ 'ਚ ਕਈ ਵਾਰੀ 2-2 3-3 ਗੁਰਦੁਆਰੇ ਨੇ, ਲੇਕਿਨ ਉਹਨਾਂ ਗੁਰਦੁਆਰਿਆਂ ਦੀ ਆਸ-ਪਾਸ ਜਿਹੜੀ ਸੰਗਤ ਹੈ, ਜਿਹੜੇ ਲੋਕ ਵਿਚਰਦੇ ਨੇ, ਉਹ ਭੁੱਖੇ ਸੋ ਜਾਣ। ਤੇ ਉਹ ਗੁਰਦੁਆਰੇ ਦਾ ਮੈਸੇਜ, ਕਿਉਂਕਿ ਜਦ ਮੈਂ ਕੁਝ ਪੜ੍ਹਾਈ ਸਿੱਖੀਜ਼ਮ ਬਾਰੇ ਕੀਤੀ ਸੀ ਤਾਂ ਸਾਨੂੰ ਬੇਸਿਕ ਚੀਜ਼ਾਂ ਦਿਖਾਈਆਂ ਗਈਆਂ ਸਨ ਕਿ ਗੁਰਦੁਆਰਾ ਕੀ ਹੁੰਦਾ, ਗੁਰਦੁਆਰੇ ਦੀ ਗੁੰਬਦ ਕੀ ਹੁੰਦੀ ਹੈ, ਗੁਰਦੁਆਰੇ ਦਾ ਨਿਸ਼ਾਨ ਸਾਹਿਬ ਕੀ ਹੁੰਦਾ। ਨਿਸ਼ਾਨ ਸਾਹਿਬ ਜਿੱਥੇ ਲੱਗ ਜਾਏ, ਇੱਕ ਆਸ ਬੰਦ ਜਾਂਦੀ ਸੀ ਕਿ ਇੱਥੇ ਤੁਹਾਨੂੰ ਰਹਿਣ ਦੀ ਥਾਂ, ਖਾਣ ਪੀਣ ਲਈ ਕੁਛ ਨਾ ਕੁਛ, ਤੇ ਤੁਹਾਡੇ ਮਾਈਂਡ ਨੂੰ ਸੈੱਟ ਕਰਨ ਲਈ ਗੁਰਬਾਣੀ ਦਾ ਪ੍ਰਸ਼ਾਦ ਮਿਲੇਗਾ। ਲੇਕਿਨ ਅੱਜ ਦੇਖਣ ਵਿੱਚ ਆਇਆ ਕਈ ਜਗ੍ਹਾ ਇਤਨੇ ਗੁਰਦੁਆਰੇ ਬਣ ਗਏ ਨੇ, ਲੇਕਿਨ ਉਹਨਾਂ ਸਾਰੇ ਜਿਹੜੇ ਗੁਰਦੁਆਰਿਆਂ ਦੇ ਰਖਵਾਲੀ ਕਰਨ ਵਾਲੇ ਨੇ, ਜਿਨ੍ਹਾਂ ਨੂੰ ਅਸੀਂ ਪ੍ਰਬੰਧਕ ਕਮੇਟੀ ਕਹਿੰਦੇ ਆ, ਉਹ ਆਪਸ ਵਿੱਚ ਹੀ ਲੜਦੀ ਰਹਿੰਦੀ ਹੈ। ਹੋ ਸਕਦਾ ਉਹ ਸਾਰਾ ਦਿਨ ਬੜੇ ਵੱਡੇ ਰਾਗੀ ਪ੍ਰਚਾਰਕਾਂ ਨੂੰ ਬੁਲਾ ਕੇ ਕੀਰਤਨ ਤਾਂ ਕਰਵਾ ਲੈਂਦੇ ਨੇ, ਵੱਡੇ ਕੀਰਤਨ ਸਮਾਗਮ ਤਾਂ ਕਰਾ ਲੈਂਦੇ ਨੇ, ਲੇਕਿਨ ਸ਼ਾਇਦ ਕਦੀ ਉਹ ਗੁਰਬਾਣੀ ਨਹੀਂ ਪੜ੍ਹਦੇ। ਕੀਰਤਨ ਕਰਵਾਉਣਾ, ਗੁਰਬਾਣੀ ਨੂੰ ਪੜ੍ਹਨਾ, ਉਸ ਨੂੰ ਸਮਝਣਾ ਬਹੁਤ ਜ਼ਰੂਰੀ ਸੀ। ਕੇਵਲ ਮਾਤਰ ਵੱਡੇ ਸਮਾਗਮ ਕਰਾਉਣਾ ਬਹੁਤ ਜ਼ਰੂਰੀ ਨਹੀਂ ਸੀ। ਪੁਰਾਣੇ ਵਕਤ ਵਿੱਚ ਜਦ ਇਹ ਧਰਮਸ਼ਾਲ ਬਣਾਈ ਗਈ ਸੀ, ਜਿੱਥੇ ਧਰਮ ਦੀ ਗੱਲਾਂ ਹੋਣ, ਉਸ ਵਿੱਚ ਕੁਝ ਮੈਸੇਜ ਹੁੰਦੇ ਸਨ, ਬਹੁਤ ਕੁਝ ਸਿਖਾਇਆ ਜਾਂਦਾ ਸੀ। ਲੇਕਿਨ ਅੱਜ ਕੱਲ ਕੁਝ ਹੋਰ ਹੀ ਸ਼ਾਇਦ ਪੜਾਇਆ ਜਾਏ। ਮੈਂ ਸਾਰੀ ਜਗ੍ਹਾ ਦੀ ਗੱਲ ਨਹੀਂ ਕਰ ਰਿਹਾ, ਲੇਕਿਨ 90% ਵਿੱਚ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਕਿ ਅਸੀਂ ਪਾਠ ਨੂੰ ਕਿੱਟੀ ਦਾ ਰੂਪ ਦੇ ਦਿੱਤਾ। ਹੁਣੇ ਅਸੀਂ ਪਿਛਲੇ ਦਿਨੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ, ਜਿਸ ਨੂੰ ਅਸੀਂ ਮਿੱਠੇ ਸ਼ਰਬਤ ਵਾਲਾ ਗੁਰਪੁਰਬ ਕਹਿੰਦੇ ਹਾਂ, ਕਿ ਅਸੀਂ ਮਿੱਠਾ ਸ਼ਰਬਤ ਪੂਰੇ ਸੜਕਾਂ ਤੇ ਉਨ ਦਿਨਾਂ ਦੇ ਦੌਰਾਨ, ਜਾਂ ਕੇਵਲ ਮਾਤਰ ਸਿਰਫ ਉਸ ਦਿਨ, ਉਹ ਮਿੱਠਾ ਪਾਣੀ ਪਿਲਾਉਂਦੇ ਹਾਂ। ਮੈਂ ਅਕਸਰ ਆਪਣੀ ਬਹੁਤ ਸਾਰੀ ਟਾਕਸ ਵਿੱਚ, ਜਿਹੜੀ ਮੈਂ NRI ਲਈ ਵੀ ਕਰਦਾ, ਇੱਕੋ ਗੱਲ ਕਹਿਣਾ ਕਿ ਜਦ ਅਸੀਂ ਸਾਲ ਵਿੱਚ ਇੱਕ ਦਿਨ ਉਹ ਮਿੱਠਾ ਪਾਣੀ ਪਿਲਾਣਾ, ਸਾਨੂੰ ਪਤਾ ਗਰਮੀਆਂ ਦੇ ਦਿਨ ਹੈ, ਸਾਨੂੰ ਪਤਾ ਉਹ ਨਗਰ ਕੀਰਤਨ ਉਸ ਫਲਾਣੀ ਰੋਡ ਤੋਂ ਜਾਣਾ ਹੈ, ਉਸ ਸੜਕ ਤੇ ਕੋਈ ਵੀ ਪਿਆਊ ਨਹੀਂ ਹੈ, ਤੇ ਕਿਉਂ ਨਹੀਂ ਅਸੀਂ ਇੱਕ ਪਰਮਾਨੈਂਟ, ਹਮੇਸ਼ਾ ਲਈ 365 ਦਿਨਾਂ ਲਈ ਉਸ ਰਸਤੇ ਵਿੱਚ ਪਿਆਊ ਲਗਾ ਦਈਏ। ਇੱਕ ਸਾਲ ਦੇ ਉਹ ਜਿਤਨੇ ਅਸੀਂ ਸਟਾਲ ਉਸ ਸੜਕ ਤੇ ਕੇਵਲ ਇੱਕ ਦਿਨ ਲਗਾਉਂਦੇ ਹਾਂ, ਕਿਉਂ ਨਾ ਜਿੰਨੀਆਂ ਸੜਕਾਂ ਸਾਡੇ ਸ਼ਹਿਰ ਦੀਆਂ ਨੇ, ਅੱਤ ਦੀਆਂ ਗਰਮੀਆਂ ਹੁੰਦੀਆਂ ਨੇ, ਉੱਥੇ ਉਹ ਪਿਆਊ ਪਰਮਾਨੈਂਟ ਲਗਾ ਦਈਏ, RO ਸਿਸਟਮ ਲਗਾ ਦਈਏ, ਹੋਰ ਅੱਛੇ ਤਰੀਕਿਆਂ ਨਾਲ, ਹੋਰ ਸੁਚੱਜੇ ਤਰੀਕਿਆਂ ਨਾਲ ਲਗਾ ਦਈਏ। ਹੁਣੇ ਮਾਈਗ੍ਰੈਂਟ ਲੇਬਰ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਜਾ ਰਹੀ ਹੈ। ਦੇਖ ਕੇ ਬੜੀ ਹੈਰਾਨੀ ਹੋਈ, ਕੁਝ ਪਿਕਚਰਸ ਅੱਜ ਕੱਲ ਆ ਰਹੀਆਂ ਨੇ, ਜਿਸ ਵਿੱਚ ਦੱਸਿਆ ਗਿਆ ਕਿ ਇੱਕ ਟਰੱਕ ਨੇ ਇੱਕ ਕੁੱਤੇ ਨੂੰ ਮਾਰ ਦਿੱਤਾ ਤੇ ਇੱਕ ਆਦਮੀ ਉਸ ਕੁੱਤੇ ਨੂੰ ਖਾ ਰਿਹਾ ਹੈ। ਸਾਡੇ ਲਈ ਸ਼ਰਮ ਦੀ ਗੱਲ ਹੈ ਕਿ ਅਸੀਂ ਇਹ ਦੇਖ ਕੇ ਵੀ ਆਪਣੀਆਂ ਅੱਖਾਂ ਬੰਦ ਕਰ ਲਈਏ, ਦੇਖ ਕੇ ਵੀ ਹਜੇ ਇਹ ਸੋਚੀਏ ਕੋਈ ਗੱਲ ਨਹੀਂ, ਸਾਨੂੰ ਬਹੁਤ ਕੁਝ ਸੇਵਾ ਦਾ ਹਜੇ ਵੀ ਸਿੱਖਣ ਦੀ ਲੋੜ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਕੁਝ ਨਹੀਂ ਹੋ ਰਿਹਾ, ਬਹੁਤ ਥਾਵਾਂ ਤੇ ਬਹੁਤ ਕੁਝ ਹੋ ਰਿਹਾ, ਹਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਕਰੋਨਾ ਕਈ ਰੂਪਾਂ 'ਚ ਸਾਨੂੰ ਬਹੁਤ ਸਾਰੇ ਮੈਸੇਜ ਦੇ ਰਿਹਾ, ਮੈਸੇਜ ਹਿਊਮੈਨਿਟੀ ਦੀ ਸੇਵਾ ਕਰਨ ਦੇ ਰਿਹਾ। ਕੇਵਲ ਮਾਤਰ ਆਪਣੇ ਰਿਲੀਜਨ ਦੀ ਗੱਲ ਨਹੀਂ ਹੋ ਰਹੀ, ਇਹ ਸਾਡੇ ਹੀ ਧਰਮ ਦੀ ਗੱਲ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਇੱਕ ਮੈਸੇਜ ਸਾਡੇ ਕੋਲ ਪਿਆ, ਲੇਕਿਨ ਅਸੀਂ ਕਿਹੜੀ ਗੋਲਕਾਂ ਭਰ ਰਹੇ ਹਾਂ? ਗਰੀਬ ਦਾ ਮੂੰਹ ਸਾਡੇ ਮੂੰਹ ਅੱਗੇ ਖਾਲੀ ਪਿਆ, ਗਰੀਬ ਦਾ ਮੂੰਹ ਕੁੱਤੇ ਖਾ ਰਿਹਾ, ਮਰੇ ਹੋਏ ਕੁੱਤੇ ਨੂੰ ਜਿਹੜਾ ਟਰੱਕ ਦੇ ਥੱਲੇ ਆ ਗਿਆ ਉਸਨੂੰ ਖਾ ਰਿਹਾ। ਹੋਰ ਵੀ ਵੀਡੀਓਜ਼ ਮੈਂ ਦੇਖੀਆਂ ਜਿਸ ਵਿੱਚ ਇੱਕ ਮਾਂ ਸਟੇਸ਼ਨ ਤੇ ਮਰੀ ਪਈ ਹੈ ਤੇ ਉਹਦਾ ਬੱਚਾ ਉਹਦੇ ਉੱਪਰ ਪਏ ਕੱਪੜੇ ਨੂੰ ਬਾਰ-ਬਾਰ ਛੇੜ ਰਿਹਾ। ਕੋਰਟ ਨੇ ਉਸ ਦੇ ਉੱਪਰ ਐਕਸ਼ਨ ਲਿਆ ਤੇ ਪੁੱਛਿਆ ਪ੍ਰਦੇਸ਼ ਸਰਕਾਰ ਨੂੰ ਕਿ ਇਦਾਂ ਦੀ ਘਟਨਾ ਕਿਉਂ ਹੋਈ। ਐਸੇ ਹਜ਼ਾਰਾਂ ਹੀ ਕੇਸਿਸ ਅੱਜ ਕੱਲ ਕਰੋਨਾ ਦੀ ਮਹਾਮਾਰੀ 'ਚ
ਸਾਡੇ ਸਾਹਮਣੇ ਦਿਖ ਰਹੇ ਨੇ। ਸਾਡੀ ਉਹੀ ਸਿੱਖ ਕੌਮ ਜਿਹੜੀ ਹੁਣੇ ਹੀ ਤਾਜ਼ਾ 550 ਸਾਲਾ ਆਪਣਾ ਗੁਰੂ ਨਾਨਕ ਪਾਤਸ਼ਾਹ ਦਾ ਮਨਾ ਕੇ ਨਿਕਲੀ ਹੈ, ਇਹ ਉਹਦੇ ਸਾਹਮਣੇ ਹੋ ਰਿਹਾ। ਮੈਂ ਗੱਲ ਕਰ ਰਿਹਾ ਸੀ, ਅਗਰ ਸਾਡੇ ਗੁਰੂ ਪਾਤਸ਼ਾਹ ਹੁੰਦੇ ਤੇ ਉਹਦੇ ਕਾਲ ਵਿੱਚ ਇੱਕ ਕਰੋਨਾ ਦੀ ਬਿਮਾਰੀ ਆਈ ਹੁੰਦੀ ਤਾਂ ਸਾਡੇ ਗੁਰੂ ਪਾਤਸ਼ਾਹ ਕੀ ਕਿਸੇ ਜਗ੍ਹਾ ਬੈਠੇ ਹੁੰਦੇ? ਕਿਹੜੇ ਉਪਰਾਲੇ ਕਰ ਰਹੇ ਹੁੰਦੇ? ਉਹ ਸਾਰੇ ਉਪਰਾਲੇ, ਉਹ ਸਾਰੇ ਦੇ ਸਾਰੇ ਉਪਰਾਲੇ ਸਾਨੂੰ ਕਰਨੇ ਪੈਣਗੇ। ਗੁਰੂ ਘਰ ਬੰਦ ਨੇ, ਸਾਰੇ ਹੀ ਗੁਰੂ ਘਰ ਬੰਦ ਨੇ। ਪਾਠ ਘਰਾਂ 'ਚ ਹੋ ਰਹੇ ਨੇ, ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ, ਕਿੱਥੇ ਸਹਿਜ ਪਾਠ ਹੋ ਰਿਹਾ, ਕਿੱਥੇ ਅਖੰਡ ਪਾਠ ਹੋ ਰਿਹਾ। ਲੇਕਿਨ ਨਾਲ ਹੋਰ ਬੜੀ ਸੇਵਾ ਦੇ ਕੰਮਾਂ ਦੀ ਹਜੇ ਵੀ ਲੋੜ ਹੈ, ਜੋ ਬਾਹਰ ਨਿਕਲ ਕੇ ਕੀਤੇ ਜਾ ਸਕਦੇ ਨੇ। ਗਵਰਨਮੈਂਟ ਦੇ ਰੂਲ ਨੂੰ ਫੋਲੋ ਕਰਕੇ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਬਹੁਤ ਸਾਰੇ ਇਦਾਂ ਦੇ ਕੰਮ ਕੀਤੇ ਜਾ ਸਕਦੇ ਨੇ। ਕਿਉਂਕਿ ਇੱਕ ਜਗ੍ਹਾ ਮੈਂ ਇਹ ਵੀ ਪੜ੍ਹਿਆ, ਇਨਸਾਨ ਔਰ ਜਾਨਵਰ ਵਿੱਚ ਇਹੋ ਫਰਕ ਹੈ ਕਿ ਜਾਨਵਰ ਹਮੇਸ਼ਾ ਆਪਣੇ ਲਈ ਜਿੰਦਾ, ਇਨਸਾਨ ਨੂੰ ਇਹ ਬਖਸ਼ਿਸ਼ ਪ੍ਰਾਪਤ ਹੈ ਕਿ ਉਹ ਸੋਚੇ, ਉਹਨੂੰ ਦਿਮਾਗ ਦਿੱਤਾ, ਉਹਨੂੰ ਵਿਜ਼ਡਮ ਦਿੱਤੀ ਹੈ ਕਿ ਉਹ ਕੀ ਕਰ ਸਕਦਾ ਹੈ। ਸਿਰਫ ਇੱਕ ਮਾਤਰ ਇਨਸਾਨ ਹੈ ਪੂਰੀ ਧਰਤੀ ਤੇ ਜਿਸ ਨੂੰ ਇਹ ਸੋਚ ਦਿੱਤੀ ਹੈ ਕਿ ਤੂੰ ਆਪਣਾ ਪੇਟ ਤਾਂ ਪਾਲਣਾ ਹੀ ਪਾਲਣਾ ਹੈ, ਤੂੰ ਆਪਣੇ ਆਸ-ਪਾਸ ਵੀ ਕਿਸੇ ਨੂੰ ਭੁੱਖਿਆ ਨਹੀਂ ਰਹਿਣ ਦੇਣਾ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਅਗਰ ਅਸੀਂ 550 ਸਾਲਾਂ ਦਾ ਇਹ ਮੈਸੇਜ ਲੈ ਲਈਏ, 1 ਮਿੰਟ ਲਈ ਭੁੱਲ ਜਾਈਏ ਕਿ ਅਸੀਂ 550 ਸਾਲਾਂ ਮਨਾਇਆ ਹੀ ਨਹੀਂ, ਅਸੀਂ ਕੀ ਮਨਾਣਾ? 551 ਮਨਾ ਲੈਣਾ। 2020 ਨੂੰ ਅਸੀਂ 551ਵਾਂ ਸਾਲ ਮਨਾ ਲਈਏ, 550 ਸਾਲਾਂ ਵੀ ਤਾਂ ਮਨਾਇਆ ਹੀ ਹੈ ਨਾ। ਅਸੀਂ ਕਿਉਂ 550 ਸਾਲਾਂ ਨੂੰ ਇਤਨਾ ਜ਼ਿਆਦਾ ਹਾਈਪ ਕੀਤਾ? ਕੋਈ ਬਹੁਤ ਅੱਛੀ ਫਿਗਰ ਹੁੰਦੀ ਹੈ ਕਿ 5.5 ਜਾਂ 600 ਸਾਲਾਂ, 551ਵਾਂ ਮਨਾ ਲਈਏ। ਉਸਨੂੰ ਇੱਕ ਐਸਾ ਈਅਰ ਦੇ ਦੀजिए, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਗਰੀਬ ਦਾ ਮੂੰਹ ਗੁਰੂ ਦੀ ਗੋਲਕ। 550 ਸਾਲਾਂ ਤੇ ਤਾਂ ਗੁਰੂ ਦੀ ਗੋਲਕਾਂ ਭਰ ਦਿੱਤੀਆਂ। 551 ਤੇ ਆਪਣੇ ਸਾਰੇ ਗੁਰੂ ਦੀ ਗੋਲਕਾਂ ਨੂੰ ਗਰੀਬਾਂ ਵੱਲ ਨੂੰ ਮੋੜ ਦਈਏ। ਕੋਈ ਵੱਡੀ ਉਸਾਰੀਆਂ ਨਾ ਕਰੀਏ, ਕੋਈ ਗੱਲ ਨਹੀਂ, ਉਸ ਨੂੰ ਸਾਲ ਬਾਅਦ ਕਰ ਲਵਾਂਗੇ। ਇਸ ਵੇਲੇ ਜਿਸ ਚੀਜ਼ ਦੀ ਲੋੜ ਹੈ ਉਹ ਕਰੀਏ। ਪਿਛਲੇ ਹਫਤੇ ਮੈਂ NRI ਲਈ ਟਾਕ ਕਰ ਰਿਹਾ ਸੀ, ਜਦ ਮੇਰਾ ਇੱਕ ਕੈਨੇਡਾ ਤੇ ਪ੍ਰੋਗਰਾਮ ਆ ਰਿਹਾ ਸੀ ਤੇ ਮੈਂ NRI ਲਈ ਟਾਕ ਕਰ ਰਿਹਾ ਸੀ ਤੇ ਮੈਂ ਆਪਣੇ NRI ਭਰਾਵਾਂ ਨੂੰ ਵੀ ਇੱਕੋ ਹੀ ਗੱਲ ਕੀਤੀ ਕਿ ਇਸ ਵਾਰੀ ਜਦ ਵੀ ਤੁਸੀਂ ਆਪਣੇ ਪਿੰਡਾਂ ਨੂੰ ਮੁੜੋਗੇ, ਤੁਸੀਂ ਆਪਣੇ ਧਾਰਮਿਕ ਸਥਾਨਾਂ ਦੀ ਉਸਾਰੀ ਨਹੀਂ ਕਰਨੀ। 1 ਰੁਪਈਆ ਵੀ ਫੰਡਿੰਗ ਨਾ ਦੇਣਾ। ਮੈਂ ਖਿਲਾਫ ਨਹੀਂ ਹਾਂ ਆਪਣੇ ਧਾਰਮਿਕ ਸਥਾਨਾਂ ਦੇ, ਉੱਥੇ ਸਭ ਕੁਝ ਹੋਣਾ ਚਾਹੀਦਾ, ਲੇਕਿਨ 1 ਸਾਲ ਨਾ ਦਈਏ, 2 ਸਾਲ ਨਾ ਦਈਏ, 3 ਸਾਲ ਨਾ ਦਈਏ, 4 ਸਾਲ ਨਾ ਦਈਏ। ਲੇਕਿਨ ਉਸਾਰੀ ਕਿਹਦੀ ਕਰਨੀ ਹੈ? ਆਪਣੇ ਪਿੰਡਾਂ ਦੇ ਹਸਪਤਾਲਾਂ ਨੂੰ ਦੇਖੀਏ। ਕੀ 350 ਰੁਪਏ ਦੀ ਇੱਕ BP ਦੀ ਮਸ਼ੀਨ ਤੁਹਾਡੇ ਪਿੰਡਾਂ ਦੇ ਹਸਪਤਾਲ ਵਿੱਚ ਹੈਗੀ ਹੈ? ਕੀ ਤੁਹਾਡੇ ਪਿੰਡ ਦੇ ਹਸਪੀਟਲ ਵਿੱਚ ਐਂਬੂਲੈਂਸ ਸਰਵਿਸ ਹੈਗੀ ਹੈ? ਕੀ ਤੁਹਾਡੇ ਪਿੰਡ ਦੇ ਹਸਪੀਟਲ ਵਿੱਚ ਬੇਸਿਕ ਮੈਡੀਸਨ ਹੈਗੀ ਹੈ? ਸਿਰ ਦਰਦ ਦੀ ਮੈਡੀਸਨ ਹੈਗੀ ਹੈ? ਐਕਸਰੇ ਮਸ਼ੀਨ ਹੈਗੀ ਹੈ? ਬਹੁਤ ਵੱਡੇ ਗੁਰਦੁਆਰੇ, ਧਾਰਮਿਕ ਸਥਾਨ ਤਾਂ ਅਸੀਂ ਬਣਾ ਲਏ। ਮੈਂ ਅਕਸਰ ਕਹਿਣਾ, ਮਾਰਬਲ ਤੋਂ ਬਾਅਦ ਅਸੀਂ ਹੁਣ ਗ੍ਰੇਨਾਈਟ ਦੇ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਿੱਤੇ ਨੇ, ਇਟਾਲੀਅਨ ਸਟੋਨ ਦੇ ਬਣਾਉਣੇ ਸ਼ੁਰੂ ਕਰ ਦਿੱਤੇ। ਨਹੀਂ ਲੋੜ, ਰੁਕ ਜਾਈਏ। ਆਪਣੇ ਪਿੰਡਾਂ ਦੇ, ਆਪਣੇ ਸ਼ਹਿਰਾਂ ਦੇ, ਆਪਣੇ ਕਸਬਿਆਂ ਦੇ ਹਸਪਤਾਲਾਂ ਵੱਲ ਨੂੰ ਦੇਖੀਏ। ਅੱਜ ਜਿਤਨੀ ਭੀੜ ਹਸਪਤਾਲਾਂ ਵੱਲ ਨੂੰ ਦੌੜ ਰਹੀ ਹੈ, ਰੋਜ਼ ਆ ਰਿਹਾ ਕਿ ਇਤਨੇ ਵੈਂਟੀਲੇਟਰਸ ਦੀ ਕਮੀ ਹੈ, ਰੋਜ਼ ਆ ਰਿਹਾ ਇਤਨੀ PP ਕਿਟਸ ਦੀ ਕਮੀ ਹੈ, ਰੋਜ਼ ਆ ਰਿਹਾ ਮਾਸਕ ਚਾਹੀਦੇ ਨੇ, ਰੋਜ਼ ਆ ਰਿਹਾ ਗਰੀਬ ਮਰ ਰਿਹਾ, ਰੋਜ਼ ਆ ਰਿਹਾ ਭੁੱਖ ਦੇ ਨਾਲ ਮਰ ਰਿਹਾ।
ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ। ਜਦੋਂ ਟ੍ਰੇਨਾਂ ਦੂਜੇ ਸਟੇਸ਼ਨਾਂ ਤੇ ਲੈ ਕੇ ਉਨ ਮਜ਼ਦੂਰਾਂ ਨੂੰ ਪਹੁੰਚ ਰਹੀ ਹੈ ਤਾਂ ਉਹਨਾਂ ਚੋਂ ਵੀ ਡੈਡ ਬੋਡੀਜ਼ ਨਿਕਲ ਰਹੀਆਂ। ਭੁੱਖ ਦੇ ਮਾਰੇ ਉਹ ਟ੍ਰੇਨਾਂ 'ਚ ਹੀ ਮਰ ਗਏ। ਰੋਜ਼ ਨਿਊਜ਼ ਆ ਰਹੀ ਹੈ। ਅਸੀਂ ਇਹ ਸਾਰੀਆਂ ਨਿਊਜ਼ ਨੂੰ ਦੇਖ ਕੇ ਵੀ ਸੇਵਾ ਵਾਲੀ ਲਾਈਨ ਨਹੀਂ ਫੜੀ। ਹਜੇ ਵੀ ਇਹ ਸੋਚਿਆ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰੇ ਕੋਲ ਆਪਣੇ ਲਈ ਬਹੁਤ ਹੈ, ਬੱਚਿਆਂ ਲਈ ਬਹੁਤ ਹੈ। ਮੈਂ ਤਾਂ 1 ਸਾਲ ਹੋਰ ਵੀ ਲੋਕਡਾਊਨ ਰਹੇਗਾ ਨਾ ਤੇ ਮੈਂ ਭੁੱਖਾ ਨਹੀਂ ਮਰਾਂਗਾ। ਮੇਰੇ ਕੋਲ ਇਤਨੀ ਮਾਇਆ ਹੈਗੀ ਹੈ। 2 ਸਾਲ ਨਹੀਂ ਮਰਾਂਗਾ, 5 ਸਾਲ ਨਹੀਂ ਮਰੇਗਾ, ਲੇਕਿਨ ਨਾਦਾਨ ਮਨਾ ਇੱਕ ਦਿਨ ਤਾਂ ਮਰੇਗਾ। ਵੰਡ ਛਕ ਲੈ, ਵੰਡ ਦੇ। ਕਿਉਂਕਿ ਮੈਂ ਆਪਣੀ ਗੱਲ ਬਾਰ-ਬਾਰ ਸ਼ੇਅਰ ਕਰਦਾ ਕਿ ਜਦ ਇਹ ਲੰਗਰ ਲਾਇਆ ਸੀ, ਜਿੰਨੀਆਂ ਸੇਵਾਵਾਂ ਵਧਾਈਆਂ, ਜਦ ਵਧਾਈਆਂ, ਪਰਮਾਤਮਾ ਨੇ ਪਿੱਛੋਂ ਦੀ ਸਪਲਾਈ ਵਧਾ ਦਿੱਤੀ। ਜਿਸ ਦਿਨ ਮੈਂ ਸੋਚਦਾ ਸੀ ਹੁਣ ਲੰਗਰ ਵਿੱਚ ਹੁਣ ਮੈਂ ਪਰਮਾਨੈਂਟ ਖੀਰ ਰੋਜ਼ ਵਰਤਾਣੀ ਹੈ, ਪਿੱਛੋਂ ਦੀ ਦੁੱਧ ਦੇ ਪੈਸੇ ਆਣੇ ਸ਼ੁਰੂ ਹੋ ਗਏ। ਜਿਸ ਦਿਨ ਮੈਂ ਸੋਚਦਾ ਸੀ ਹੁਣ ਮੈਂ ਐਂਬੂਲੈਂਸ ਲੈਣੀ ਹੈ, ਕੋਈ ਨਾ ਕੋਈ ਦਾਨੀ ਸੱਜਣ ਆ ਕੇ ਐਂਬੂਲੈਂਸ ਦੇ ਜਾਂਦਾ। ਇਸ ਵੇਲੇ ਮੇਰੀ 3 ਐਂਬੂਲੈਂਸ ਸਰਵਿਸਿਜ਼ ਚੱਲ ਰਹੀਆਂ ਨੇ, ਜਿਸ ਵਿੱਚ ਅਸੀਂ ਰੋਜ਼ਾਨਾ ਸਵੇਰੇ 8:30 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਪੂਰੇ ਸ਼ਿਮਲਾ ਦੇ ਕੈਂਸਰ ਪੇਸ਼ੈਂਟਸ ਨੂੰ ਢੋਂਦੇ ਆ, ਕੀਮੋਥੈਰੇਪੀ ਕਰਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਂਦੇ ਆ, ਡਾਇਲਿਸਿਸ ਵਾਲਿਆਂ ਨੂੰ ਘਰੋਂ ਦੀ ਲੈਂਦੇ ਆ, ਉਹਨਾਂ ਨੂੰ ਘਰ ਤੱਕ ਛੱਡਦੇ ਆ, ਥੈਲੇਸੀਮੀਆ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਘਰੋਂ ਦੀ ਚੁੱਕਦੇ ਆ, ਘਰ ਤੱਕ ਛੋੜਦੇ ਆ। ਲੋਕਡਾਊਨ ਦੇ ਦੌਰਾਨ ਅਸੀਂ ਬਲੱਡ ਡੋਨਰਸ ਨੂੰ ਉਹਨਾਂ ਦੇ ਘਰੋਂ ਦੀ ਲੈ ਕੇ ਹਸਪਤਾਲ ਤੱਕ ਲੈ ਕੇ ਆਉਂਦੇ ਆ, ਉਹਨਾਂ ਨੂੰ ਬਲੱਡ ਡੋਨੇਸ਼ਨ ਤੋਂ ਬਾਅਦ ਘਰ ਛੱਡਦੇ ਆ, ਕਿਉਂਕਿ ਉਹਨਾਂ ਦੀ ਆਪਣੀ ਗੱਡੀਆਂ ਨਹੀਂ ਚੱਲ ਪਾਈਆਂ। ਸਾਡੀ ਫ੍ਰੀ ਐਂਬੂਲੈਂਸਿਸ ਚੱਲ ਰਹੀਆਂ ਨੇ, ਲੰਗਰ ਦੀ ਗੱਡੀ ਚੱਲ ਰਹੀ ਹੈ, ਡੈਡ ਬੋਡੀ ਵੈਨ ਸਰਵਿਸ ਚੱਲ ਰਹੀ ਹੈ। ਲੇਕਿਨ ਇਹ ਸਭ ਕੁਝ ਮੈਂ ਨਹੀਂ ਕਰ ਰਿਹਾ। ਮੈਨੂੰ ਜਿੰਨੀ ਗੁਰੂ ਨਾਨਕ ਪਾਤਸ਼ਾਹ ਨੇ ਮੇਰੀ ਸੋਚ ਦਿੱਤੀ ਹੈ, ਮੈਂ ਉਸ ਅਨੁਸਾਰ ਕਰ ਰਿਹਾ। ਜਿੰਨੀ ਕੁ ਮੈਨੂੰ ਸਮਝ ਆਉਂਦੀ ਹੈ, ਮੈਂ ਆਪਣੀ ਸਾਰੀ ਸਿੱਖ ਸੰਗਤ ਨਾਲ ਹਮੇਸ਼ਾ ਸ਼ੇਅਰ ਕਰਦਾ ਕਿ ਸਾਨੂੰ ਪਰਮਾਤਮਾ ਨੇ ਜਿੰਨੀ ਵੀ ਦਿਮਾਗ ਦਿੱਤਾ, ਅਸੀਂ ਬਾਰ-ਬਾਰ ਕਹਿੰਦੇ ਆ ਕਿ ਇਹ ਜਿਹੜੀ ਮਾਨਕ ਦੀ ਦੇਹ ਹੈ ਸਾਨੂੰ ਬੜੀ ਮੁਸ਼ਕਿਲਾਂ ਨਾਲ ਮਿਲੀ ਹੈ, ਤੇ ਕੀ ਕਰੀਏ? ਆਪਣਾ ਜੀਵਨ ਕੇਵਲ ਮਾਤਰ ਆਪਣੇ ਬਿਜ਼ਨਸ ਨੂੰ ਵਧਾਉਂਦੇ ਰਹਿ ਜਾਈਏ। ਮੇਰਾ ਸ਼ੂਜ਼ ਦਾ ਬਿਜ਼ਨਸ ਹੈ, ਕੀ ਮੈਂ ਸ਼ੂਜ਼ ਦੇ ਬਿਜ਼ਨਸ ਨੂੰ ਹੀ ਵਧਾਉਂਦਾ ਰਹਿ ਜਾਵਾਂ? ਕੋਈ ਹੋਰ ਮਕਸਦ ਨਹੀਂ ਦਿੱਤਾ ਸੀ ਪਰਮਾਤਮਾ ਨੇ, ਦਿਮਾਗ ਨਹੀਂ ਦਿੱਤਾ ਸੀ। ਇੱਕ ਲਿਮਟ ਤੋਂ ਬਾਅਦ ਤਾਂ ਮੈਨੂੰ ਵੀ ਰੁਕਣਾ ਚਾਹੀਦਾ ਕਿ ਸਿਰਫ ਦੌੜਦੇ ਰਹਿਣਾ ਚਾਹੀਦਾ ਕਿ ਮੈਂ ਦੌੜੀ ਜਾ ਰਿਹਾ ਜਿਹਦਾ ਕੋਈ ਅੰਤ ਨਹੀਂ ਹੈ। ਮੈਂ ਇੱਕ ਐਸੇ ਰੇਸ ਟਰੈਕ ਤੇ ਹੈਗਾ ਜਿਹਦੀ ਕੋਈ ਲਿਮਟ ਨਹੀਂ ਹੈ। ਦਿਮਾਗ ਇसी ਕਰਕੇ ਦਿੱਤਾ। ਜਾਨਵਰ और इंसान ਨੂੰ ਇਹੀ ਫਰਕ ਹੈ। ਅਗਰ ਇਨਸਾਨ ਦੀ ਯੋਨੀ ਚ ਆਏ ਤਾਂ ਫਿਰ ਬੰਦਿਆਂ ਵਾਲੇ ਕੰਮ ਕਰੀਏ। ਬਾਰ-ਬਾਰ ਕਿਹਾ ਜਾ ਰਿਹਾ ਬੰਦਾ ਬਣ ਜਾ, ਬੰਦਾ ਬਣ ਜਾ। ਕਿਉਂ ਕਿਹਾ ਜਾ ਰਿਹਾ ਬੰਦਾ ਬਣ ਜਾ? ਕਿਉਂਕਿ ਜਨਮ ਤਾਂ ਲੈ ਲਿਆ ਲੇਕਿਨ ਬੰਦੇ ਨਹੀਂ ਬਣੇ। ਆਪਣੇ ਪਰਿਵਾਰ ਲਈ ਤਾਂ ਸਾਰੇ ਸੋਚ ਰਹੇ। ਇਸ ਵੇਲੇ ਟਾਈਮ ਆਇਆ ਹੈ ਕਿ ਅਸੀਂ ਸਾਰਿਆਂ ਲਈ ਸੋਚੀਏ। ਹਿਊਮੈਨਿਟੀ ਇਜ਼ ਦ ਬਿਗੇਸਟ ਰਿਲੀਜਨ। ਸਾਡਾ ਸਿੱਖ ਧਰਮ ਹੋ ਸਕਦਾ ਬਹੁਤ ਉੱਚਾ ਹੋਏਗਾ। ਮੈਂ ਕਿਸੇ ਵਿਸ਼ੇਸ਼ ਧਰਮ ਨੂੰ ਨੀਵਾਂ ਨਹੀਂ ਕਹਿ ਰਿਹਾ, ਆਪਣੇ ਧਰਮ ਨੂੰ ਟੌਪ ਤੇ ਵੀ ਨਹੀਂ ਲੈ ਕੇ ਜਾ ਰਿਹਾ, ਲੇਕਿਨ ਹਿਊਮੈਨਿਟੀ ਹਮੇਸ਼ਾ ਹੀ ਸਭ ਤੋਂ ਵੱਡਾ ਰਿਲੀਜਨ ਰਹੇਗਾ। ਹਿਊਮੈਨਿਟੀ ਤੋਂ ਉੱਪਰ ਕੋਈ ਰਿਲੀਜਨ ਨਹੀਂ ਹੈ। ਅਸੀਂ ਸਾਰੀ ਚੀਜ਼ਾਂ ਬਾਅਦ ਵਿੱਚੋਂ ਸਿੱਖਿਆ। ਅਸੀਂ ਆਪਣੇ ਆਪ ਨੂੰ, ਸਾਡਾ ਜਨਮ 550 ਸਾਲਾਂ ਪਹਿਲੇ ਹੋਇਆ ਤੇ ਸਾਡੇ ਤੋਂ ਪਹਿਲੇ ਹਿਊਮੈਨਿਟੀ ਐਗਜ਼ਿਸਟ ਕਰਦੀ ਸੀ, ਸਾਡੇ ਤੋਂ ਬਾਅਦ ਵੀ ਐਗਜ਼ਿਸਟ ਕਰਨੀ ਚਾਹੀਦੀ ਹੈ। ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਸ ਸਿੱਖ ਧਰਮ ਵੱਲ ਨੂੰ ਮੋੜਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇੱਕ ਦਾਇਰੇ ਵਿੱਚ ਬੰਦ ਕਰਕੇ ਸਾਡੀ ਉਹ ਫਿਕਸ ਕਰ ਦਿੱਤੀ ਕਿ ਸਾਡਾ ਬਾਣਾ ਕਿੱਦਾਂ ਹੋਏਗਾ, ਰਹਿਣੀ ਕਿੱਦੀ ਹੋਏਗੀ। ਸਾਨੂੰ ਪਾਠ ਕਰਨਾ ਹੈ, ਕਿਰਤ ਕਰਨੀ ਹੈ, ਨਾਮ ਜਪਣਾ ਹੈ, ਵੰਡ ਛਕਣਾ। ਸੇਵਾ ਦੇ ਕਈ ਰੂਪ ਨੇ, ਬੜੇ ਰੂਪਾਂ 'ਚ ਸੇਵਾ ਹੋ ਸਕਦੀ ਹੈ। ਗੁਰਦੁਆਰਿਆਂ 'ਚ ਝਾੜੂ ਮਾਰ ਕੇ ਤਾਂ ਸੇਵਾ ਸਾਰੇ ਕਰ ਲੈਂਦੇ ਨੇ। ਆਪਣੇ ਆਸ-ਪਾਸ ਵੀ ਦੇਖੀਏ, ਕਈ ਲੋਕ ਕਈ ਰੂਪਾਂ 'ਚ ਸੇਵਾ ਕਰ ਰਹੇ ਨੇ। ਕੋਈ ਬਾਹਰ ਜਾ ਕੇ ਕਰ ਰਿਹਾ, ਲੇਕਿਨ ਆਸ ਪੜੋਸ 'ਚ ਕੋਈ ਭੁੱਖਾ। ਇਸ ਸਾਲ ਕਿਸੇ ਦੀ ਵੀ ਧਾਰਮਿਕ ਯਾਤਰਾ ਹੋਣ ਦੀ ਕੋਈ ਚਾਂਸਿਸ ਨਹੀਂ ਹੈ, ਤੇ ਧਾਰਮਿਕ ਯਾਤਰਾ ਕਿਉਂ ਨਾ ਇਸ ਵਾਰੀ
ਡਾਇਵਰਟ ਕਰਦੀ ਹੈ, ਗਰੀਬਾਂ ਦੀ ਬਸਤੀ ਵੱਲ ਨੂੰ ਕਰਦੀ ਹੈ, ਐਸੀ ਜਗ੍ਹਾ ਕਰਦੀ ਹੈ ਡਾਇਵਰਟ ਆਪਣੀ ਸੋਚ ਨੂੰ ਕਿ ਅਸੀਂ ਉਸ ਜਗ੍ਹਾ ਨੂੰ ਪਵਿੱਤਰ ਕਰ ਦਈਏ, ਉਸ ਥਾਂ ਨੂੰ ਪਵਿੱਤਰ ਕਰ ਦਈਏ ਜਿੱਥੇ ਸਾਡੀ ਲੋੜ ਹੈ। ਕਿ ਜਦ ਵੀ ਅੱਜ ਤੋਂ ਬਾਅਦ ਸਾਡੇ ਕੋਲ ਲੋਕੀ ਆਣ ਤਾਂ ਇਹੀ ਕਹਿਣ ਕਿ ਆ ਗਏ ਨੇ ਗੁਰੂ ਦੇ ਬੰਦੇ, ਸਿੱਖ ਆ ਗਏ ਨੇ, ਹੁਣ ਸਾਨੂੰ ਚਿੰਤਾ ਦੀ ਕੋਈ ਲੋੜ ਨਹੀਂ, ਅਸੀਂ ਹੁਣ ਭੁੱਖੇ ਨਹੀਂ ਮਰਾਂਗੇ। ਸੇਵਾ ਬੜੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਬਹੁਤ ਵੱਡੀ ਸੋਚ ਰੱਖ ਕੇ ਸਾਨੂੰ ਸੇਵਾ ਕਰਨੀ ਪਏਗੀ। ਮੈਂ ਚਾਹਾਂਗਾ ਤੁਹਾਡੇ ਚੋਂ ਅਗਰ ਕੋਈ ਕੁਐਸਚਨ ਕਰਨਾ ਚਾਹੇ, कोई भी गलबात करना चाहे, किसी भी विषय ते करना चाहे सेवा तो रिलेटेड, तो मैं तैयार हाँ, क्योंकि मेरा सब्जेक्ट सिर्फ सेवा है। मनु इतनी की समझ आई है कि ब्लड डोनेशन कैंप लगा दिए, सेवा कर ली है, लंगर लगा दिए। मैं शिमला च जड़ा लंगर लगाना जिस 25,000 बच्चा मनु रोटियां दिंदा, वो 25,000 बच्चों नूं मैं सेवा दा एक तरीके च बो दिता। शिमला च बहुत ज्यादा सिख परिवार नहीं है, लेकिन 25,000 बच्चा स्कूलों का मनु हफ्ते च एक दिन अपने अपने लंच दे नाल एक एक्स्ट्रा रोटी लैके आंदा मेरे लंगर लई, ते वो एक रोटी जब उस लंगर लई लैके आंदा ते वो सारियां रोटियां असी उस हस्पताल दे लंगर च डिस्ट्रीब्यूट करते हैं, वरताने हैं। मनु गुरु नानक पातशाह दा मैसेज हमेशा ध्यान आंदा, वंड छकना। बच्चों ਨੂੰ मैं वंड छकड़ा, हैबिट ऑफ शेयरिंग उन्होंने इंग्लिश ही समझा दिता, क्योंकि सारे कॉन्वेंट स्कूल वाले ने, मैं उन्होंने हमेशा कह रहा प्लीज किड्स एवरी टाइम विच डे आई विल गिव यू प्लीज ब्रिंग वन एक्स्ट्रा रोटी फॉर माई लंगर। ਤੇ ਜਦੋਂ ਆਪਣੇ ਘਰੋਂ ਦੀ ਰੋਟੀਆਂ ਲੈ ਕੇ ਆਉਂਦੇ ਨੇ ਆਪਣੇ ਮਾਂ-ਬਾਪ ਦੇ ਨਾਲ ਲੜ ਕੇ, ਕਿਸੇ ਨੂੰ ਸੋਮਵਾਰ ਦਿੱਤਾ, ਕਿਸੇ ਨੂੰ ਮੰਗਲਵਾਰ, ਕਿਸੇ ਨੂੰ ਬੁੱਧਵਾਰ, ਵੀਰਵਾਰ, ਤਾਂ ਆਪਣੇ ਪੇਰੈਂਟਸ ਨੂੰ ਕਹਿ ਰਹੇ ਜੀ ਅੱਜ ਹਸਪੀਟਲ ਦੀ ਰੋਟੀ ਲੈ ਕੇ ਜਾਣੀ ਹੈ, ਹਸਪੀਟਲ ਦੀ ਰੋਟੀ। ਤੇ ਜਦ ਉਹਨਾਂ ਨੂੰ ਮੈਂ ਵਿਜ਼ਿਟ ਕਰਾਨਾ ਆਪਣੇ ਹਸਪੀਟਲ ਤੇ ਉਹਨਾਂ ਕੋਲੋਂ ਸੇਵਾ ਕਰਵਾਉਣਾ, ਕੋਈ ਬਾਲਟੀ ਚੁੱਕ ਕੇ ਛੋਟਾ ਸੈਕਿੰਡ ਕਲਾਸ ਦਾ ਬੱਚਾ ਟੋਕਰੀ ਚੁੱਕ ਕੇ, ਕਿਉਂਕਿ ਇਹ ਸੇਵਾ ਦੀ ਚੀਜ਼ਾਂ ਸਾਡੇ ਗੁਰਦੁਆਰਿਆਂ 'ਚ ਕਈ ਜਗ੍ਹਾ ਮਿਸਿੰਗ ਨੇ। ਕਈ ਜਗ੍ਹਾ ਤਾਂ ਬਹੁਤ ਅੱਛੇ ਤਰੀਕੇ ਨਾਲ ਨਿਭਾਈਆਂ ਜਾ ਰਹੀਆਂ ਨੇ, ਲੇਕਿਨ ਕਈ ਜਗ੍ਹਾ ਮਿਸਿੰਗ ਨੇ। ਸਾਨੂੰ ਇਹ ਸੇਵਾ ਸਿਖਾਣੀ ਪਏਗੀ। ਸ਼ਿਮਲਾ 'ਚ ਤਾਂ ਮੈਂ ਸਿੱਖਾਂ ਨੂੰ, ਗੈਰ ਸਿੱਖਾਂ ਨੂੰ ਵੀ ਸਮਝਾ ਦਿੱਤਾ, 25,000 ਬੱਚਾ शिमला वर्गे शहर 25,000 बच्चा मीनस 25,000 परिवार, पूरे शिमला की आबादी, पूरा शिमला नूं अगर असीं काउंट करिए 3 लाख आबादी है पूरे शिमला शहर की, लेकिन 25,000 बच्चा मैनूं रोटियां दिंदा, अपने अपने दिन नूं रोटियां लैके आंदे ने। जिहड़ी सब तो दूर दी रोटी मैनूं आंदी, वो पूरा एक पिंड दिंदा, जिधरों दी शिमला तो 4 घंटे का रस्ता, ते पूरा पिंड मैनूं ये कहंदा असीं पहले वक्त विच पहली रोटी पशु ਨੂੰ ਪਾਉਂਦੇ ਸੀ, ਕੋਈ ਕਹਿੰਦਾ ਸੀ ਅਸੀਂ ਗਾਂ ਨੂੰ ਪਾਉਂਦੇ ਸੀ, ਕੋਈ ਕਹਿੰਦਾ ਸੀ ਅਸੀਂ ਪਾਣੀ 'ਚ ਪਾਉਂਦੇ ਸੀ, ਕਿਸੇ ਨੂੰ ਦਿੰਦੇ ਸੀ। ਹੁਣ ਉਹ ਸਾਰੀ ਰੋਟੀ ਹਸਪੀਟਲ ਨੂੰ ਡਾਇਵਰਟ ਕਰ ਦਿੱਤੀ। ਛੋਟੇ ਪ੍ਰਯਾਸ ਨੇ ਸੇਵਾ ਦੇ, ਜੋ ਅਸੀਂ ਸਾਰੇ ਸਮੂਹਿਕ ਤੌਰ ਤੇ ਕਰ ਸਕਦੇ ਹਾਂ। ਕੋਰੋਨਾ ਦੇ ਦੌਰਾਨ ਤਾਂ ਅਸੀਂ ਬੜੇ ਸਾਰੇ ਲੰਗਰ ਲਗਾਏ, ਲੇਕਿਨ ਮੈਂ ਪਿਛਲੇ 6 ਸਾਲਾਂ ਤੋਂ ਇਸ ਫੀਲਡ ਵਿੱਚ ਕੰਮ ਕਰ ਰਿਹਾ, ਲੰਗਰ ਲਗਾ ਰਿਹਾ, ਬੱਚਿਆਂ ਨੂੰ ਮੋਟੀਵੇਟ ਕਰ ਰਿਹਾ। ਇੱਕ ਐਕਸਟਰਾ ਰੋਟੀ, ਇੱਕ ਰੋਟੀ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ 4 ਰੋਟੀਆਂ ਆਪਣੇ ਲਈ ਲੈ ਕੇ ਆਉਂਦੇ ਹੋ, 3 ਰੋਟੀਆਂ ਲੈ ਕੇ ਆਉਂਦੇ ਹੋ। ਤੇ ਜਦ ਮੈਂ ਕਈ ਵਾਰੀ ਛੋਟੀ ਕਲਾਸਿਸ ਵਿੱਚ ਬੱਚਿਆਂ ਕੋਲ ਰੋਟੀਆਂ ਲੈਣ ਜਾਣਾ, ਤੇ ਛੋਟੀ ਨਰਸਰੀ KG ਕਲਾਸ ਦੇ ਬੱਚੇ ਬੋਲਦੇ ਨੇ ਅੰਕਲ ਮੈਂ 10 ਰੋਟੀਜ਼ ਲਾਈ, ਵੀਰ ਜੀ ਮੈਂ 10 ਰੋਟੀਆਂ ਲਿਆਇਆ, ਮੈਂ 15 ਰੋਟੀਆਂ ਲਿਆਇਆ। ਤੇ ਉਹਨਾਂ ਦੇ ਮਾਂ-ਬਾਪ ਜਦ ਮੈਨੂੰ ਮਿਲਦੇ ਨੇ ਘੁੰਮਦਿਆਂ, ਕਹਿੰਦੇ ਨੇ ਜੀ आपने हमारे बच्चों को सिखा दा कि व्हाट इज शेयरिंग, नहीं तो ये भूल गए थे। अब इनको रोटी की कीमत भी पता चल गई है, क्योंकि पहले ये घर में ओए तोए करके रोटी मांगते थे, अब ये कहते हैं मम्मा रोटी दे दो, मैं वेस्ट नहीं करूंगी। क्योंकि हॉस्पिटल में जब लोग आते हैं तो वो रात को 10-10 रोटियां एक्स्ट्रा ले जाते हैं कि सुबह चाय के साथ खा लेंगे, ठंडी रोटी खा लेंगे, क्योंकि उनके पास पैसे ही नहीं है रोटी खाने के। सेवा दे बड़े रूप ने। असी अगर ये प्रयास कोरोना तो बाद भी जारी रखांगे, अपने अपने गुरपुरबां ते हस्पतालां ते लंगर लगावांगे, क्योंकि मनु जिथे तक समझ आया हस्पतालां च जितनियां अरदासां, जितनी वाइब्रेशन, जितनी पॉजिटिविटी वाइब्रेशनस प्रेयर्स दियां होंदियां ने, वो शायद साडे धार्मिक स्थानां ते भी नहीं होंदी। क्योंकि अक्सर असी अपने अपने धार्मिक स्थानां ते अपने लिए मंगदे हां, लेकिन गुरु साहब ने तां भी सानू किहा सी सरबत दा भला मंगी।
ਲੇਕਿਨ ਸਰਬੱਤ ਦਾ ਭਲਾ ਹਸਪਤਾਲਾਂ 'ਚ ਮੰਗਦੇ ਆ। ਜਦ ਸਾਡਾ ਪੇਸ਼ੈਂਟ ਇੱਕ ਬੈੱਡ ਤੇ ਪਿਆ ਹੁੰਦਾ ਤੇ ਸਾਰੇ ਵਾਰਡ ਵਿੱਚ ਬਾਕੀ ਪੇਸ਼ੈਂਟਸ ਲੇਟੇ ਹੋਏ ਹੁੰਦੇ ਨੇ। ਕੋਈ ਕਿਸੇ ਨੇ ਅਗਰ ਕਿਸੇ ਬਾਰੇ ਵੀ ਕੋਈ ਕੁਐਸਚਨ ਕਰਨਾ ਹੈ ਤੇ ਪਲੀਜ਼ ਮੈਨੂੰ ਕੁਐਸਚਨ ਪੁੱਛ ਸਕਦੇ ਨੇ, क्योंकि शायद मेरा समा हो गया। कोई भी क्वेश्चन पूछना चाहे तो प्लीज क्वेश्चन अपना रेज करो। मैं तरनप्रीत ਵੀਰ ਜੀ, ਕਮਾਲਜੀਤ ਵੀਰ ਜੀ ਸਵਾਲ ਪੁੱਛਣਾ ਚਾਹੁੰਦੇ ਹਨ, ਉਹਨਾਂ ਨੂੰ ਆਡੀਬਲ ਕਰ ਦਿਓ ਪਲੀਜ਼। ਕਮਾਲਜੀਤ ਵੀਰ ਜੀ। ਜਸਵਿੰਦਰ ਵੀਰ ਜੀ ਤੇ ਕਮਾਲਜੀਤ ਵੀਰ ਜੀ ਨੇ ਰੇਸ ਕੀਤਾ ਸੀਗਾ। ਜੇ ਕਮਾਲਜੀਤ ਵੀਰ ਜੀ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ। जसविंदर जी आप जी अनम्यूट हो। ਕਮਾਲਜੀਤ ਵੀਰ ਜੀ ਨੂੰ ਅਨਮਿਊਟ ਕਰ ਦਿਓ। ਕਮਾਲਜੀਤ ਵੀਰ ਜੀ ਕੋਈ ਸਵਾਲ ਪੁੱਛਣਾ ਚਾਹੁੰਦੇ ਹਨ। ਹਰਪ੍ਰੀਤ ਜੀ कर रहे हैं वीर जी, उन्होंने नहीं कर रहे हैं। कमालजीत वीर जी हैंड रेज करोगे आप जी? हाँ जी, उन्होंने क्वेश्चन पाया सीगा इनबॉक्स विच। आप जी वीर जी अनम्यूट हो, क्वेश्चन हाँ जी, मैं हो गया जी। हेलो। हाँ जी वीर जी। हाँ जी, पहले तो जी सरबजीत जी ਨੂੰ ਮੇਰਾ ਨਮਸਕਾਰ ਔਰ ਇਹਨਾਂ ਦੀ ਸੇਵਾ ਨੂੰ ਨਮਸਕਾਰ। ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਵੀਰ ਜੀ ਆ ਰਹੀ ਹੈ ਜੀ। ਔਰ ਬਾਣੀ ਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਇਹ ਤੁਕ ਲਿਖੀ ਹੋਣੀ ਹੈ ਨਾ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਕਤ ਪਾਏ, ਉਹ ਸ਼ਾਇਦ ਇਹਨਾਂ ਵਰਗੀਆਂ ਰੂਹਾਂ ਦੇ ਬਾਰੇ ਜ਼ਿਕਰ ਕਰਦੇ ਹੋਣਗੇ। ਇਹ ਇਹਨਾਂ ਦੀਆਂ ਚਰਨ ਧੂੜਾਂ ਜਿਹੜੀਆਂ ਨੇ ਇਹ ਮੱਥੇ ਲਾਉਣ ਨੂੰ ਜੀ ਕਰਦਾ ਜੀ। ਬਾਕੀ ਜੋ ਸੇਵਾ ਇਹ ਕਰ ਰਹੇ ਨੇ ਔਰ ਜਿਹੜੀ ਸੇਵਾ ਗੁਰੂ ਸਾਹਿਬ ਇਹਨਾਂ ਤੋਂ ਆਪ ਲੈ ਰਹੇ ਨੇ, ਉਹ ਆਦਮੀ ਵਾਕਈ ਆਪ ਨਹੀਂ ਕਰ ਸਕਦਾ, ਕਿਉਂਕਿ ਸੇਵਾ ਗੁਰੂ ਆਪ ਬਖਸ਼ਦਾ ਔਰ ਉਸ ਸੇਵਾ ਨੂੰ ਪੂਰਾ ਵੀ ਆਪ ਕਰਦਾ। ਜਿਵੇਂ ਇਹਨਾਂ ਨੇ ਆਪ ਕਿਹਾ ਨਾ ਕਿ ਜਦੋਂ ਇਹ ਸੋਚਦੇ ਨੇ ਕਿ ਮੈਨੂੰ ਇੱਕ ਗੱਡੀ ਚਾਹੀਦੀ ਹੈ ਜਾਂ ਮੈਂ ਅੱਜ ਖੀਰ ਖਵਾਣੀ ਹੈ, ਉਹ ਧਨ ਜਿਹੜਾ ਹੈ ਨਾ ਉਹ ਪੈਸਾ ਆਪ ਚੱਲਣ ਲੱਗ ਪੈਂਦਾ ਹੈ ਇਹਨਾਂ ਵਰਗੇ ਗੁਰਸਿੱਖਾਂ ਵੱਲ। ਇਹ ਮੈਂ ਆਪਣੀ ਜ਼ਿੰਦਗੀ ਦੇ ਤੇ ਮੈਂ ਐਸੇ ਕਿਸੇ ਆਪਣੇ ਮੇਰੇ ਐਕਸਪੀਰੀਅੰਸ ਨੇ ਕਿ ਮੈਂ ਬਿਆਨ ਨਹੀਂ ਕਰ ਸਕਦਾ। ਇਹ ਅੱਜ ਕੱਲ੍ਹ ਦੇ ਪਿਛਲੇ 1 ਮਹੀਨੇ ਦੇ ਵਿੱਚ ਹੀ ਐਸੇ ਐਕਸਪੀਰੀਅੰਸ ਨੇ ਕਿ ਜਦੋਂ ਗੁਰੂ ਸਾਹਿਬ ਨੇ ਸ਼ਬਦ ਬਖਸ਼ੇ ਔਰ ਮਤ ਬਖਸ਼ੀ ਕਿ ਆਪਣੀ ਕੌਮ ਦੇ ਪਾਠੀ ਰਾਗੀ ਢਾਡੀ ਸਿੰਘਾਂ ਦੀ ਕੋਈ ਸੇਵਾ ਕਰ ਸਕੀਏ, ਤੇ ਰਸਦ ਦੇ ਅੰਬਾਰ ਲੱਗ ਗਏ ਨੇ। ਅੰਬਾਰ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ। ਔਰ ਰਸਦ ਸੰਭਾਲਣੀ ਔਖੀ ਹੋ ਗਈ ਹੈ ਕਿ ਜਿਵੇਂ ਦਿੱਲੀ ਲੰਗਰ ਸੇਵਾ ਸੁਸਾਇਟੀ ਵੀ ਨਾਲ ਜੁੜੀ, ਹੋਰ ਐਸੇ ਪ੍ਰੇਮੀ ਜੁੜੇ ਨੇ ਕਿ ਰੋਜ਼ ਦੇ ਕਿੰਨੇ ਹੀ ਪਰਿਵਾਰਾਂ ਨੂੰ ਰਸਦ ਜਾ ਰਹੀ ਹੈ ਔਰ ਐਵੇਂ ਲੱਗਦਾ ਹੈ ਕਿ ਥੋੜੀ ਨਹੀਂ ਰਹੀ, ਪਤਾ ਨਹੀਂ ਕਿੱਥੋਂ ਆਈ ਜਾ ਰਹੀ ਹੈ, ਕਿਵੇਂ ਹੋ ਰਹੀ ਹੈ। ਔਰ ਭਾਈ ਸਾਹਿਬ ਔਰ ਜਿਵੇਂ ਸਾਰਿਆਂ ਨੇ ਜ਼ਿਕਰ ਹੈ ਕਿ ਗੁਰੂ ਨਾਨਕ ਸਾਹਿਬ ਦੇ 20 ਰੁਪਏ ਦੀ ਗੱਲ ਜਦੋਂ ਆਉਂਦੀ ਹੈ, ਐਕਚੁਅਲੀ 20 ਰੁਪਏ ਦੀ ਗੱਲ ਜਿਹੜੀ ਹੈ ਉਹ ਖਾਲੀ ਸਿਰਫ ਸਾਧੂਆਂ ਨੂੰ ਲੰਗਰ ਨਹੀਂ ਸੀ ਛਕਾਇਆ ਗਿਆ, ਉਹਦੇ ਵਿੱਚੋਂ 20 ਰੁਪਏ ਦੀ ਬੜੀ ਕੀਮਤ ਸੀ, ਉਹਨਾਂ ਨੂੰ ਭੇਜਿਆ ਗਿਆ ਸੀ ਕਿ ਜੇ ਤੁਸੀਂ ਉਹਨਾਂ ਤੋਂ ਮੰਗਦੇ ਹੋ ਜਿਹੜੇ ਆਪ ਪਰਿਵਾਰਿਕ ਹੀ ਤੁਹਾਨੂੰ ਖਾਣਾ ਖਵਾ ਰਿਹਾ, ਤੇ ਤੁਸੀਂ ਆਪਣੇ ਗ੍ਰਸਤ ਦੇ ਵਿੱਚ ਵਾਪਸ ਜਾਓ, ਇਹ ਪੈਸੇ ਵੀ ਨਾਲ ਲੈ ਕੇ ਜਾਓ। ਬਾਹਰ ਨਾ ਸੇਵਾ ਤੇ ਬਿਲਕੁਲ ਹੈ ਜੋ ਬਾਬਾ ਭਾਈ ਸਾਹਿਬ ਕਰ ਰਹੇ ਨੇ ਜਾਂ ਮਨਮੀਤ ਸਿੰਘ ਜੀ ਜੋ ਅਜੀਤ ਜੀ ਨੇ, ਇਹ ਸਾਰੇ ਬੜੇ ਗੁਰੂ ਪਿਆਰੇ ਸੋਲਸ ਹੈਗੀਆਂ ਨੇ। ਤੇ ਸਾਨੂੰ ਜਿਹਨੂੰ ਵੀ ਅਸੀਂ ਲੰਗਰ ਛਕਾ ਰਹੇ ਹਾਂ, ਸਾਨੂੰ ਉਹਨੂੰ ਪ੍ਰੇਰਿਤ ਵੀ ਕਰਨਾ ਚਾਹੀਦਾ ਹੈ ਕਿ ਉੱਥੇ ਕੰਮ ਕਰ। ਔਰ ਬੜੀ ਸਾਰੀਆਂ ਅਸੀਂ ਵੀ ਇੱਥੇ ਯੋਜਨਾਵਾਂ ਕਰ ਰਹੇ ਹਾਂ ਆਪਣੀਆਂ ਕੌਮਾਂ ਵਾਸਤੇ ਕਿ ਅਸੀਂ ਕਰ ਸਕੀਏ। ਬਾਕੀ ਬੌਬ ਨੂੰ ਮੈਂ ਇੱਕ ਬੇਨਤੀ ਹੈ ਮੇਰੀ, ਸਵਾਲ ਤੇ ਪੁੱਛਣ ਦੀ ਮੇਰੀ ਵਕਤ ਹੀ ਕੋਈ ਨਹੀਂ। ਤੇ ਇਹ ਜਦੋਂ ਇਸ ਸੇਵਾ ਦਾ ਤੁਹਾਡੇ ਅੰਦਰ ਆਉਂਦਾ ਔਰ ਤੁਸੀਂ ਬਹੁਤ ਸੋਹਣਾ ਕੀਤਾ ਕਿ ਬੱਚਿਆਂ ਨੂੰ ਜੋੜਿਆ, ਬੱਚਿਆਂ ਦੇ ਨਾਲ ਉਹਨਾਂ ਦੇ ਪਰਿਵਾਰ ਜੁੜ ਗਏ, ਕਿੰਨੀ ਪੋਜ਼ਿਟਿਵ ਵਾਈਬ੍ਰੇਸ਼ਨਸ ਜੁੜ ਗਈਆਂ। ਲੇਕਿਨ ਜਿਹੜੇ ਲੋਕ ਜਦੋਂ ਦੂਰੋਂ ਆਉਂਦੇ ਨੇ
ਉਹ ਤੁਹਾਨੂੰ ਕੰਟੈਕਟ ਗੁਰਦੁਆਰੇ ਜਾਂ ਇੱਥੋਂ ਹੀ ਕਰਦੇ ਨੇ, ਜਾਂ ਹੋਰ ਵੀ ਕਿਧਰੋਂ ਉਹਨਾਂ ਨੂੰ ਕੰਟੈਕਟ ਮਿਲਦਾ ਹੈ ਕਿ ਵੀ ਇਹ ਬੌਬੀ ਜੀ ਨੇ, ਸਾਨੂੰ ਇਹਨਾਂ ਤੋਂ ਮਦਦ ਮਿਲ ਜਾਏਗੀ ਜਾਂ ਮਿਲਣੀ ਚਾਹੀਦੀ ਹੈ, ਜਾਂ ਉੱਥੇ ਆ ਕੇ ਪਤਾ ਲੱਗਦਾ ਹੈ ਇਹ? ਜਾਂ ਹੁਣ ਇੰਨੇ ਬੌਬੀ ਜੀ ਮਸ਼ਹੂਰ ਹੋ ਚੁੱਕੇ ਨੇ ਕਿ ਵੀ ਲੋਕਾਂ ਨੂੰ ਪਤਾ ਹੈ ਕਿ ਗੂਗਲ ਦੀ ਤਰ੍ਹਾਂ ਬੌਬੀ ਜੀ ਸ਼ਿਮਲੇ ਦੇ ਸੇਵਕ ਨੇ, ਤੇ ਇਹ ਕਿਸ ਤਰ੍ਹਾਂ ਹੁੰਦਾ ਹੈ ਵੀ ਫਿਰ ਤੁਸੀਂ ਆਪ ਪਰਸਨਲੀ ਵੀ ਇਹਨਾਂ ਨੂੰ ਜਾ ਕੇ ਸਵੇਰੇ ਮਿਲਦੇ ਹੋ, ਇਹਨਾਂ ਨਾਲ ਗੱਲਾਂ ਕਰਦੇ ਹੋ, ਜਾਂ ਕਿਸ ਤਰ੍ਹਾਂ ਤੁਹਾਡਾ ਸਾਰੇ ਦਿਨਚਰਿਆ ਜਿਹੜੀ ਹੈ? ਥੋੜੀ ਜਿਹੀ ਉਹਦੇ ਬਾਰੇ ਵੀ ਦੱਸੋ, ਕਿਉਂਕਿ ਸ਼ਿਮਲੇ ਦਾ ਮੇਰੇ ਆਪਣੇ ਬੜੇ ਕਮਾਲ ਦੇ ਐਕਸਪੀਰੀਅੰਸ ਨੇ। 2007 ਦੇ ਵਿੱਚ ਮੈਂ ਉੱਥੇ ਸੀਗਾ, ਔਰ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਗੁਰੂ ਸਾਹਿਬ ਦੇ ਐਸੇ ਕਮਾਲ ਹੁੰਦੇ ਨੇ ਕਿ ਮੈਂ ਬਿਆਨ ਨਹੀਂ ਕਰ ਸਕਦਾ। ਲੇਕਿਨ ਐਨੀਵੇ ਉਹ ਕਿੱਸਾ ਕਦੀ ਤੁਹਾਨੂੰ ਪਰਸਨਲੀ ਸ਼ੇਅਰ ਕਰਾਂਗੇ। ਤੇ ਬੌਬੀ ਜੀ ਥੋੜਾ ਜਿਹਾ ਇਹਦੇ ਬਾਰੇ ਚਾਨਣਾ ਪਾਓ ਕਿ ਜਦੋਂ ਤੁਸੀਂ ਇਹਨਾਂ ਸਾਰਿਆਂ ਨੂੰ ਮਿਲਦੇ ਹੋ ਤੇ ਫਿਰ ਕਿਵੇਂ, ਕੀ ਮਾਹੌਲ ਹੁੰਦਾ ਹੈ, ਕੀ ਸੋਚ ਹੁੰਦੀ ਹੈ, ਕੀ ਹੁੰਦਾ ਹੈ? ਸਭ ਤੋਂ ਪਹਿਲੇ ਤਾਂ ਵੀਰ ਜੀ ਮੈਂ ਦੱਸ ਦਵਾਂ ਕਿ ਇਹ ਸਾਰਾ ਕੁਝ ਜੋ ਅਸੀਂ ਕਰ ਰਹੇ ਹੁੰਦੇ ਆ ਨਾ ਜੀ, ਇਹ ਅਸੀਂ ਆਪ ਨਹੀਂ ਕਰ ਰਹੇ ਹੁੰਦੇ, ਸਾਡੇ ਕੋਲ ਗੁਰੂ ਪਾਤਸ਼ਾਹ ਕਰਾ ਰਿਹਾ ਹੁੰਦਾ। ਬਿਲਕੁਲ। ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਅਗਰ ਕੋਈ ਅੱਛਾ ਕੰਮ ਸ਼ੁਰੂ ਕੀਤਾ ਤੇ ਤੁਹਾਡੇ ਕੋਲ ਰਸਦ ਪਹੁੰਚਣੀ ਸ਼ੁਰੂ ਹੋ ਗਈ। ਜੀ ਜੀ। ਤੇ ਮੈਂ ਇੱਕ ਬਲੱਡ ਦਾ ਜ਼ਿਕਰ ਕਰਾਂ, ਜਦ ਮੈਂ ਬਲੱਡ ਡੋਨੇਸ਼ਨ ਕੈਂਪ ਲਗਾਉਂਦਾ ਜਾਂ ਹੁਣ ਵੀ ਜਦ ਮੇਰੇ ਕੋਲ ਬਲੱਡ ਦੀ ਕਾਲ ਆਂਦੀ ਹੈ, ਤਾਂ ਇੱਕ ਸਤਿਗੁਰਾਂ ਦਾ ਨਾ ਬੜਾ ਇੱਕ ਕਮਾਲ ਦਾ ਮੈਂ ਇੱਕ ਦੇਖਿਆ ਸਿਸਟਮ ਜਿਹੜਾ ਸਤਿਗੁਰਾਂ ਨੂੰ ਮਨਜ਼ੂਰ ਹੈ। ਕਿਉਂਕਿ ਜਦ ਵੀ ਮੈਂ ਆਪਣੀ ਲਾਈਫ ਵੱਲ ਵੀ ਝਾਤੀ ਮਾਰਦਾ ਤੇ ਮੈਂ ਦੇਖਦਾ ਕਿ ਜਦ ਕੋਈ ਕੰਮ ਹੋਣਾ ਹੁੰਦਾ ਤੇ ਸਕਿੰਟਾਂ 'ਚ ਹੋ ਜਾਂਦਾ, ਤੇ ਜਿਹਦਾ ਕੰਮ ਹੋਣਾ ਹੁੰਦਾ ਉਹ ਸਕਿੰਟਾਂ 'ਚ ਹੋ ਜਾਂਦਾ, ਤੇ ਜਿਹੜਾ ਕੰਮ ਨਹੀਂ ਹੋਣਾ ਹੁੰਦਾ ਉਹ ਲੱਖ ਪ੍ਰਯਤਨ ਕਰ ਲੋ ਨਹੀਂ ਹੋਣਾ ਹੁੰਦਾ। ਅੱਜ ਕੱਲ ਸਾਡੇ ਕੋਲ ਨਾ ਸ਼ਿਮਲਾ 'ਚ ਬਲੱਡ ਦੀ ਬੜੀ ਕਮੀ ਹੈ, A ਪੋਜ਼ਿਟਿਵ, AB ਪੋਜ਼ਿਟਿਵ ਤੇ ਨੈਗੇਟਿਵ ਬਲੱਡ ਗਰੁੱਪਸ ਦੀ। ਤੇ ਮੈਂ ਰੋਜ਼ ਆਪਣੇ ਫੇਸਬੁੱਕ ਅਕਾਊਂਟ, ਜਿਹੜਾ ਮੇਰਾ ਫੇਸਬੁੱਕ ਅਕਾਊਂਟ ਹੈ ਸਰਬਜੀਤ ਸਿੰਘ ਬੌਬੀ, ਮੈਂ ਅਕਸਰ ਬਲੱਡ ਕੈਂਪਾਂ ਦਾ ਜ਼ਿਕਰ ਕਰ ਰਿਹਾ। ਤੇ ਰੋਜ਼ ਨਾ ਮੈਨੂੰ ਕਾਲਾਂ ਵੀ ਆਉਂਦੀਆਂ ਨੇ, 10-12 ਕਾਲਾਂ ਬਲੱਡ ਦੀਆਂ ਆ ਜਾਂਦੀਆਂ ਨੇ, ਜਾਂ ਕੁਝ ਹੋਰ ਕੰਮਾਂ ਦੀ ਵੀ ਆ ਜਾਂਦੀਆਂ ਨੇ। ਤੇ ਜਿਨ੍ਹਾਂ ਦਾ ਕੰਮ ਹੋਣਾ ਹੁੰਦਾ ਨਾ ਵੀ ਜੀ, ਤੁਸੀਂ ਸੱਚ ਜਾਣਦਾ, ਉਹ ਕਾਲ ਬਾਅਦ ਚੋਂ ਕਰਦੇ ਨੇ ਤੇ ਡੋਨਰ ਮੇਰੇ ਕੋਲੋਂ ਪਹਿਲੇ ਖੜਾ ਹੁੰਦਾ। ਮੈਨੂੰ ਇਹ ਨਹੀਂ ਪਤਾ ਕਿ ਵਾਟ ਇਜ਼ ਲਾਅ ਆਫ ਨੇਚਰ, ਪਰ ਸਤਿਗੁਰਾਂ ਦੇ ਨਾ ਕੁਝ ਲਾਅ ਹੈਗੇ ਨੇ। ਮੈਂ ਹੁਣੇ ਤੁਹਾਡੇ ਨਾਲ ਗੱਲ ਕਰ ਹੀ ਰਿਹਾ ਸੀ ਤੇ ਵਿੱਚ ਮੇਰਾ ਨਾ ਦੂਜਾ ਫੋਨ ਵੱਜ ਰਿਹਾ ਸੀ ਜਿਹੜਾ ਮੇਰੇ ਕੋਲ ਹੈ, ਤੇ ਇੱਕ ਥੈਲੇਸੀਮੀਆ ਵਾਲੇ ਬੱਚੇ ਦੀ ਕਾਲ ਆ ਰਹੀ ਸੀ। ਮੈਂ ਫੋਨ ਵੈਸੇ ਚੁੱਕਣਾ ਨਹੀਂ ਸੀ, ਮੈਂ ਉਸਨੂੰ ਹੁਣੇ ਮੈਸੇਜ ਵੀ ਕਰ ਦਿੱਤਾ, ਨਾਲ ਉਸਨੂੰ ਐਂਬੂਲੈਂਸ ਨਹੀਂ ਮਿਲ ਰਹੀ ਸੀ। ਤੇ ਉਹ ਕਹਿ ਰਹੀ ਸੀ ਕਿ ਡਰਾਈਵਰ ਸਾਡਾ ਫੋਨ ਚੁੱਕ ਨਹੀਂ ਰਿਹਾ, ਜਾਂ ਜਦੋਂ ਜਿੱਥੇ ਵੀ ਬਿਜ਼ੀ ਹੋਏਗਾ। ਤੇ ਮੈਂ ਦੂਜੇ ਡਰਾਈਵਰ ਦਾ ਉਸਨੂੰ ਮੈਂ ਨੰਬਰ ਦੇ ਦਿੱਤਾ। ਮੀਨਸ ਉਹਦਾ ਕੰਮ ਹੋਣਾ ਸੀ ਤੇ ਉਹ ਕੰਟੈਕਟ ਬਣ ਗਿਆ, ਜ਼ਰੀਆ ਬਣ ਗਿਆ। ਇਦਾਂ ਹੀ ਜਦ ਮੈਂ ਉਹ ਲੰਗਰ ਦੀ ਸੇਵਾ ਸ਼ੁਰੂ ਕਰਨੀ ਸੀ ਨਾ ਕੈਂਸਰ ਹਸਪੀਟਲ ਵਿੱਚ, ਤਾਂ ਮੈਂ ਬੜੇ ਪ੍ਰਯਤਨ ਕੀਤੇ, ਲੇਕਿਨ ਮੈਂ ਕੈਂਸਰ ਹਸਪੀਟਲ ਵਿੱਚ ਨਹੀਂ ਲੰਗਰ ਲਾਣਾ ਚਾਹੁੰਦਾ ਸੀ, ਮੈਂ ਮੇਨ ਮੈਡੀਕਲ ਕਾਲਜ ਵਿੱਚ ਲੰਗਰ ਲਾਣਾ ਚਾਹੁੰਦਾ ਸੀ। ਜਿਹੜਾ ਮੈਡੀਕਲ ਕਾਲਜ ਹੈ, ਇੰਦਰਾ ਗਾਂਧੀ ਮੈਡੀਕਲ ਕਾਲਜ ਕਹਿੰਦੇ ਨੇ ਉਸਨੂੰ, IGMC। ਤੇ ਮੈਨੂੰ ਲਗਭਗ 6-8 ਮਹੀਨੇ ਲੱਗੇ ਉਹਦੀ ਪਰਮਿਸ਼ਨ ਲੈ ਲਈ। ਉਹ ਅਲੱਗ ਸਟੋਰੀ ਹੈ। ਤੁਸੀਂ ਅਗਰ YouTube ਜਾਂ Google ਤੇ ਜਾ ਕੇ ਮੇਰਾ ਨਾਮ ਸਰਚ ਕਰੋਗੇ ਸਰਬਜੀਤ ਸਿੰਘ ਬੌਬੀ, ਤਾਂ ਉਹ ਮੇਰੀ ਟਾਕਸ ਵੀ ਮਿਲ ਜਾਣਗੀ ਕਿ ਕਿੱਦਾਂ ਉਹ ਜਗ੍ਹਾ ਮੈਨੂੰ ਮਿਲੀ, ਕਿੱਦਾਂ ਲੜਾਈਆਂ ਹੋਈਆਂ। ਲੇਕਿਨ ਹੁਣ 6 ਸਾਲਾਂ ਬਾਅਦ ਮੈਨੂੰ ਸਮਝ ਆਉਂਦੀ ਹੈ ਕਿ ਮੈਨੂੰ ਕੈਂਸਰ ਹਸਪਤਾਲ ਦੀ ਜਗ੍ਹਾ ਹੀ ਕਿਉਂ ਮਿਲੀ, ਕਿਉਂਕਿ ਸਤਿਗੁਰਾਂ ਨੇ ਨਾ ਆਪਣੇ ਕੰਮ ਆਪ ਕਰਵਾਣੇ ਹੁੰਦੇ ਨੇ। ਤਾਂ ਮੈਂ ਇੱਕ ਗੱਲ ਹੋਰ ਸਮਝਿਆ ਕਿ ਜਦ ਸਤਿਗੁਰਾਂ ਨੇ ਆਪਣੇ ਕੰਮ ਆਪ ਕਰਾਣੇ ਹੁੰਦੇ ਤਾਂ ਰਸਤੇ ਵੀ ਉਹ ਆਪ ਦੱਸਦਾ ਕਿ ਕਿਹੜਾ ਕੰਮ ਹੁਣ ਤੂੰ ਕਿੱਦਾਂ ਲੈਣਾ। ਕਿਉਂਕਿ ਤੁਸੀਂ ਅਰਦਾਸ ਕਰਦੇ ਹੋ ਨਾ ਜਦ ਸਤਿਗੁਰਾਂ ਦੇ ਅੱਗੇ ਕਿ ਮੈਂ ਸੇਵਾ ਕਰਨੀ ਹੈ, ਮੈਨੂੰ ਸਿੱਧਾ ਰਸਤਾ ਦੱਸੋ, ਤਾਂ ਉਹ ਆਪਣੇ ਆਪ ਤੁਹਾਡਾ ਟਰੈਕ GPS ਤੁਹਾਡਾ ਔਨ ਕਰ ਦਿੰਦਾ, ਬਾਂਹ ਫੜ ਕੇ ਲੈ ਜਾਂਦਾ ਨੇ। ਉਹ ਇਦਾਂ ਦੇ ਰਸਤਿਆਂ ਚੋਂ ਲੈ ਜਾਂਦਾ ਜਿਹੜੇ ਸ਼ਾਰਟਕਟ ਤਾਂ ਨਹੀਂ ਹੁੰਦੇ, ਲੇਕਿਨ ਇੰਨਾ ਹੀ ਕਮਾਲ ਦੇ ਹੁੰਦੇ ਨੇ ਕਿ ਤੁਹਾਨੂੰ ਐਕਸਪੀਰੀਅੰਸ ਮਿਲਦੇ ਜਾਂਦੇ ਨੇ। ਤੇ ਮੈਂ ਇਹਨੂੰ ਨਾ ਆਪਣੀ ਭਾਸ਼ਾ 'ਚ ਸਮੈਸਟਰ ਦਾ ਰੂਪ ਦਿੱਤਾ। ਜਿੱਦਾਂ ਹੀ ਤੁਸੀਂ ਇੱਕ ਸਮੈਸਟਰ ਕਲੀਅਰ ਕਰਦੇ ਹੋ ਨਾ, ਪਰਮਾਤਮਾ ਤੁਹਾਡਾ ਕੈਲੀਬਰ ਚੈੱਕ ਕਰਕੇ ਤੁਹਾਨੂੰ ਅਗਲੀ ਕਲਾਸ ਵਿੱਚ ਪਾ ਦਿੰਦਾ। ਜਦ ਮੈਂ ਬਲੱਡ ਡੋਨੇਸ਼ਨ ਕੈਂਪ ਲਗਾਉਂਦਾ ਸੀ ਨਾ, ਤੇ ਉਹਨੇ ਮੇਰੀ ਸਮੈਸਟਰ ਤੋਂ ਪ੍ਰਮੋਸ਼ਨ ਕਰਤੀ, ਡੈਡ ਬੋਡੀ ਵੈਨ ਦੀ ਸੇਵਾ ਦਿੱਤੀ। ਉਹ ਜਦ ਡੈਡ ਬੋਡੀ ਵੈਨ ਦੀ ਸੇਵਾ ਕਰਦਿਆਂ 12 ਸਾਲ ਹੋ ਗਏ, ਉਹ ਸਮੈਸਟਰ ਕਲੀਅਰ ਹੋਇਆ 12 ਸਾਲਾਂ 'ਚ, ਤੇ 2014 'ਚ ਲੰਗਰ ਦੀ ਸੇਵਾ ਦਿੱਤੀ। ਹੁਣ ਮੈਨੂੰ ਨਹੀਂ ਪਤਾ ਮੇਰਾ ਕੋਰਸ ਕਦ ਖਤਮ ਹੋਣਾ, 2020 'ਚ ਕੀ ਪਤਾ ਮੈਨੂੰ ਕਹੇ ਕਿ ਲੈ ਫੜ ਤੂੰ ਡਿਗਰੀ, ਹੁਣ ਤੂੰ ਘਰ ਬੈਠ ਜਾ, ਹੁਣ ਕਿਸੇ ਹੋਰ ਨੂੰ ਪੜ੍ਹਾਈ ਦਾ ਮੌਕਾ ਦੇ ਦੇ। ਇਹ ਸਤਿਗੁਰਾਂ ਦੀ ਸਾਰਿਆਂ ਦੀ ਬਖਸ਼ਿਸ਼ ਹੁੰਦੀ ਹੈ, ਲੇਕਿਨ ਸਾਰਿਆਂ ਤੇ ਹੁੰਦੀ ਹੈ, ਸਾਰਿਆਂ 'ਚ ਉਹ ਮਾਦਾ ਮੌਜੂਦ ਹੈ
क्योंकि what one can do another can do। हमेशा एक गल वीर जी याद रखना, जो सरबजीत सिंह बॉबी कर सकता है ना, वो तुसी भी कर सकते हो। कोई मेरे अंदर सुरखाब दे पर नहीं लगे कि मैं वो कर लिता। परमात्मा सारियां नू मौका दिंदा है, सारियां नू दिमाग दिता है। कुछ लोग सिर्फ डरदे रह जाते ने। मैं भी हजे बड़े होर काम करना ही चाहना, लेकिन हजे मन्नू राह नहीं मिल रही। लेकिन इहदा मतलब ये नहीं कि मैं कोशिश नहीं कर रहा। सानू ना कोशिश नहीं छड्डनी जद भी कोई अच्छा काम सानू अगे दिख रहा है कि करना, क्योंकि स्टार्टिंग दी मुश्किलां बहुत ज्यादा आणगियां। और सब तो पहले तुहाडे अपने घरों दी शुरू होणगियां मुश्किलां। सब तो पहले तो तुहाडे अपने घर दे किंतु परंतु करनगे, फिर तुहाडे आस पास दे लोग करनगे। यार ये बॉबी किदां कर सकदा, ये तां इदां, ये तां इदां। क्योंकि साडी आदत है, ह्यूमन नेचर बन चुकी है। ह्यूमन नेचर इस रूप विच कि एक कर क्यों रहा है। अक्सर मन्नू कहंदे सन ये डेड बॉडी वैन चलांदा क्यों है। इस कोल 20 अपने मुंडे दुकान ते काम करदे ने, 5-7 हज़ार दा ड्राइवर ये रख सकदा। ये 20 मुंडे अपनी दुकान ते रखे ने, लेकिन डेड बॉडी वैन दी सेवा आप क्यों करदा। कोई तां गल है। हुण मैं की दस्सां कि किहड़ी गल सी, वो किहड़ा दिमाग दा पेच ढिल्ला सी जिहड़ी मैं सेवा कर रहा सी। सतगुरां दी जिहड़ी बख्शिश सी ना, वो बयान नहीं कीती जा सकदी। वो अपनी सेवा आप लैंदा, लेकिन सारियां च वो मादा मंजूर है, मौजूद है कि वो परमात्मा सारियां नू वो बख्शिश दिंदा है। ते तुहाडे ते कि तुसी अपना भांडा किन्ना खोल के रखे। कोई होर क्वेश्चन भी जी? जी एक सवाल आया वे कि एक वीर जी ने सवाल पूछा है कि शुरुआत में जदों आप हॉस्पिटल गए सेवा करने वास्ते तो आपनों किहड़ियां मुश्किलों का सामना करना पिया। वीर जी सब तो पहले तो मैनू सरकारी महकमिਆਂ नू कन्विंस करना बड़ा मुश्किल होया, हॉस्पिटल अथॉरिटीज नू, फिर सरकार नू, प्रशासन नू। क्योंकि शिमला स्टेट कैपिटल है, वो गवर्नमेंट हॉस्पिटल है, मैडिकल कॉलेज। तो मैं हॉस्पिटल जब गया कि जी मैं इत्थे चाह दी सेवा करना चाहना, तो उन्होंने सब तो पहले तो यही लग्या कि ये करना की चाहता, दुकान खोलना चाहता इत्थे भी, क्योंकि सारा शहर जानदा सी। लेकिन उन्होंने समझांदियां इतना टाइम लग गया कि जी मैं मुफ्त दी चाह देंगा, चाह दे नाल बिस्किट भी देवांगा। चलो तुसी फंड कित्थों दिओगे जी, तुहानू पिछों दी फाइनांस कित्थों दी आएगा। अगर असी तुहानू जगह दे दी, तुसी उत्थे कुछ बेचना तो नहीं शुरू कर दोगे। उन्होंने कन्विंस किया, जब सैकटरी कोल गए, वो कहन लगे उन्होंने दे कई किंतु परंतु। लेकिन इसका मतलब ये नहीं कि हुण वो सारे किंतु परंतु खत्म हो गए ने। हुण भी मैं एक कैंसर के मरीजों लई छोटी जी धर्मशाला बना रहा, जिस विच हुण भी मैनू बड़ी सारी मुश्किलां आ रही ने। उन्होंने लगता अगर वो धर्मशाला बन गई तो कित्थे कोई पॉलिटिक्स विच ना चला जाए आदमी, क्योंकि शिमला छोटा शहर है, कोई पॉलिटिक्स की गेम तो नहीं है। सारियां दे जवाब मैं नहीं दे सकता, लेकिन सतगुरां ने जितना दिमाग दिता मैं वो सेवा करी जा रहा। उन्होंने लगता मैं पॉलिटिक्स करनी है, तुहाडे अनुसार हो सकता है ठीक होए। उन्होंने लगता है लंगर चलाने दे पीछे कोई होर मकसद है, हो सकता है तुहाडी सोच ठीक है। मन्नू सेवा समझ आती है, मन्नू भुखे नजर आते ने, मन्नू लॉकडाउन विच भी लंगर चलाना है, चढ़दी कला च चलाना है, मन्नू वो समझ आता है। विजय एक सवाल आया है कि तुसी बाय नेचर बहुत ही शांत हो और सेवा करन विच तुहानू अपने परिवार नाल आवाज नहीं आ रही बीच एक्सपेंड करने का मौका मिलता है या सारी आवाज नहीं आ रही तुहाडी। आवाज नहीं आ रही बीजी। वाहिगुरु जी क्वेश्चन मैं पूछ लेना जी। शायद हाँ जी कुछ जी। नेटवर्क दी प्रॉब्लम है कि ये क्वेश्चन है जी, हाउ डू यू कीप बैलेंस एंड रिमेन काम इन योर लाइफ।
ਆਪ ਜੀ ਕਿਵੇਂ ਕਾਮ ਘਰ ਵੀ ਰਹਿੰਦੇ ਹੋ? ਵੇਖਣਾ ਹੈ, ਪਰਿਵਾਰ I try to समाज keep की calm, but hello, ਹਾਂਜੀ ਹਾਂਜੀ ਵੀ ਜੀ, ਪਲੀਜ਼ ਕੰਟੀਨਿਊ। ਹਾਂਜੀ ਵੀ ਜੀ, ਜੋ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਬੈਲੈਂਸ ਕਿੱਦਾਂ ਕਰਦਾ, ਕੰਮ ਕਿੱਦਾਂ ਰਹਿੰਦਾ, ਐਸਾ ਜ਼ਰੂਰੀ ਨਹੀਂ ਹੈ ਕਿ ਮੈਂ ਜੋ ਹੁਣੇ ਤੁਹਾਨੂੰ ਦਿਖ ਰਿਹਾ ਮੈਂ ਬਿਲਕੁਲ ਐਸ ਸੱਚ ਇਦਾਂ ਹੀ ਆ। ਕਾਮ ਰਹਿਣ ਦੀ ਕੋਸ਼ਿਸ਼ ਕਰਦਾ ਵੀ ਜੀ, ਕਿਉਂਕਿ ਸਾਡੇ ਸਾਰੇ ਹਿਊਮਨਸ ਵਿੱਚ ਕੋਈ ਨਾ ਕੋਈ ਐਰਰ ਹੁੰਦਾ ਹੈ। ਤੇ ਮੈਂ ਅਕਸਰ ਇਹ ਵੀ ਗੱਲ ਕਰਨਾ ਕਿ ਮੇਰੇ ਨਾਲ ਕੋਈ ਨਾ ਜੁੜੋ, ਕਾਜ਼ ਨਾਲ ਜੁੜੋ, ਕਿਉਂਕਿ ਸਰਬਜੀਤ ਸਿੰਘ ਬੌਬੀ ਦੇ ਅੰਦਰ ਹੋ ਸਕਦਾ ਹੈ ਬਹੁਤ ਸਾਰੀਆਂ ਕਮੀਆਂ ਹੋਣ, ਲੇਕਿਨ ਉਹ ਕਾਜ਼ ਬੜਾ ਉੱਚਾ ਹੈ, ਕਾਜ਼ ਬੜਾ ਵਧੀਆ ਹੈ, ਕਾਜ਼ ਲੋਕਾਂ ਦੀ ਹੈਲਪ ਕਰਦਾ ਹੈ। ਰਹੀ ਗੱਲ ਫੈਮਿਲੀ ਦੀ, ਉਹ ਹਮੇਸ਼ਾ ਤੋਂ ਹੀ ਸਪੋਰਟਿਵ ਹੈ। ਮੇਰੇ 2 ਬੇਟੇ ਨੇ ਤੇ ਮੇਰੀ ਵਾਈਫ ਹੈ। ਮਦਰ ਫਾਦਰ ਹੁਣ ਹੈ ਨਹੀਂ, ਲੇਕਿਨ ਜਦ ਉਹ ਹੁੰਦੇ ਸੀ ਥੋੜਾ ਜਿਹਾ ਤਾਂ ਡਾਂਟਦੇ ਸਨ ਕਿ ਤੂੰ ਇਹ ਕਿਹੜੇ ਵੇਲੇ ਕੰਮ ਕਰਨਾ, ਕਿਉਂਕਿ ਇੱਕ ਨਾਮ ਮੇਰਾ ਵੇਲਾ ਬੌਬੀ ਵੀ ਹੈ। ਤੁਸੀਂ ਅਗਰ ਗੂਗਲ ਤੇ ਮੇਰਾ ਪੂਰਾ ਨਾਮ ਨਹੀਂ ਸਰਚ ਕਰੋਗੇ ਸਰਬਜੀਤ ਸਿੰਘ ਬੌਬੀ, ਤੇ ਅਗਰ ਵੇਲਾ ਵੀ ਪਾ ਦੋਗੇ ਤੇ YouTube ਤੇ ਗੂਗਲ ਤੇ ਮੇਰੀ ਸਾਰੀ ਟਾਕਸ ਆ ਜਾਣਗੀਆਂ। ਅਗਰ ਵੇਲਾ ਵੀ ਲਿਖ ਕੇ ਪਾ ਦੋਗੇ ਤੇ ਤਾਂ ਵੀ ਉਹ ਸਾਰੀਆਂ ਆ ਜਾਣਗੀਆਂ। You have to keep balance between your profession and your passion. The work I am doing is my passion. It is not my profession. ਤੇ ਮੈਂ ਆਪਣੇ ਪੈਸ਼ਨ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ, ਲੇਕਿਨ ਹੁਣ ਮੇਰਾ ਪਰਿਵਾਰ ਵੀ ਮੇਰਾ ਸਾਥ ਦਿੰਦਾ ਹੈ, ਕਿਉਂਕਿ ਪ੍ਰੋਫੈਸ਼ਨ ਮੇਰਾ ਐਸਟੈਬਲਿਸ਼ਡ ਹੈ, ਪੈਸ਼ਨ ਮੇਰਾ ਹਜੇ ਵੀ ਅਧੂਰਾ ਹੈ। ਮੈਂ ਹਜੇ ਵੀ ਬਹੁਤ ਸਾਰੇ ਐਸੇ ਕੰਮ ਉਡੀਕ ਰਿਹਾ। ਲੋਕਡਾਊਨ ਦੇ ਦੌਰਾਨ ਮੈਂ 2-3 ਹੋਰ ਨਵੇਂ ਕੰਮ ਸੋਚੇ ਨੇ, ਜੋ ਲੋਕਡਾਊਨ ਠੀਕ ਹੋਣ ਤੋਂ ਬਾਅਦ ਅਗਲੇ ਸਾਲ ਮੈਂ ਮਾਨਵਤਾ ਦੀ ਸੇਵਾ ਲਈ ਕਰਾਂਗਾ। ਗ੍ਰੇਟ ਵੀਰ ਜੀ, ਆਪ ਜੀ ਦੇ ਹਿਸਾਬ ਨਾਲ ਜੋ ਆਉਣ ਵਾਲੇ ਸਿੱਖ ਕੌਮ ਦੇ ਬੱਚੇ ਨੇ, ਜਾਂ ਮੈਂ ਕਹਾਂ ਇਨਸਾਨੀਅਤ ਦੇ ਨਾਤੇ ਬੱਚਿਆਂ ਵਾਸਤੇ ਆਪ ਜੀ ਦਾ ਕੀ ਮੈਸੇਜ ਰਹੇਗਾ? ਬੱਚਿਆਂ ਲਈ ਮੇਰਾ ਇਹੀ ਮੈਸੇਜ ਹੈ ਕਿ ਉਹਨਾਂ ਦੇ ਸਾਹਮਣੇ ਤੁਸੀਂ ਆਈਡੀਅਲ ਪਰਸਨੈਲਿਟੀ ਆਪ ਬਣੋ। ਉਹਨਾਂ ਨੂੰ ਟੀਚਿੰਗਸ ਗੁਰੂ ਦੀਆਂ ਦੇਣੀਆਂ ਨੇ, ਪਾਠ ਕਰਵਾਉਣਾ ਹੈ, ਗੁਰਦੁਆਰੇ ਲੈ ਕੇ ਜਾਣਾ ਹੈ। लेकिन अक्सर बच्चे कहते ने गुरुद्वारे आए हैं, यहाँ मत्था टेक लिया है, पालकी के पीछे भी मत्था टेक लिया है, अब क्या करना है, लंगर खा के घर जाना है। उन्हां नू सेवा दे तरीके समझाओ, उन्हां नू किसी ऐसी जगह लैके जाओ जिथे वो सेवा सीख सकन। शेयरिंग एक बड़ी अच्छी हैबिट है। तुसी अपने बच्चे नू जद भी स्कूल भेज दो, कुछ भी एक्स्ट्रा उसदे कोल भेजो, भावें एक पेंसिल एक्स्ट्रा भेज दो, एक फुलका एक्स्ट्रा भेज दो, कोई भी खाण पीण दी चीज या क्लास ਲਈ कुछ एक्स्ट्रा चीज भेज दो, उसनू को तू बेटा ये चीज शेयर करनी है, क्योंकि जिस दिन तू शेयर करेगा और जिस दिन तेरा लंच असी भुल जावांगे, शेयर इस करके करनी है कि हो सकता है बेटा तेरी क्लास विच आज कोई बच्चा लंच नहीं लेके आया होए, क्योंकि उधर मम्मा दी तबीयत ठीक ना होए, की पता वो लंच ही भुल गया होए, ते तू एक्स्ट्रा रोटी लैके जानी है। तू पूरी क्लास विच ना चेक करना है कि केड़ा बच्चा लंच नहीं लैके आया। उसनू ये छोटी छोटी गल्लां जद अपने बच्चों नू तुसी समझाओगे शेयरिंग दी, असी चुस्तियां चलाकियां तां सारियां सिखा दिंने आ, अपने बिजनेस नू किद्दां चलाना है, किद्दां वधाना, अपने अपने बच्चों नू समझा दिंने आ। लेकिन ये छोटी छोटी जिंदगी दे फलसफे जद नहीं समझाते, ते जद लेटर ऑन ਉਹ ਤੁਹਾਨੂੰ ਹੀ ਵਰਿੱਧਾਸ਼ਰਮ ਵਿੱਚ ਛੋੜ ਆਉਂਦੇ ਨੇ, ਫਿਰ ਤੁਸੀਂ ਸਮਝਦੇ ਹੋ ਕਿ ਕਿਹੜੀ ਗਲਤੀਆਂ ਕੀਤੀ ਸੀ ਕਿ ਬੱਚਿਆਂ ਨੂੰ ਅਸੀਂ ਉਹ ਚੀਜ਼ਾਂ ਸਿਖਾਈਆਂ ਹੀ ਨਹੀਂ। ਫਿਰ ਸਾਰਾ ਦੋਸ਼ ਆਪਣੀ ਨੂੰਹਾਂ ਤੇ ਕੱਢਦੇ ਹੋ, ਨਾ ਕਿ ਆਪਣੇ ਬੇਟਿਆਂ ਤੇ ਕੱਢਦੇ ਹੋ। ਇੱਕ ਕੁਐਸਚਨ ਹੋ ਰਿਹਾ ਹੈ ਵੀ ਜੀ, ਬਹੁਤ ਸਾਰੇ ਸਿੱਖ ਸੇਵਾ ਕਰਦੇ ਹਨ ਮਾਨਵਤਾ ਦੀ, ਪਰ ਉਹਨਾਂ ਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਤੁਸੀਂ ਸੇਵਾ ਕਿਉਂ ਕਰਦੇ ਹੋ, ਤੁਹਾਡੀ ਫਿਰ ਕਿਸੇ ਨੇ ਨਹੀਂ ਸੁਣਨੀ, ਜਾਂ ਤੁਹਾਡਾ ਫਿਰ ਮਜ਼ਾਕ ਹੀ ਉਡਾਇਆ ਜਾਣਾ ਹੈ, ਤੇ ਫਿਰ ਉਹਨਾਂ ਨੂੰ ਕੀ ਜਵਾਬ ਦਈਏ? ਦੇਖੋ, ਅਸੀਂ ਆਪਣਾ ਪਾਠ ਕਰਦੇ ਰਹੀਏ, ਆਪਣੇ ਪਾਠ ਦਾ ਜੋ ਆਪਣਾ ਸਾਡਾ ਸ਼ੇਅਰ ਬਣਦਾ ਨਾ ਕਮਿਊਨਿਟੀ ਦੀ ਤਰਫ, ਉਹ ਅਸੀਂ ਕਰਦੇ ਜਾਈਏ। ਅਸੀਂ ਕਿਉਂ ਸੋਚ ਰਹੇ ਹਾਂ ਕਿ ਬਾਕੀ ਲੋਕ ਕੀ ਸੋਚ ਰਹੇ ਨੇ?
ਕਿਉਂਕਿ ਲੋਕਾਂ ਨੇ ਤਾਂ ਕੋਈ ਨਾ ਕੋਈ ਨੁਕਸ ਕੱਢਣਾ ਹੀ ਹੈ। ਹੁਣ ਮੈਂ ਅਕਸਰ ਦੇਖਦਾ ਕਿ ਸਾਰੇ ਸਾਨੂੰ ਕਹਿੰਦੇ ਨੇ ਕਿ ਤੁਹਾਨੂੰ ਕੀ ਅੱਗ ਲੱਗੀ ਹੋਈ ਹੈ ਕਿ ਤੁਸੀਂ ਲੰਗਰ ਖਵਾਈ ਜਾ ਰਹੇ ਹੋ, ਘਰ ਬੈਠ ਜਾਓ, ਕੋਰੋਨਾ ਤੁਹਾਨੂੰ ਹੋ ਜਾਏਗਾ। ਹੁਣੇ ਪਿਛਲੇ ਦਿਨਾਂ ਇੱਕ ਕੋਰੋਨਾ ਦੀ ਡੈਡ ਬੋਡੀ ਆਈ ਸੀ, ਜਾਂ ਮੇਰੇ ਕੋਲ ਲਾਵਾਰਿਸ ਡੈਡ ਬੋਡੀਆਂ ਆਉਂਦੀਆਂ ਨੇ ਜੋ ਕਈ ਵਾਰੀ ਇਤਨੀ ਡੀਕੰਪੋਜ਼ਡ ਹੁੰਦੀਆਂ ਨੇ ਕਿ ਡਰ ਲੱਗਦਾ ਕਿ ਉਸ ਵਿੱਚ ਸਾਰੇ ਜਰਮਸ ਘੁੰਮ ਰਹੇ ਨੇ। ਲੇਕਿਨ ਅਸੀਂ ਉਹ ਸੇਵਾ ਕਿਉਂ ਕਰ ਰਹੇ ਹਾਂ? ਲੋਕਾਂ ਨੂੰ ਸ਼ਾਇਦ ਇਹ ਸਮਝ ਹੀ ਨਹੀਂ ਆਇਆ ਕਿ ਅਸੀਂ ਜੀਵਨ ਜੀਆ ਕਿਉਂ। ਸਿਰਫ ਵੱਡੀ ਵੱਡੀ ਗੱਡੀਆਂ ਲੈਣ ਵਾਸਤੇ ਆਏ ਹਾਂ, ਵੱਡੇ ਵੱਡੇ ਬੰਗਲੇ ਮਕਾਨ ਬਣਾਉਣ ਲਈ ਆਏ ਹਾਂ, ਜਾਂ ਕਿਸੇ ਲਈ ਜੀਣੇ ਵਾਸਤੇ ਵੀ ਆਏ ਹਾਂ। ਮੈਨੂੰ ਬੜਾ ਦੁੱਖ ਹੋਇਆ ਜਦ ਕੱਲ ਮੈਂ ਇੱਕ ਨਿਊਜ਼ ਪੜ੍ਹੀ, ਇੱਕ ਸਿੱਖ ਆਟੋ ਡਰਾਈਵਰ ਨੇ ਪਿਛਲੇ ਕੱਲ ਫਾਂਸੀ ਲੈ ਲਿੱਤੀ। ਤਾਂ ਜਿਹੜੀ ਜਗ੍ਹਾ ਉਸ ਬੰਦੇ ਨੇ ਸ਼ਾਇਦ ਫਾਂਸੀ ਲਈ, ਸੁਸਾਈਡ ਕੀਤੀ ਗਰੀਬੀ ਦੇ ਕਾਰਨ, ਲੋਕਡਾਊਨ ਦੇ ਕਾਰਨ, ਉਸ ਸ਼ਹਿਰ ਵਿੱਚ 7 ਗੁਰਦੁਆਰੇ ਸਨ। ਅਸੀਂ ਫਿਰ ਵੀ ਇਹ ਕਹਿ ਰਹੇ ਹਾਂ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ, ਆਪਣਾ ਕਰਮ ਹਜੇ ਵੀ ਸ਼ਾਇਦ ਅਸੀਂ ਪੂਰਾ ਨਹੀਂ ਕਰ ਪਾ ਰਹੇ। ਸਾਨੂੰ ਇਹ ਵੀ ਦੇਖਣਾ ਪਏਗਾ ਕਿ ਕੁਝ ਲੋਕ ਹਜੇ ਵੀ ਅੱਗੇ ਨਹੀਂ ਆ ਰਹੇ ਨੇ ਸ਼ਰਮ ਦੇ ਮਾਰੇ, ਲੇਕਿਨ ਉਹਨਾਂ ਦੇ ਘਰ ਦੀ ਆਰਥਿਕ ਸਥਿਤੀ ਹਜੇ ਵੀ ਚੰਗੀ ਨਹੀਂ ਹੈ। ਜਿੱਦਾਂ ਦਾ ਸਭ ਕੁਝ ਦਿਖ ਰਿਹਾ ਉਦਾਂ ਦਾ ਨਹੀਂ ਹੈ। ਆਪਣੀ ਸੇਵਾ ਕਰਦੇ ਰਹੋ, ਲੋਕਾਂ ਦਾ ਕੰਮ ਤਾਂ ਕਹਿਣਾ ਹੀ ਹੈ। ਇੱਕ ਕੁਐਸਚਨ ਵਿੱਚ ਹੀ ਬੱਚਿਆਂ ਵੱਲੋਂ ਆਇਆ ਹੈ, ਆਪ ਜੀ ਨੂੰ ਇਸ ਸੇਵਾ ਦੀ ਪ੍ਰੇਰਨਾ ਕਿੱਥੋਂ ਤੇ ਕਿਵੇਂ ਮਿਲੀ, ਤੇ ਕੋਈ ਇਵੈਂਟ ਜਾਂ ਘਟਨਾ ਇਸ ਦੇ ਪਿੱਛੇ ਹੈ ਜਾਂ ਕੁਝ ਹੋਰ? ਇਸ ਤਰ੍ਹਾਂ ਦੀ ਸ਼ਾਇਦ ਮੇਰੀ ਨੌਲੇਜ ਵਿੱਚ ਕੋਈ ਘਟਨਾ ਨਹੀਂ ਹੈਗੀ, ਲੇਕਿਨ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਜਦੋਂ ਮੈਂ ਡੈਡ ਬੋਡੀ ਵੈਨ ਦੀ ਸੇਵਾ 2002 ਸ਼ੁਰੂ ਕੀਤੀ ਸੀ, ਤੇ ਕੇਵਲ ਮਾਤਰ ਮੇਰਾ ਪੈਸ਼ਨ ਸੀ ਕਿ ਮੈਂ ਗੱਡੀ ਚਲਾਉਣ ਦਾ ਬੜਾ ਸ਼ੌਂਕ ਹੈ। ਮੈਨੂੰ ਗੱਡੀਆਂ ਸਾਰੀਆਂ ਚਲਾਉਣ ਦਾ ਸ਼ੌਂਕ ਹੈ। 2 ਵੀਲਰ ਚਲਾਉਣ ਦਾ ਬੜਾ ਸ਼ੌਂਕ ਹੈ। 2 ਵੀਲਰ ਮੈਨੂੰ ਚਲਾਉਣਾ ਆਂਦਾ ਨਹੀਂ ਹੈ, ਨਾ ਸਕੂਟਰ ਆਂਦਾ, ਨਾ ਸਾਈਕਲ ਆਂਦੀ, ਨਾ ਮੋਟਰਸਾਈਕਲ ਚਲਾਉਣਾ ਆਂਦਾ। ਗੱਡੀਆਂ ਚਲਾਉਣ ਦਾ ਸ਼ੌਂਕ ਹੈ। ਉਹ ਗੱਡੀ ਜਦ ਡੈਡ ਬੋਡੀ ਵੈਨ ਚਲਾਉਂਦਾ ਸੀ, ਉਸੇ ਹੂਟਰ ਵਜਾ ਕੇ ਜਦ ਮਾਲ ਰੋਡ ਤੋਂ ਨਿਕਲਦਾ ਸੀ ਤੇ ਬੜਾ ਚੰਗਾ ਲੱਗਦਾ ਸੀ ਕਿ ਗੱਡੀ ਚਲਾ ਰਿਹਾ। ਕੋਈ ਐਸਾ ਇਨਸੀਡੈਂਟ ਯਾਦ ਨਹੀਂ ਹੈ, ਲੇਕਿਨ ਸੇਵਾ ਕਰਦਿਆਂ ਕਰਦਿਆਂ ਬਹੁਤ ਸਾਰੀ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਜਿਸ ਦਿਨ ਮੈਂ ਪਹਿਲੀ 7 ਸਾਲ ਦੇ ਬੱਚੇ ਦੀ ਡੈਡ ਬੋਡੀ ਆਪਣੇ ਸਾਹਮਣੇ ਆਪਣੀ ਗੱਡੀ 'ਚ ਰੱਖੀ ਤੇ ਉਹਦੀ ਮਾਂ ਦੀ ਚੀਖਾਂ ਮੈਨੂੰ ਅੱਜ ਵੀ ਯਾਦ ਹੈਗੀਆਂ ਨੇ। ਹੋਰ ਵੀ ਬੜੇ ਸਾਰੇ ਡੈਡ ਬੋਡੀਜ਼ ਦੇ ਐਕਸਪੀਰੀਅੰਸ ਨੇ। ਲਗਭਗ 5000 ਡੈਡ ਬੋਡੀਆਂ ਮੈਂ ਹੁਣ ਤੱਕ ਘਰੋਂ ਦੀ ਹਸਪਤਾਲ ਤੇ ਹਸਪਤਾਲ ਤੋਂ ਘਰ ਤੇ ਘਰੋਂ ਦੀ ਸ਼ਮਸ਼ਾਨ ਘਾਟ ਤੱਕ ਛੱਡੀਆਂ ਨੇ। ਬਹੁਤ ਸਾਰੀਆਂ ਅਲੱਗ-ਅਲੱਗ ਸਟੋਰੀਆਂ ਨੇ ਉਹਨਾਂ ਦੀਆਂ, ਜਿਹੜੀ ਮੇਰੇ ਤੁਸੀਂ ਫੇਸਬੁੱਕ ਅਕਾਊਂਟ ਤੇ ਵੀ ਦੇਖ ਸਕਦੇ ਹੋ, ਮੇਰੀ ਹੋਰ ਸਾਰੀ ਟਾਕਸ ਤੇ ਵੀ ਦੇਖ ਸਕਦੇ ਹੋ, ਜਿਸ ਨੂੰ ਮੈਂ ਸ਼ੇਅਰ ਕਰਦਾ ਰਹਿਣਾ। ਤੇ ਮੇਰੇ ਨਾਲ ਅਗਰ ਕੋਈ ਪਰਸਨਲ ਤੁਸੀਂ ਲੋਕ ਕੰਟੈਕਟ ਕਰਨਾ ਚਾਹੁੰਦੇ ਹੋ ਜਾਂ ਹੋਰ ਸਾਰੀ ਡਿਟੇਲਸ ਲੈਣਾ ਚਾਹੁੰਦੇ ਹੋ, ਮੈਂ ਚਾਹਾਂਗਾ ਤੁਸੀਂ ਲੋਕ ਮੇਰਾ ਮੋਬਾਈਲ ਨੰਬਰ ਸ਼ੇਅਰ ਕਰ ਦਿਓ ਸਾਰਿਆਂ ਨਾਲ। 9418061000 94180 61000 ਮੇਰਾ ਨੰਬਰ ਹੈ। ਤੁਸੀਂ ਆਪਣੇ ਕੁਐਸਚਨਸ ਮੈਨੂੰ WhatsApp ਤੇ ਵੀ ਭੇਜ ਸਕਦੇ ਹੋ। ਫੇਸਬੁੱਕ ਤੇ ਮੇਰਾ ਅਕਾਊਂਟ ਹੈ ਸਰਬਜੀਤ ਸਿੰਘ ਬੌਬੀ ਦੇ ਨਾਮ ਤੋਂ, ਤੁਸੀਂ ਉੱਥੇ ਵੀ ਦੇਖ ਸਕਦੇ ਹੋ। ਮੈਂ ਬਹੁਤ ਸਾਰੀ ਸਟੋਰੀ ਸ਼ੇਅਰ ਕਰਦਾ ਕਿ ਮੈਂ ਜਦ ਕੋਈ ਡੈਡ ਬੋਡੀ ਛੋੜਦਾ ਸੀ ਤੇ ਉਸ ਤੋਂ ਬਾਅਦ ਮੇਰਾ ਕੀ ਐਕਸਪੀਰੀਅੰਸ ਹੁੰਦਾ ਸੀ। ਇੱਕ ਰਾਤੀ ਮੈਂ 5 ਡੈਡ ਬੋਡੀਆਂ ਛੱਡੀਆਂ ਤੇ ਅਗਲੇ ਦਿਨ ਮੇਰਾ ਕੀ ਐਕਸਪੀਰੀਅੰਸ ਸੀ ਕਿ ਇੱਕ ਰਾਤੀ ਮੈਂ ਇੱਕ ਵਿਆਹ 'ਚ ਗਿਆ, ਤਾਂ ਉਸ ਵਿਆਹ 'ਚ ਜਦ ਗਿਆ ਤੇ ਉਸ ਵਿਆਹ 'ਚ ਹੀ ਕਾਲ ਆ ਗਈ ਮੈਨੂੰ ਡੈਡ ਬੋਡੀ ਦੀ ਕਿ ਇੱਕ ਡੈਡ ਬੋਡੀ ਛੱਡਣੀ ਹੈ। ਤੇ ਜਿਹੜੀ ਆਖਰੀ ਬੋਡੀ ਉਸ ਰਾਤੀ ਛੱਡੀ ਤਾਂ ਉਸ ਵਿਆਹ 'ਚ ਜਿਹੜੀ ਦਾਦੀ ਮਾਂ ਸੀ ਉਸ ਦੀ ਛੱਡੀ। ਤੇ ਬੜੇ ਸਾਰੇ ਐਕਸਪੀਰੀਅੰਸ ਨੇ ਡੈਡ ਬੋਡੀਜ਼ ਦੇ ਵੀ, ਜੋ ਮੈਨੂੰ ਹਮੇਸ਼ਾ ਪ੍ਰੇਰਣਾ ਦਿੰਦੇ ਨੇ ਕਿ ਸੇਵਾ ਵਧਾਈ ਜਾਣੀ ਹੈ, ਛੱਡਣੀ ਨਹੀਂ ਹੈ, ਕਿਉਂਕਿ ਲੋਕੀ ਬਹੁਤ ਦੁਖੀ ਨੇ। ਪਿਛਲੇ ਕੱਲ ਹੀ ਮੇਰੇ ਕੋਲ ਇੱਕ ਬਲੱਡ ਦੀ ਕਾਲ ਆਈ ਸੀ ਜੋ ਰੋਜ਼ ਹੀ ਮੈਨੂੰ ਚੇਂਜ ਕਰਦੀਆਂ ਨੇ ਕਿ ਕੱਲ ਇੱਕ 14 ਸਾਲ ਦੇ ਬੱਚੇ ਦੇ ਪੇਟ ਵਿੱਚੋਂ 6 ਕਿਲੋ ਰਸੌਲੀ ਨਿਕਲੀ। ਕੈਂਸਰ ਦਾ ਮਰੀਜ਼, ਕੋਈ 11 ਸਾਲ ਦਾ ਬੱਚਾ, 3 ਸਾਲ ਦਾ ਬੱਚਾ। ਹਰ ਮਹੀਨੇ ਸਾਡੇ ਕੋਲ 1-2 ਬੱਚੇ ਕੈਂਸਰ ਦੇ ਮਰ ਜਾਂਦੇ ਨੇ, 2-4 ਬੱਚੇ ਹੋਰ ਆ ਜਾਂਦੇ ਨੇ। ਉਹਨਾਂ ਨਾਲ ਪਿਆਰ ਪੈਂਦਾ ਤੇ ਉਹ ਮਰ ਜਾਂਦੇ ਨੇ, ਕੋਈ ਹੋਰ ਆ ਜਾਂਦੇ ਨੇ। ਰੋਜ਼ ਘਟਨਾਵਾਂ ਦੇਖ ਰਿਹਾ ਸੀ। ਸਾਡੇ ਨਾਲ ਇੱਕ ਐਡਵੋਕੇਟ ਨੀਨਾ ਸਿੰਘ ਜੀ ਜੁੜੇ ਹੋਏ ਨੇ, ਜੋ ਸਿੱਖੀਜ਼ਮ ਦੇ ਬੜੇ ਸਾਰੇ ਮੁੱਦੇ ਅੱਜ ਚੁੱਕ ਪਾ ਰਹੇ ਨੇ ਸੰਗਤ ਦੇ ਸਹਿਯੋਗ ਦੇ ਨਾਲ। ਮੈਂ ਨੀਨਾ ਸਿੰਘ ਜੀ ਨੂੰ ਬੇਨਤੀ ਕਰਾਂਗਾ ਜੀ, ਆਪ ਜੀ ਅਨਮਿਊਟ ਕਰਕੇ ਆਪਣਾ ਕੁਐਸਚਨ ਜੋ ਹੈ ਵੀਰ ਜੀ ਕੋਲ ਪੁੱਛ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਜੀਤ ਜੀ, ਤੁਹਾਡੇ ਮੈਂ ਸ਼ਿਮਲੇ 'ਚ ਸੀਗੀ ਔਰ ਤੁਹਾਡੇ ਸੇਵਾਦਾਰ ਨੇ ਮੈਨੂੰ ਉੱਥੇ
ਜਿਹੜਾ ਉਹ ਕੈਂਸਰ ਹਸਪੀਟਲ ਹੈ, ਇੰਦਰਾ ਗਾਂਧੀ ਕੈਂਸਰ ਹਸਪੀਟਲ, ਮੈਨੂੰ ਲੈ ਕੇ ਗਏ ਔਰ ਉਹਨਾਂ ਨੇ ਮੈਨੂੰ ਚਾਂਸ ਦਿੱਤਾ ਕਿ ਮੈਂ ਵੀ ਉੱਥੇ ਸੇਵਾ ਕਰ ਸਕਾਂ। ਉਹ ਆਈ ਥਿੰਕ ਮੇਰੀ ਜ਼ਿੰਦਗੀ ਦਾ ਸਭ ਤੋਂ ਮਤਲਬ ਟੱਚਿੰਗ ਐਕਸਪੀਰੀਅੰਸ ਸੀਗਾ। ਔਰ ਇੱਕ ਪਾਸੇ ਮੇਰੀ ਅੱਖਾਂ 'ਚ ਆਂਸੂ ਸੀਗੇ ਔਰ ਲੇਕਿਨ ਮੇਰੇ ਸੋਲ ਨੂੰ ਇੰਨਾ ਪੀਸ ਮਿਲਿਆ ਮੈਂ ਦੇਖ ਕੇ ਕਿ ਤੁਸੀਂ ਸੱਚਮੁੱਚ ਜਿਹੜੇ ਨੀਡੀ ਹੈਗੇ ਨੇ ਉਹਨਾਂ ਦੀ ਸੇਵਾ ਕਰ ਰਹੇ। ਇੰਨਾ ਮਤਲਬ ਮਹਾਰਾਜ ਦੀ ਬਖਸ਼ਿਸ਼ ਹੈ, ਮਹਾਰਾਜ ਤੁਹਾਡੇ ਉੱਤੇ ਇੰਨੀ ਬਖਸ਼ਿਸ਼ ਕਰਦੇ ਰਹਿਣ। ਤੁਸੀਂ ਜਿਹੜੇ ਸਾਡੇ ਇਸ ਵੇਲੇ ਜਿਹੜੇ ਗੁਰਸਿੱਖ ਹੈਗੇ ਨੇ, ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਾਂਗੀ ਤੁਹਾਡੇ ਤੋਂ ਪ੍ਰੇਰਨਾ ਲੈਣ, ਸਾਨੂੰ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਸੱਚ ਜਿਹੜੇ ਨੀਡੀ ਨੇ ਉਹਨਾਂ ਦੀ ਸੇਵਾ ਕੀਤੀ ਜਾਏ। ਤੇ ਮੈਂ ਆਪਣੀ ਕਾਲੋਨੀ 'ਚ ਵੀ ਤੁਹਾਡੇ ਬਾਰੇ ਹਰ ਇੱਕ ਨੂੰ ਜ਼ਿਕਰ, ਜਿਨ੍ਹਾਂ ਨੂੰ ਇਹ ਮਿਲਦੀਆਂ, ਮੈਂ ਕਹਿੰਦੀ ਹਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਸੁਖਮਨੀ ਸਾਹਿਬ ਦੇ ਬਾਅਦ ਤੁਸੀਂ ਇੰਨੇ ਸਾਰੇ ਡੱਬੇ ਇਕੱਠੇ ਕਰਦੇ ਹੋ ਇੱਧਰ ਉੱਧਰ ਵੰਡਣ ਲਈ, ਤੁਸੀਂ ਸਗੋਂ ਉਸ ਪੈਸੇ ਦਾ ਕੋਈ ਇੱਥੇ ਸਫਦਰਜੰਗ ਹਸਪੀਟਲ ਜਾਂ ਕੋਈ ਹੋਰ ਹਸਪਤਾਲ ਜਿਹੜੇ ਨੀਡੀ ਨੇ ਉਹਨਾਂ ਦੀ ਸੇਵਾ ਕਰੋ। ਔਰ ਮੈਂ ਤੁਹਾਡਾ ਜ਼ਰੂਰ ਉਹਨਾਂ ਨੂੰ ਮੈਸੇਜ ਪਹੁੰਚਾਉਂਦੀ ਹਾਂ। ਐਂਡ ਆਈ ਐਮ ਸੋ ਥੈਂਕਫੁਲ ਟੂ ਯੂ ਸਰਬਜੀਤ ਜੀ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮੇਰਾ ਇੰਨਾ ਬਿਊਟੀਫੁਲ ਐਕਸਪੀਰੀਅੰਸ ਸੀਗਾ। ਮੈਂ ਤੁਹਾਡਾ ਲੰਗਰ ਘਰ ਦੇਖਿਆ, ਤੁਹਾਡਾ ਉੱਥੇ ਜਿਹੜੀ ਨੇਮ ਪਲੇਟ ਹੈ, ਐਂਡ ਆਈ ਕੈਨ ਇਮੈਜਿਨ ਤੁਸੀਂ ਕਿੰਨਾ ਮਤਲਬ ਮੁਸ਼ਕਿਲ ਨਾਲ ਇਹ ਸਾਰਾ ਤੁਹਾਨੂੰ ਅਚੀਵਮੈਂਟ ਮਿਲੀ ਹੈ ਮਹਾਰਾਜ ਦੀ ਬਖਸ਼ਿਸ਼ ਨਾਲ। ਵਾਹਿਗੁਰੂ ਤੁਹਾਡੇ ਉੱਤੇ ਮਿਹਰ ਰੱਖਣ ਐਂਡ ਤੁਸੀਂ ਆਪਣਾ ਮੈਸੇਜ ਵੱਧ ਤੋਂ ਵੱਧ ਸਪਰੈਡ ਕਰੋ। And I'm so thankful for your message today. Thank you. ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। जसविंदर वीर जी, आप जी कुछ कहना चाह रहे हो? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮੈਸੇਜ ਆਈ ਦੀ ਤੁਹਾਡੇ ਨਾਲ ਇੱਕ ਵਾਰ ਦੋ ਵਾਰ ਗੱਲ ਹੋਈ ਹੈ। ਅੱਜ ਬੜੀ ਮਤਲਬ ਪ੍ਰਸੰਨਤਾ ਹੋਈ ਤੁਹਾਨੂੰ ਮਿਲ ਕੇ, ਤੁਹਾਡੇ ਨਾਲ ਵਿਚਾਰ ਵਟਾਂਦਰੇ ਮਤਲਬ ਇੱਕ ਲਾਈਵ ਸੁਣਦੇ ਹੋਏ ਤੁਸੀਂ ਪਲੇਟਫਾਰਮ ਤੇ ਆਏ, ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਸੇਵਾ ਕਰਤ ਹੋ ਹੈ ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ। ਸੱਚ ਜਾਣਿਓ ਮਤਲਬ ਇੱਕ ਇਹੋ ਜਿਹਾ ਐਕਸਪੀਰੀਅੰਸ ਲੱਗ ਰਿਹਾ ਵੇ ਕਿ ਮਤਲਬ ਬਹੁਤ ਜ਼ਰੂਰੀ ਨੇ ਜੋ ਚੀਜ਼ਾਂ ਜਿਸ ਨੂੰ ਅਸੀਂ ਕਈ ਵਾਰ ਟੱਚ ਵੀ ਨਹੀਂ ਕਰ ਪਾਉਂਦੇ। ਮੈਂ ਚਾਹ ਰਿਹਾ ਸੀ ਕਿ ਤੁਸੀਂ ਨਾ ਪਹਿਲਾਂ ਤਾਂ ਇੱਕ ਜਾਂ ਤਾਂ ਸੰਸਥਾ ਕੋਈ ਆਪਣੀ ਬਣਾ ਰੱਖੀ ਹੈ ਨਾਲ ਤੇ ਠੀਕ ਹੈ, ਨਹੀਂ ਤਾਂ ਤੁਸੀਂ ਅਗਰ ਤੁਹਾਡਾ ਆਪਣਾ ਮਤਲਬ ਕੋਈ ਵੀ ਅਕਾਊਂਟ ਹੈ ਉਹ ਤੁਸੀਂ, ਕਿਉਂਕਿ ਫੇਸਬੁੱਕ ਤੇ ਵੀ ਨਾ ਅਸੀਂ ਲਾਈਵ ਕਰ ਰਹੇ ਹਾਂ, ਤੇ ਇਸ ਵਿੱਚ ਤੁਸੀਂ ਆਪਣਾ ਉਹ ਅਕਾਊਂਟ ਨੰਬਰ ਜ਼ਰੂਰ ਸ਼ੇਅਰ ਕਰ ਦਿਓ, ਕਿਉਂਕਿ ਸੰਗਤਾਂ ਤੱਕ ਅਗਰ ਕੋਈ ਸੇਵਾ ਜੋ ਵੀ ਕਰਨਾ ਚਾਹੁੰਦੇ ਨੇ ਤੇ ਉਹ ਸੇਵਾ ਦਾ ਹਿੱਸਾ ਉਹਦੇ ਚ ਪਾ ਦੇਣ। ਤੇ ਇੱਕ ਹੋਰ ਮੇਰੀ ਤੁਹਾਡੇ ਕੋਲੋਂ ਆਪਣਾ ਹੈਗੀ ਸੀ ਕਿ ਵੀ ਜਿਸ ਤਰ੍ਹਾਂ ਬੱਚਿਆਂ ਨੂੰ ਤੁਸੀਂ ਲਾਇਆ, ਛੋਟੇ ਬੱਚਿਆਂ ਨੂੰ ਜਿਹੜੇ ਸਟੂਡੈਂਟਸ ਨੂੰ, ਤੇ ਉਹਦੇ ਵਿੱਚ ਤੁਸੀਂ ਇੱਕ ਪ੍ਰਸ਼ਾਦੇ ਦਾ ਤੁਸੀਂ ਸਿਸਟਮ ਬਣਾਇਆ, ਉਹਦਾ ਤੁਸੀਂ ਮਤਲਬ ਥੋੜਾ ਜਿਹਾ ਨਾ ਵੇਰਵਾ ਥੋੜਾ ਜਿਹਾ ਦੱਸ ਦਿਓ ਕਿ ਜਿਸ ਕਰਕੇ ਅਸੀਂ ਇੱਧਰ ਕਿਸੇ ਇਲਾਕੇ ਵਿੱਚ ਅਸੀਂ ਕਰਨਾ ਚਾਹੀਏ ਤੇ ਉਹ ਥੋੜਾ ਜਿਹਾ ਸਮਝ ਵਿੱਚ ਆ ਜਾਏ ਕਿ ਹਾਂ ਬਈ ਤੁਸੀਂ ਇਸ ਤਰ੍ਹਾਂ ਕਰਦੇ ਹੋ, ਵੀ ਇਸ ਤਰ੍ਹਾਂ ਇਕੱਠੇ ਕਰਦੇ ਹੋ ਪ੍ਰਸ਼ਾਦੇ ਤੇ ਇਸ ਤਰ੍ਹਾਂ ਤੁਸੀਂ ਡਿਸਟ੍ਰੀਬਿਊਟ ਕਰਦੇ ਹੋ। ਜੀ ਜੀ ਹਾਂਜੀ, ਮੈਂ ਸਭ ਤੋਂ ਪਹਿਲੇ ਤਾਂ ਧੰਨਵਾਦ ਕਰਦਾ ਤੁਸੀਂ ਸਾਰੇ ਜਿਹੜਾ ਸੁਣ ਰਹੇ ਹੋ, ਦੇਖ ਰਹੇ ਹੋ। ਅਕਾਊਂਟ ਨੰਬਰ ਵੀ ਮੈਂ ਸ਼ੇਅਰ ਕਰ ਦਵਾਂਗਾ। ਮੇਰਾ ਇੱਕ ਟਰਸਟ ਬਣਿਆ ਹੋਇਆ ਆਲਮਾਈਟੀ ਬਲੇਸਿੰਗਸ ਦੇ ਨਾਮ ਤੋਂ, ਜਿਸ ਵਿੱਚ ਅਸੀਂ ਰਜਿਸਟਰਡ ਵੀ ਹਾਂ 80G ਵਿੱਚ, ਤੇ ਤੁਸੀਂ ਅਗਰ ਕੋਈ ਡੋਨੇਸ਼ਨ ਭੇਜ ਦਿਓ ਤੇ ਤੁਹਾਨੂੰ ਇਨਕਮ ਟੈਕਸ ਦੀ ਵੀ ਰਿਬੇਟ ਮਿਲਦੀ ਹੈ। ਲੇਕਿਨ ਮੈਂ ਫਿਰ ਵੀ ਚਾਹਾਂਗਾ ਤੁਸੀਂ ਸਾਨੂੰ 1 ਰੁਪਈਆ ਵੀ ਨਾ ਭੇਜੋ, ਕਿਉਂਕਿ ਅਸੀਂ ਮੈਨੇਜ ਕਰ ਰਹੇ ਹਾਂ ਔਰ ਬੜੇ ਚੰਗੇ ਤਰੀਕੇ ਨਾਲ ਕਰ ਰਹੇ ਹਾਂ। ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਤਾਂ ਹੋਏਗੀ ਜਦ ਇਦਾਂ ਦਾ ਲੰਗਰ ਤੁਸੀਂ ਪਰਮਾਨੈਂਟ, ਕੋਰੋਨਾ ਦੇ ਦੌਰਾਨ ਤਾਂ ਲਗਾਇਆ ਹੀ ਹੈ ਨਾ, ਪਰਮਾਨੈਂਟ ਆਪਣੇ ਹਸਪਤਾਲਾਂ ਦੇ ਬਾਹਰ ਉੱਥੇ ਲਗਾਓਗੇ। ਉੱਥੇ ਬੜੇ ਸਾਰੇ ਲੋਕ ਲਗਾ ਰਹੇ ਨੇ। ਮੇਰੇ ਤੋਂ ਪ੍ਰੇਰਣਾ ਹੋ ਕੇ ਵੀ ਪੂਰੇ ਇੰਡੀਆ 'ਚ ਇਸ ਵੇਲੇ 12 ਜਗ੍ਹਾ ਲੰਗਰ ਚੱਲ ਰਹੇ ਨੇ ਤੇ ਹਿਮਾਚਲ ਵਿੱਚ 10 ਡਿਸਟ੍ਰਿਕਟ ਵਿੱਚ ਲੰਗਰ ਚੱਲ ਰਹੇ ਨੇ। ਸਾਰੇ ਆਪਣੀ ਥਾਵਾਂ ਤੇ ਅਲੱਗ-ਅਲੱਗ ਤਰੀਕੇ ਦੇ ਲੰਗਰ ਲਗਾ ਰਹੇ ਨੇ। ਲੇਕਿਨ ਅਗਰ ਕੋਈ ਇੰਡੀਵਿਜੂਅਲ ਸੁਣ ਰਿਹਾ ਤੇ ਮੈਂ ਉਸ ਲਈ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਜਦ ਵੀ ਮੈਨੂੰ ਦੇਸ਼ਾਂ ਵਿਦੇਸ਼ਾਂ 'ਚੋਂ ਫੋਨ ਆਉਂਦਾ ਤੇ ਮੈਂ ਸਾਰਿਆਂ ਨੂੰ ਇਹ ਕਹਿੰਦਾ, ਜਦ ਕੋਈ ਕਹਿੰਦਾ ਜੀ ਮੈਂ ਵੀ ਕਰਨਾ ਚਾਹੁੰਦਾ, ਮੈਂ ਡੋਨੇਸ਼ਨ ਭੇਜਣਾ ਚਾਹੁੰਦਾ, ਤੇ ਮੈਂ ਦੱਸਿਆ ਤੁਹਾਨੂੰ ਮੈਂ ਅਕਾਊਂਟ ਨੰਬਰ ਦੇ ਦਾਂਗਾ, ਲੇਕਿਨ ਪੈਸੇ ਨਹੀਂ ਮੰਗ ਰਿਹਾ ਮੈਂ, ਕਿਉਂਕਿ ਅਗਰ ਪੈਸੇ ਮੰਗਣੇ ਹੁੰਦੇ ਗੋਲ ਪਗੜੀ ਤੇ ਚਿੱਟੇ ਕੱਪੜੇ ਪਾ ਕੇ ਮੈਂ ਕੈਂਸਰ ਵਾਲਾ ਬਾਬਾ ਬਣ ਚੁੱਕਿਆ ਹੁੰਦਾ। ਤੇ ਆਈ ਵਾਸ ਟੂ ਬੀ ਕਾਲਡ ਸੋ ਕਾਲਡ ਕੈਂਸਰ ਵਾਲਾ ਬਾਬਾ, ਕਿਉਂਕਿ 3000 ਆਦਮੀ ਤਾਂ ਰੋਜ਼ ਲੰਗਰ ਛਕ ਰਿਹਾ ਸਾਡੇ ਕੋਲ, ਤਾਂ 1-2 ਤਾਂ ਮੈਡੀਕਲੀ ਠੀਕ ਹੋ ਹੀ ਜਾਣੇ ਸੀ ਰੋਜ਼ ਦਵਾਈਆਂ ਨਾਲ, ਤੇ ਮੈਂ ਵੀ ਬਾਬਾ ਬਣ ਜਾਣਾ ਸੀ। ਮੈਂ ਕੋਈ ਉਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੁੰਦਾ। ਮੇਰਾ ਬਾਈ ਪ੍ਰੋਫੈਸ਼ਨ ਸ਼ੂਜ਼ ਦਾ ਕੰਮ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ ਬੜਾ ਵਧੀਆ ਚੱਲ ਰਿਹਾ।
आई एम वेल ऑफ, ਮੈਨੂੰ ਕੋਈ ਲੋੜ ਨਹੀਂ ਹੈ ਕਿਸੇ ਦੀ ਵੀ ਡੋਨੇਸ਼ਨ ਦੀ। ਤੁਸੀਂ ਦੇਣਾ ਚਾਹੋਗੇ ਤਾਂ ਮੈਂ ਅਕਾਊਂਟ ਨੰਬਰ ਭੇਜ ਦੇਵਾਂਗਾ। ਸੈਕਿੰਡ ਗੱਲ, ਬੱਚਿਆਂ ਨੂੰ ਅਸੀਂ ਇਹ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਆਪਣੇ ਆਪਣੇ ਲੰਚ ਦੇ ਨਾਲ ਹਫਤੇ 'ਚ ਇੱਕ ਦਿਨ ਵੱਖੋ ਵੱਖ ਸਕੂਲਾਂ ਦੇ ਬੱਚਿਆਂ ਨੂੰ, ਜਿਵੇਂ ਅੱਜ ਸੈਟਰਡੇ ਸੀ ਤੇ ਅੱਜ 5 ਸਕੂਲ ਚੁਣ ਲਿੱਤੇ। ਲੋਕਡਾਊਨ ਵਿੱਚ ਤਾਂ ਸਾਰੇ ਰੋਟੀ ਬੈਂਕਸ ਬੰਦ ਨੇ ਨਾ ਮੇਰੇ, ਲੇਕਿਨ ਲੋਕਡਾਊਨ ਖੁੱਲੇਗਾ ਇਸ ਨੂੰ ਦੁਬਾਰਾ ਸ਼ੁਰੂ ਕਰਾਂਗੇ। 5 ਸਕੂਲ ਅੱਜ ਡਿਊਟੀ ਲਾਤੀ ਕਿ ਅੱਜ 5 ਸਕੂਲ ਦੇ 3000 ਬੱਚੇ ਆਪਣੇ ਆਪਣੇ ਲੰਚ ਦੇ ਨਾਲ ਮਿਨੀਮਮ ਇੱਕ ਰੋਟੀ ਲੈ ਕੇ ਆਣਗੇ। ਇਟ ਇਜ਼ ਨਾਟ ਅ ਕੰਪਲਸ਼ਨ, ਕਿਉਂਕਿ ਪ੍ਰਿੰਸੀਪਲਸ ਮੈਨੂੰ ਸਪੋਰਟ ਕਰਦੀਆਂ ਨੇ, ਟੀਚਰ ਸਪੋਰਟ ਕਰਦੀਆਂ ਨੇ, ਪੇਰੈਂਟਸ ਸਪੋਰਟ ਕਰਦੇ ਨੇ। ਮੈਂ ਇੱਕ ਰੋਟੀ ਮੰਗਦਾ, ਕੁਝ ਬੱਚੇ 10 ਰੋਟੀਆਂ ਲੈ ਕੇ ਆਉਂਦੇ ਨੇ, ਲੇਕਿਨ ਕੁਝ ਬੱਚੇ ਬਿਲਕੁਲ ਨਹੀਂ ਲੈ ਕੇ ਆਉਂਦੇ ਨੇ। ਨੋ ਪ੍ਰੋਬਲਮ, ਸਾਡੇ ਰੋਟੀ ਬੈਂਕ ਦੀ ਗੱਡੀ ਬਣੀ ਹੋਈ ਹੈ, ਅਸੀਂ ਕ੍ਰੇਟਸ ਰੱਖੇ ਹੋਏ ਨੇ ਹਰ ਸਕੂਲ ਵਿੱਚ। ਆਪਣੇ ਡਰਾਈਵਰਸ ਨੂੰ ਅਸੀਂ ਚਾਰਟ ਦਿੱਤੇ ਨੇ, ਟਾਈਮ ਟੇਬਲ ਦਿੱਤੇ ਹੋਏ ਨੇ ਕਿ ਤੂੰ ਇਸ ਅੱਜ 5 ਸਕੂਲਾਂ 'ਚ ਜਾਣਾ, ਚਪਾਤੀ ਬਾਕਸ ਖਾਲੀ ਛੱਡਾਣੇ ਨੇ, ਭਰੇ ਹੋਏ ਲੈ ਕੇ ਆ ਜਾਣੇ ਨੇ। ਦੈਟ ਇਜ਼ ਅ ਸਿਸਟਮ, ਡਿਵੈਲਪ ਹੋ ਚੁੱਕਿਆ ਸਿਸਟਮ। ਹੁਣ ਸਟਾਰਟਿੰਗ ਵਿੱਚ ਦਿੱਕਤ ਹੁੰਦੀ ਸੀ, ਜਦ ਮੈਂ 2014 ਸ਼ੁਰੂ ਕੀਤਾ ਸੀ ਤਦ ਬਾਰਿਸ਼ ਬਰਫਾਂ 'ਚ ਮੈਂ ਆਪਣੇ ਹੱਥ 'ਚ ਰੋਟੀਆਂ ਲੈ ਕੇ ਰੋਜ਼ ਜਾ ਰਿਹਾ ਹੁੰਦਾ ਸੀ ਲੰਗਰ, ਤਾਂ ਦਿੱਕਤਾਂ ਹੁੰਦੀਆਂ ਸੀ। ਹੁਣ ਬੜਾ ਵੱਡਾ ਸੈਟਅਪ ਹੋ ਚੁੱਕਿਆ, ਬਹੁਤ ਸਾਰੀਆਂ ਸੇਵਾਵਾਂ, ਲੋਕੀ ਪੂਰੇ ਵਰਲਡ ਤੋਂ ਸਾਡੇ ਨਾਲ ਜੁੜ ਰਹੇ ਨੇ। ਇੱਕ ਸੇਵਾ ਤੁਸੀਂ ਆਪਣੇ ਲੈਵਲ ਤੇ ਅਗਰ ਕੋਈ ਇੰਡੀਵਿਜੂਅਲ ਸੁਣ ਰਿਹਾ ਤੇ ਉਹ ਕਰ ਸਕਦਾ ਹੈ। ਆਪਣੇ ਘਰ ਸਵੇਰੇ 5 7 10 20 50 ਕੱਪ ਜਿਤਨੇ ਬਣਾ ਸਕਦੇ ਹੋ ਚਾਹ ਦੇ ਬਣਾ ਲਿਆ ਕਰੋ। ਆਪਣੇ ਨਜ਼ਦੀਕੀ ਸਰਕਾਰੀ ਹਸਪਤਾਲ ਚਲੇ ਜਾਇਆ ਕਰੋ ਤੇ ਉੱਥੇ ਜਾ ਕੇ ਚਾਹ ਦੀ ਕੇਤਲੀ ਨਾਲ ਸਾਰਿਆਂ ਨੂੰ ਚਾਹ ਪਿਲਾਇਆ ਕਰੋ। ਬਟ ਇਟ ਸ਼ੁੱਡ ਬੀ ਅ ਕਮਿਟਡ ਜੌਬ, at least for 3 months, if once a week, if every day, but 3 ਮਹੀਨੇ ਕਮਿਟਡ ਰਹਿਣਾ। ਮੈਂ ਇਹ ਗਾਰੰਟੀ ਦੇ ਰਿਹਾ ਸਾਰਿਆਂ ਨੂੰ, ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਉਹਨਾਂ ਦੇ ਓਟ ਆਸਰਾ ਲੈ ਕੇ 3 ਮਹੀਨਿਆਂ ਬਾਅਦ ਤੁਸੀਂ ਇਕੱਲੇ ਨਹੀਂ ਹੋਵੋਗੇ। 3 ਮਹੀਨਿਆਂ ਬਾਅਦ ਤੁਹਾਡੇ ਨਾਲ ਇੱਕ ਬੰਦਾ ਘੱਟੋ ਘੱਟ, ਵੈਸੇ ਤਾਂ ਬਹੁਤ ਵੱਡੀ ਟੀਮ ਬਣ ਜਾਏਗੀ, ਘੱਟੋ ਘੱਟ ਇੱਕ ਬੰਦਾ ਏਦਾਂ ਦਾ ਜ਼ਰੂਰ ਖੜਾ ਹੋਏਗਾ ਜੋ ਬਿਸਕੁਟ ਲੈ ਕੇ ਖੜਾ ਹੋਏਗਾ ਜਾਂ ਰਸ ਜਾਂ ਮੱਠੀ ਲੈ ਕੇ ਖੜਾ ਹੋਏਗਾ। ਉਹ ਕਹੇਗਾ ਜੀ ਮੈਂ ਰਸ ਦੇਣੀ ਹੈ। ਤੁਸੀਂ ਸ਼ੁਰੂਆਤ ਆਪਣੇ ਤੋਂ ਕਰਨੀ ਹੈ ਐਂਡ ਬੀ ਕਮਿਟਡ ਕਿ ਅਗਰ ਹਫਤੇ 'ਚ ਇੱਕ ਦਿਨ ਸ਼ੁਰੂ ਕਰਨਾ ਤੇ ਉਹ ਉਸ ਦਿਨ ਦੁਨੀਆ ਦੇ ਭਾਵਾਂ ਕੋਈ ਵੀ ਕੰਮ ਪੈ ਜਾਏ ਉਹ ਸਾਰੇ ਪਿੱਛੇ ਨੇ, ਲੇਕਿਨ ਉਸ ਦਿਨ ਤੁਸੀਂ ਹਸਪਤਾਲ ਚਾਹ ਲੈ ਕੇ ਜ਼ਰੂਰ ਜਾਣੀ। ਆਪਣੇ ਆਪਣੇ ਧਾਰਮਿਕ ਸਥਾਨ ਜਾਂਦੇ ਹੋ ਨਾ, ਧਾਰਮਿਕ ਸਥਾਨ ਜਾ ਕੇ ਅਰਦਾਸ ਕਰਦੇ ਹੋ, ਸਤਿਗੁਰਾਂ ਦੇ ਅੱਗੇ ਸਭ ਕੁਝ ਪਾਉਂਦੇ ਹੋ। ਇੱਕ ਬੜੀ ਕਮਾਲ ਦੀ ਗੱਲ ਮੈਂ ਹੋਰ ਸ਼ੇਅਰ ਕਰਨਾ ਚਾਹ ਰਿਹਾ। ਅਸੀਂ ਅਕਸਰ ਇਹ ਕਹਿੰਦੇ ਹਾਂ ਜਿਹੜੀ ਸਾਡੀ ਗੁਰਦੁਆਰਿਆਂ ਦੀ ਗੋਲਕ ਹੈ ਜਾਂ ਧਾਰਮਿਕ ਸਥਾਨਾਂ ਦੀ ਗੋਲਕ ਹੈ, ਉਸ ਵਿੱਚ ਜਦ ਅਸੀਂ ਮਾਇਆ ਪਾਉਂਦੇ ਹਾਂ, ਅਸੀਂ ਕਿਸ ਨੂੰ ਦਿਖਾਉਂਦੇ ਹਾਂ ਵੀਰ ਜੀ? ਕਿਸ ਨੂੰ ਦਿਖਾਉਂਦੇ ਹਾਂ? ਪ੍ਰਬੰਧਕ ਕਮੇਟੀ ਨੂੰ, ਸੀਸੀਟੀਵੀ ਕੈਮਰਿਆਂ ਨੂੰ ਦਿਖਾਉਂਦੇ ਹਾਂ, ਪ੍ਰਬੰਧਕ ਕਮੇਟੀ ਨੂੰ ਜਾਂ ਗੁਰੂ ਨੂੰ ਦਿਖਾਉਂਦੇ ਹਾਂ। ਲੇਕਿਨ ਅਗਰ ਅਸੀਂ ਇਹ ਮੰਨ ਲਈਏ ਕਿ ਅਸੀਂ ਗੁਰੂ ਨੂੰ ਕਹਿੰਦੇ ਹਾਂ ਕਿ ਇਹ ਅਸੀਂ ਮਾਇਆ ਪਾਈ ਹੈ ਤੇ ਇਹ ਸਾਡੀ ਡਿਮਾਂਡ ਹੈ, ਤੂੰ ਇਹ ਮੰਨ ਲਈ। ਅਕਸਰ ਅਸੀਂ ਜਦ ਕਰਦੇ ਹਾਂ, ਅਰਦਾਸ ਕਰਦੇ ਹਾਂ, ਮਾਇਆ ਪਾਉਂਦੇ ਹਾਂ, ਸਾਰੇ ਤਾਂ ਨਹੀਂ ਮੈਂ ਕਹਿ ਰਿਹਾ ਕਿ ਕੋਈ ਡਿਮਾਂਡ ਰੱਖਦੇ ਹੀ ਹਨ, ਕੁਝ ਲੋਕ ਸ਼ੁਕਰਾਨਾ ਵੀ ਕਰਦੇ ਨੇ, ਲੇਕਿਨ ਕਿਸੇ ਦਿਨ ਇਹੀ ਸਾਰੇ ਕੰਮ ਤੁਸੀਂ ਹਸਪਤਾਲ ਜਾ ਕੇ ਕਰਨਾ। ਕਿਸੇ ਦੇ ਮੂੰਹ ਵਿੱਚ 4 ਗਰਾਈਆਂ ਪਾ ਕੇ ਆਣਾ ਰੋਟੀ ਦੀਆਂ। ਆਪਣੇ ਘਰ ਹਰ ਸੰਡੇ ਨੂੰ 20 ਬੰਦਿਆਂ ਲਈ 4-4 ਰੋਟੀਆਂ ਦੇ ਪੈਕੇਟ ਬਣਾ ਕੇ ਸਬਜ਼ੀ ਪਾ ਕੇ 20 ਪੈਕੇਟ ਸਿਰਫ ਹਸਪਤਾਲ ਵਿੱਚ ਦੇ ਕੇ ਆਣਾ। ਫਿਰ ਦੇਖਣਾ ਕਿੱਦਾਂ ਦੇ ਕਰਾਮਾਤੀ ਕੰਮ ਤੁਹਾਡੀ ਜ਼ਿੰਦਗੀ 'ਚ ਹੋਣਗੇ। ਹੋਰ ਆਪਣੇ ਬੱਚਿਆਂ ਦੇ ਹੱਥੀਂ ਦਵਾਉਣਾ। ਔਰ ਜਦ ਆਪਣੇ ਬੱਚਿਆਂ ਦੇ ਹੱਥੀਂ ਇਦਾਂ ਦੀ ਸੇਵਾਵਾਂ ਕਰਾਓਗੇ ਨਾ, ਤੁਸੀਂ ਰਿਜ਼ਲਟਸ ਦੇਖ ਕੇ ਹੈਰਾਨ ਹੋ ਜਾਓਗੇ, ਤੁਹਾਡੇ ਬੱਚਿਆਂ ਦੇ ਬਿਹੇਵੀਅਰ 'ਚ ਜੋ ਚੇਂਜਸ ਆਣਗੇ ਤੁਸੀਂ ਸੋਚ ਵੀ ਨਹੀਂ ਸਕਦੇ। ਪਾਠ ਕਰਾਣਾ ਹੈ, ਗੁਰਦੁਆਰੇ ਲੈ ਕੇ ਜਾਣਾ ਹੈ, ਅਰਦਾਸਾਂ ਕਰਨੀ ਹੈ, ਲੇਕਿਨ ਸੇਵਾ ਪ੍ਰੈਕਟੀਕਲੀ ਕਰਾਣੀ ਸ਼ੁਰੂ ਕਰ ਦੋ। ਰੱਜਿਆਂ ਨੂੰ ਨਾ ਰਜਾਈਏ। ਹੁਣ ਟਾਈਮ ਆ ਚੁੱਕਿਆ, ਉਸ ਜਗ੍ਹਾ ਤੇ ਲੰਗਰ ਨਾ ਲਾਈਏ ਜਿੱਥੇ ਸਿਰਫ ਰੱਜਿਆਂ ਨੂੰ ਰਜਾਇਆ ਜਾ ਰਿਹਾ ਹੈ। ਲੰਗਰ ਉੱਥੇ ਲਾਈਏ ਜਿੱਥੇ ਜ਼ਰੂਰਤ ਹੈ। ਮੈਂ ਕਿਸੇ ਵੀ ਲੰਗਰ ਨੂੰ ਬੰਦ ਕਰਨ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਕੁਝ ਲੋਕ ਇਹ ਕਹਿੰਦੇ ਨੇ ਮੈਂ ਲੰਗਰ ਬੰਦ ਕਰਨ ਦੀ ਗੱਲ ਕਰ ਰਿਹਾ। ਮੈਂ ਇਹ ਕਹਿ ਰਿਹਾ ਰੱਜਿਆਂ ਨੂੰ ਨਾ ਰਜਾਈਏ, ਉੱਥੇ ਲੰਗਰ ਲਾਈਏ ਜਿੱਥੇ ਜ਼ਰੂਰਤ ਹੈ। ਵਿੱਚ ਇੱਕ ਸਵਾਲ ਆਇਆ ਹੈ ਕਿ ਜਿਹੜੇ ਦੇ ਸੇਵਾ ਕਰਦੇ ਨੇ ਔਰ ਸੈਲਫੀਆਂ ਲੈਂਦੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਕੋਈ ਗੱਲ ਨਹੀਂ, ਅਗਰ ਕੋਈ ਕਿਸੇ ਤੋਂ ਇੰਸਪਾਇਰ ਹੋ ਰਿਹਾ ਤੇ ਅੱਛੀ ਗੱਲ ਹੈ, ਲੇਕਿਨ
ਉਸ ਬੰਦੇ ਨੂੰ ਗਿਲਟ ਨਾ ਫੀਲ ਕਰਾਈਏ। ਕੋਈ ਇਨਸਪਾਇਰ ਹੋ ਰਿਹਾ ਤੇ ਅੱਛੀ ਗੱਲ ਹੈ, ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ। ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਫੈਲਣ ਨਾਲ ਬਹੁਤ ਕੁਝ ਪਤਾ ਚੱਲਦਾ, ਕਿਉਂਕਿ ਬੱਚਿਆਂ ਨੂੰ ਅਸੀਂ ਸਾਰੀ ਪ੍ਰੋਡਕਟਸ ਉਦਾਂ ਵੀ ਤਾਂ ਸੋਸ਼ਲ ਮੀਡੀਆ ਤੇ ਦਿਖਾਈ ਰਹੇ ਆ ਨਾ, ਜਾਂ ਉਹ ਆਪਣੇ ਆਪ ਹੀ ਖੋਲ ਕੇ ਦੇਖ ਰਹੇ ਨੇ, ਲੇਕਿਨ ਉਹ ਅਗਰ ਅੱਛੀ ਸੇਵਾ ਨੂੰ ਸ਼ੇਅਰ ਕਰਦੇ ਹੋਏ ਦੇਖ ਲੈਣ ਤਾਂ ਉਹ ਸ਼ਾਇਦ ਇਨਸਪਾਇਰ ਹੋਣਗੇ। ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਨਾ ਲਾਈਏ, ਲੇਕਿਨ ਜਿਸ ਦੇ ਵਾਸਤੇ ਕਰ ਰਹੇ ਆ ਉਹਦੀ ਫੀਲਿੰਗਸ ਵੀ ਹਰਟ ਨਾ ਹੋਣ, ਇਹਦਾ ਵੀ ਖਿਆਲ ਰੱਖਿਆ ਜਾਏ। ਵੀਰ ਜੀ, ਸ਼ਿਮਲਾ ਅੰਦਰ ਕਦੇ ਜਿਹੜੇ ਵੀ ਗੁਰਦੁਆਰੇ ਹੋਣਗੇ, ਉੱਥੇ ਵੀ ਕਮੇਟੀਆਂ ਹੋਣਗੀ, ਉਹਨਾਂ ਵੱਲੋਂ ਆਪ ਜੀ ਨੂੰ ਕੋਈ ਮਦਦ ਮਿਲਦੀ ਰਹਿੰਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਵੀਰ ਜੀ, ਕੋਈ ਹੋਰ ਸਵਾਲ ਵੀਰ ਜੀ ਕੋਲੋਂ ਕਿਸੇ ਨੂੰ ਪੁੱਛਣਾ ਹੋਵੇ? ਧਰਮਪ੍ਰੀਤ ਜੀ। ਨਹੀਂ ਵੀਰ ਜੀ, ਆਪ ਜੀ ਆਈ ਥਿੰਕ ਅਸੀਂ ਆਪਣੇ ਬਹੁਤ ਵੱਡੇ ਗੈਸਟ ਨੂੰ ਵੇਟ ਕਰਾ ਰਹੇ ਹਾਂ। ਨਹੀਂ ਮੈਂ ਜਲਦੀ ਚ ਨਹੀਂ ਹਾਂ, ਲੇਕਿਨ ਮੇਰੇ ਕੁਝ ਕੁਐਸਚਨਸ ਨੇ ਜਿਸ ਵਿੱਚ ਮੈਂ ऐसे किसी कंट्रोवर्सी च नहीं फसना चाहता। तुसी क्वेश्चन जारी रख सकते हो, लेकिन नहीं ਵੀਰ ਜੀ, ਤੁਹਾਡਾ ਇੱਕ ਤੇ ਬਹੁਤ ਬਹੁਤ ਧੰਨਵਾਦ ਹੈ। ਆਪ ਜੀ ਨੇ ਜੋ ਵੀ ਆਪਣੇ ਐਕਸਪੀਰੀਐਂਸਸ ਹੈਗੇ ਨੇ ਉਹ ਸਾਡੇ ਨਾਲ ਸ਼ੇਅਰ ਕੀਤੇ ਨੇ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਤੁਹਾਡੇ ਜੋ ਵੀ ਬਚਨ ਸੁਣੇ ਅਸੀਂ ਸਾਰਿਆਂ ਨੇ, ਉਹਦੇ ਵਿੱਚੋਂ ਕੁਝ ਸੇਧ ਕੱਢਾਂਗੇ, ਕੁਝ ਇੰਸਪੀਰੇਸ਼ਨ ਸਾਨੂੰ ਵੀ ਮਿਲੇਗੀ, ਸਾਨੂੰ ਵੀ ਗੁਰੂ ਸਾਹਿਬ ਸੁਮਤ ਬਖਸ਼ੇ, ਅਸੀਂ ਵੀ ਤੁਹਾਡੇ ਉਹਨਾਂ ਕਦਮਾਂ ਤੇ ਚੱਲ ਸਕੀਏ, ਉਹ ਸਾਰੀ ਸੇਵਾ ਭਾਵਨਾ ਸਾਡੇ ਅੰਦਰ ਵੀ ਆ ਸਕੇ। ਮੈਨੂੰ ਲੱਗਦਾ ਜੋ ਤੁਸੀਂ ਤੁਹਾਡਾ ਹੈ ਕਿ ਅੱਜ ਗੁਰਦੁਆਰਿਆਂ ਵਿੱਚ ਨਹੀਂ, ਉਸ ਲੰਗਰ ਦੀ ਲੋੜ ਕਿਧਰੇ ਉਹ ਨੀਡੀ ਪਰਸਨ ਜਿਹੜਾ ਵੀ ਹਸਪਤਾਲਾਂ ਵਿੱਚ ਜਿਹੜੇ ਵੀ ਮਰੀਜ਼ਾਂ ਨਾਲ ਤਿਮਾਰਦਾਰ ਆਉਂਦੇ ਨੇ, ਕਿਤੇ ਨਾ ਕਿਤੇ ਲੋੜ ਹੈ। ਤੇ ਮੈਨੂੰ ਲੱਗਦਾ ਬਹੁਤ ਸਾਰੇ ਵੀਰ ਅਵੇਅਰਨੈਸ ਆ ਚੁੱਕੀ ਹੈ ਤੇ ਜਿਹੜੇ ਲੰਗਰਾਂ ਤੇ ਸਟਾਲ ਨਗਰ ਕੀਰਤਨਾਂ ਤੇ ਉਹਨਾਂ ਤੇ ਸਾਰਿਆਂ ਤੇ ਲੋਕ ਕੰਮ ਕਰ ਰਹੇ ਨੇ ਤੇ ਹੌਲੀ ਹੌਲੀ, ਲੇਕਿਨ ਬਸ ਗੱਲ ਹੋਈ ਹੈ ਨਾ, ਕੋਈ ਵੀ ਸੁਧਾਰ ਇੱਕ ਦਿਨ ਵਿੱਚ ਨਹੀਂ ਹੁੰਦਾ, ਹੌਲੀ ਹੌਲੀ ਉਹਨਾਂ ਸਾਰਿਆਂ ਵਿੱਚ ਚੇਂਜ ਆ ਰਿਹਾ ਤੇ ਅਸੀਂ ਰਜਿਆਂ ਨੂੰ ਰਜਾਉਣ ਦਾ ਕੰਮ ਬੰਦ ਕਰਕੇ ਜਿੱਥੇ ਭੁੱਖੇ ਨੂੰ ਵਾਸਤਵ ਵਿੱਚ ਜਿੱਥੇ ਲੋੜ ਹੈਗੀ ਹੈ, ਲੋੜਵੰਦ ਨੂੰ ਲੰਗਰ ਕਰਾਈਏ। ਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ ਵਿੱਚ ਆਏ ਹੋ। ਅਸੀਂ ਵੀਰ ਜੀ ਜਿੱਥੇ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ, ਉੱਥੇ ਧੰਨਵਾਦੀ ਹਾਂ ਮਨਮੀਤ ਵੀਰ ਜੀ ਦੇ, ਜਿਹੜੇ ਤਕਰੀਬਨ 1.5 ਘੰਟੇ 1.5 ਘੰਟੇ ਪੂਰੇ ਪ੍ਰੋਗਰਾਮ ਵਿੱਚ ਰਹਿ ਕਰਕੇ ਆਪਣੀ ਸਮੂਲੀਅਤ ਆਪ ਜੀ ਨੇ ਦਿੱਤੀ ਹੈ। ਅਸੀਂ ਉਹਨਾਂ ਵੀ ਆਇਆ ਕਹਿੰਦੇ ਹਾਂ। ਔਰ ਅਗਲੇ ਹਫਤੇ ਮੇਰੇ ਜਿਹੜੇ ਵੀ ਸਾਰੇ ਸੰਗਤ ਇੱਥੇ ਸੁਣ ਰਹੀ ਹੈ, ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਅਗਲੇ ਹਫਤੇ 7 ਤਰੀਕ ਮਨਮੀਤ ਵੀਰ ਜੀ ਸਾਡੇ ਰੂਬਰੂ ਹੋਣਗੇ ਤੇ ਮੈਂ ਚਾਹਾਂਗਾ ਮਨਮੀਤ ਵੀਰ ਜੀ ਮੇਰੀ ਆਵਾਜ਼ ਅਗਰ ਸੁਣ ਰਹੇ ਨੇ ਤਾਂ ਕਿਰਪਾ ਕਰਕੇ ਜੀ ਆ ਕਰਕੇ ਸੰਗਤ ਨੂੰ ਫਤਿਹ ਪਾਉਣ ਦੀ ਸਾਂਝ ਕਰਨੀ ਵੀਰ ਜੀ। ਮਨਮੀਤ ਵੀਰ ਜੀ ਅਗਰ ਜੇ ਮੇਰੀ ਆਵਾਜ਼ ਸੁਣ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पहले गल तो कह दा बॉबी वीर जी, मैं इतना लंबा पता नहीं इतने बैठना सी कि नहीं, मैनू कई बार थोड़ी क्योंकि ऑनलाइन कुछ चेन मेरी चल रही है, उत्थे काफ़ी बिजी सी। बट एक बार मेरे किसी फैन ने तुहाडे बारे बोलिया सी ते मैनू सी कि मैं बॉबी वीर जी दी अज क्लास जरूर अटेंड करा, नहीं ते सो टुडे आई एम हियर जस्ट टू लिसन टू यू, क्योंकि मैं तुहाडा फैन हाँ, क्योंकि तुहाडे बारे बहुत सुनिया। मैनू शिमला तो मैं ਤੁਹਾਡਾ ਫੈਨ ਹਾਂ ਵੀਰ, ਮੈਂ ਤੁਹਾਡਾ ਫੈਨ ਹੈਗਾ ਜੀ। नंबर शेयर करना प्लीज, नंबर शेयर कर देना प्लीज मैनू। मैं अजीतपाल विजय थ्रू करांगा। सो मेन गल मैनू ये कि नानक साहिब जी दे प्रिंसिपल जो हैं तुसी आज काफी क्लियर कीते। मैं तो लगदा अगले हफ्ते भी तुहानू बोलना चाहिए, मैनू नहीं बोलना चाहिए, क्योंकि मैं कई बार कुछ ज्यादा बोल जाना। क्योंकि आज जो तुसी बोलिया ना वीर जी, खाली मेन प्रॉब्लम ये है कि मैं किसी के अगेंस्ट नहीं, आई होप सबनू याद रहे, क्योंकि इस वेले सारे इमोशनल हैं, लेकिन जो कोई लोड़ होएगी ना वो कहणगे नहीं मैनू ना गुरुद्वारे ही कुछ पाना, नहीं तो बाबा जी की सोचणगे। वो ये नहीं समझ रहे कि जो गुरु महाराज हैं वो साडे माता पिता हैं, वो तां ज्यादा खुश होणगे जो उन्होंने बच्चों को सब कुछ मिल रहा होएगा, या सारी संसार में जो उन्होंने प्रिंसिपल्स दिते ना। ठीक है, लंगर लाना भी बहुत जरूरी है। और जो तुसी सुसाइड की गल की है कि मैंने ऑलरेडी पिछले एक हफ्ते तो जितने मैसेज आए 16 बंदे कह चुके हैं कि असं सुसाइड करना चाह रहे हैं। वीर जी की करिए कि जिहड़ा लंगर है खाली लंगर, क्योंकि साडा लंगर इज वन ऑफ द प्रिंसिपल्स है। इस वेले गुरुद्वारियां नूं अगे आना चाहिए और मेरे ख्याल नाल सारियां नूं किसी ना किसी तरीके कुछ ना कुछ जिस तरह तुसीं हेल्प कर रहे हो उन्हां नूं करना चाहिए। सो इत्थे इमोशनल होके जे खत्म कर दिता तो फायदा नहीं है। जो तुसीं कर रहे हो वो बहुत जन हुण इत्थे इमोशनल होणगे ते आई थिंक वी शुड सपोर्ट ईच अदर। कोई और नाले सेवा जो है वो गल तुसीं सही कि जे एहसास करा दिता तो गुरु मार्ग उत्थे जीरो दे देणगे,
ਕਿ ਸਕੂਲ ਜਦੋਂ ਕੋਈ ਬੱਚਾ ਅਗਰ ਅੱਛਾ ਪੜ੍ਹਾ ਲਿਖਿਆ ਵੀ ਹੋਵੇ, ਪੜ੍ਹਦਾ ਵੀ ਹੋਵੇ, ਜੋ ਜਰਾ ਜਿਹਾ ਅੰਕਾਰ ਦਿਖੇਗਾ ਉਹਨੂੰ ਕਰੈਕਟਰ ਸਰਟੀਫਿਕੇਟ ਖਰਾਬ ਮਿਲੇਗਾ ਔਰ ਉਹਨੂੰ ਕੱਢ ਦਿੱਤਾ ਜਾਏਗਾ। ਸੋ ਅੱਜ ਬੌਬੀ ਵੀਰ ਜੀ ਮੈਂ ਤੁਹਾਡੇ ਲਈ ਇੱਥੇ ਬੈਠਾ ਵਾਂ। ਆਈ ਐਮ ਰੀਅਲੀ ਹੈਪੀ ਕਿ ਮੈਂ ਤੁਹਾਡੇ ਅਟੈਂਡ ਕੀਤਾ ਹੈ। ਥੈਂਕ ਯੂ ਵਿਜੀ, ਥੈਂਕ ਯੂ ਵਿਜੀ। ਸੋ ਇੱਕੋ ਵਰਡ ਆਈ ਲਵ ਯੂ, ਬਿਕੋਜ਼ ਬੇਸਿਕਲੀ ਉਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਪ੍ਰਿੰਸੀਪਲਸ ਨਾਲ ਜੁੜਨਾ, ਤੇ ਤੁਹਾਨੂੰ ਇਸ ਕਰਕੇ ਲਵ ਯੂ ਕਿਉਂਕਿ ਤੁਸੀਂ ਪ੍ਰਿੰਸੀਪਲਸ ਨਾਲ ਜੁੜੇ ਹੋਏ ਹੋ, ਤੁਸੀਂ ਗੁਰੂ ਨਾਨਕ ਦੇ ਪ੍ਰਿੰਸੀਪਲਸ ਨਾਲ। ਸੋ ਉਸ ਨੂੰ ਸਲਾਮ ਹੈ ਬੇਸਿਕਲੀ। ਸੋ ਅਸੀਂ ਵਾਕਈ ਤੁਸੀਂ ਸਹੀ ਕਿਹਾ ਕਿ ਕਿਸੇ ਨਾਲ ਨਹੀਂ ਜੁੜਨਾ ਚਾਹੀਦਾ। ਸੋ ਤੁਹਾਡੇ ਉਸ ਪ੍ਰਿੰਸੀਪਲਸ ਨੂੰ ਸਲਾਮ ਹੈ ਜੋ ਤੁਸੀਂ ਕਰ ਰਹੇ ਹੋ। ਔਰ ਬਹੁਤ ਟਾਈਮ ਤੋਂ ਮੈਨੂੰ ਇੱਕ ਸੀਗਾ, ਮੈਂ ਬਹੁਤ ਪਹਿਲੇ ਮੇਰੀ ਇੱਕ ਫੈਨ ਨੇ ਤੁਹਾਡੇ ਬਾਰੇ ਦੱਸਿਆ ਸੀ, ਫਿਰ ਮੈਂ ਥੋੜਾ ਸਟੱਡੀ ਕੀਤਾ ਤਾਂ ਆਈ ਵਾਜ਼ ਹੈਪੀ ਕਿ ਹਾਂ ਜਿਸ ਤਰ੍ਹਾਂ ਤੁਹਾਨੂੰ ਲੋਕ ਵੇਲਾ ਕਹਿੰਦੇ ਨੇ ਇਸ ਤਰ੍ਹਾਂ ਮੈਨੂੰ ਬੇਵਕੂਫ ਕਹਿੰਦੇ ਨੇ। ਸੋ ਡੋਂਟ ਵਰੀ ਅਬਾਊਟ ਦੈਟ। ਇੱਕੋ ਹੀ ਮਤਲਬ ਹੈ, ਦੋਨਾਂ ਦਾ ਮਤਲਬ ਇੱਕੋ ਹੀ ਹੈ ਜੀ। ਸੋ ਥੈਂਕ ਯੂ ਅਜੀਤਪਾਲ ਵੀਰ ਜੀ ਦਾ, ਉਹਨਾਂ ਨੇ ਦੱਸਿਆ। ਮੈਂ ਅੱਜ ਫ੍ਰੈਂਕਲੀ ਮੈਂ ਅੱਜ ਆਨਲਾਈਨ ਨਹੀਂ ਆਣਾ ਸੀ, ਮੈਂ ਇਹਨਾਂ ਨੂੰ ਕਿਹਾ ਸੀ ਠੀਕ ਹੈ ਅਗਲੇ ਹਫਤੇ ਆਵਾਂਗਾ। ਜਿਸ ਤਰ੍ਹਾਂ ਹੀ ਮੈਨੂੰ ਪਤਾ ਲੱਗਿਆ ਬੌਬੀ ਵੀਰ ਜੀ ਆ ਰਹੇ ਨੇ, ਸੋ ਆਈ ਵਾਂਟਡ ਟੂ ਹੀਅਰ ਟੂ ਯੂ। You are most welcome to come to Shimla. ਕਿ ਹੁਣ ਤੇ ਮੇਰੀ ਵੋਟੀ ਜਨਾਨੀ ਨਹੀਂ ਆਣ ਦੇਗੀ, she will not allow me to go anywhere, ਨਾ ਹੀ ਮੇਰੀ ਬੇਟੀਆਂ। ਸੋ ਆਈ ਹੋਪ ਇਹ ਸਾਰਿਆਂ ਦਾ ਇਹ ਜੋ ਹੈ ਠੀਕ ਹੋਵੇ ਜਲਦੀ। ਸੋ ਯੂ ਆਰ ਰਾਈਟ ਕਿ ਜੋ ਗੁਰੂ ਮਹਾਰਾਜ ਨੇ ਉਹ ਸਾਨੂੰ ਪ੍ਰੈਕਟੀਕੈਲਿਟੀ ਸਿਖਾਉਂਦੇ ਨੇ। ਅਸੀਂ ਲੋਕ ਚਮਤਕਾਰਾਂ 'ਚ ਪਏ ਹੋਏ ਆ। ਆਈ ਹੋਪ ਕੋਈ ਮੈਨੂੰ ਇਹ ਮੈਸੇਜ ਨੂੰ ਗਲਤ ਨਾ ਲਵੇ ਕਿ ਸਭ ਕਹਿ ਰਹੇ ਜੀ ਸੁਖਮਨੀ ਸਾਹਿਬ ਅਸੀਂ ਪੜਾਂਗੇ ਤੇ ਇਹ ਬਿਮਾਰੀ ਦੂਰ ਹੋ ਜਾਏਗੀ। ਨਹੀਂ, ਉਹ ਤੁਹਾਡਾ ਸਾਡਾ ਸ਼ੌਕ ਅਬਜ਼ਰਵਰ ਹੈ। ਬਾਣੀ ਸਾਡਾ ਸ਼ੌਕ ਅਬਜ਼ਰਵਰ, ਔਰ ਬਾਣੀ ਸਾਨੂੰ ਪ੍ਰੈਕਟੀਕੈਲਿਟੀ ਸਿਖਾਉਂਦੀ ਹੈ। ਸੋ ਦੈਟ ਇਜ਼ ਵਾਟ ਵੀ ਆਰ ਨਾਟ ਏਬਲ ਟੂ ਅੰਡਰਸਟੈਂਡ। ਤੁਸੀਂ ਕਾਫੀ ਚੀਜ਼ਾਂ ਅੱਛੀ ਬੋਲੇ, ਮੈਨੂੰ ਲੱਗਦਾ ਅਗਲੇ ਹਫਤੇ ਵੀ ਤੁਸੀਂ ਬੋਲਣਾ ਚਾਹੀਦਾ, ਮੈਨੂੰ ਆਡੀਅנס ਵਿੱਚ ਬੈਠਣਾ ਚਾਹੀਦਾ। ਸੋ ਅਜੀਤਪਾਲ ਵੀ ਯੂ ਸ਼ੁਡ ਅੰਡਰਸਟੈਂਡ ਦੈਟ। ਸੋ ਆਈ ਐਮ ਹੈਪੀ ਕਿਉਂਕਿ ਕਈ ਵਾਰ ਮੈਂ ਵਰਡਸ ਨਹੀਂ ਬੋਲ ਸਕਦਾ, ਕਿਉਂਕਿ ਮੈਨੂੰ ਜੋ ਕਈ ਵਾਰ ਮੈਂ ਅੱਜ ਵੀ ਮੈਨੂੰ ਗੁਰਬਾਣੀ ਕਈ ਵਾਰ ਮੇਰੀ ਬੇਟੀਆਂ ਮੈਨੂੰ ਸਿਖਾਉਂਦੀਆਂ ਨੇ ਕਿ ਪਾਪਾ ਇਹ ਤੁਸੀਂ ਗਲਤ ਬੋਲ ਰਹੇ ਹੋ। I also don't know ਗੁਰਬਾਣੀ। same ਠੀਕ ਹੈ, ਆਈ ਐਮ ਹੈਪੀ ਮੈਂ ਅੱਜ ਤੁਹਾਨੂੰ ਮਿਲ ਸਕਿਆ। ਤੇ ਸਭ ਨੂੰ ਇਹ ਹੈ ਕਿ ਪਲੀਜ਼ ਇੱਥੇ ਇਮੋਸ਼ਨਲ ਹੋ ਕੇ ਅੱਧੇ ਘੰਟੇ ਬਾਅਦ ਭੁੱਲ ਨਾ ਜਾਣਾ, ਕਿਉਂਕਿ ਪ੍ਰੋਬਲਮ ਹੈ ਕਿ ਅਸੀਂ ਭੁੱਲ ਜਾਂਦੇ ਹਾਂ ਔਰ ਜਦੋਂ ਵਾਪਸ ਗੁਰਦੁਆਰੇ ਜਾਂਦੇ ਹਾਂ ਤੇ ਸਾਨੂੰ ਲੱਗਦਾ ਨਹੀਂ ਅਸੀਂ ਜੇ 2 ਲੱਖ ਦਾ ਜਾਂ 7 ਲੱਖ ਦਾ ਰੁਮਾਲਾ ਚੜਾਵਾਂਗੇ ਤਾਂ ਹੀ ਗੁਰੂ ਮਹਾਰਾਜ ਖੁਸ਼ ਹੋਣਗੇ। ਨਹੀਂ, ਗੁਰੂ ਮਹਾਰਾਜ ਦਾ ਰੁਮਾਲਾ ਉਹੀ ਹੈ ਜੋ ਤੁਸੀਂ ਸੇਵਾ ਕਰ ਰਹੇ ਹੋ, ਉਹ ਰੁਮਾਲਾ ਹੀ ਚੜਾਉਣ ਵਰਗਾ ਹੋ ਗਿਆ। ਇਹ ਮੈਨੂੰ ਲੱਗਦਾ, ਆਈ ਮੇ ਬੀ ਰੋਂਗ, ਜਿੰਨਾ ਜੋ ਮੈਂ ਆਪਣੇ ਉਧਰ ਦੀ ਗੋਲਕ ਹੀ ਜਦ ਅਸੀਂ ਪਾ ਰਹੇ ਹਾਂ ਨਾ ਕੁਝ ਵੀ, ਤੇ ਇਹ ਸੋਚ ਕੇ ਪਾ ਰਹੇ ਨਾ ਕਿ ਉਹ ਦੇਖ ਰਿਹਾ, डायरेक्ट क्यों ना पा दीए किसी ਨੂੰ। ਨਹੀਂ, ਉਹ ਵੀ ਚੱਲਣਾ ਚਾਹੀਦਾ, ਬਟ ਉਹ ਸੋਚਣਾ ਚਾਹੀਦਾ ਕਿ ਗੁਰੂ ਮਹਾਰਾਜ ਜੀ ਨੂੰ 7.5 ਕਰੋੜ ਦਾ ਜਾਂ 7.5 ਲੱਖ ਦੇ ਰੁਮਾਲੇ ਦੀ ਨਹੀਂ ਲੋੜ। ਹਾਂ, ਇੱਕ ਜੋ ਇੱਜ਼ਤ ਕਰਨੀ ਉਹ ਕਰਨਾ ਹੈ, ਮੇਰੇ ਗੁਰੂ ਮਹਾਰਾਜ ਜੀ ਨੂੰ ਅਸੀਂ ਕਰਨਾ ਹੈ। ਸੋ ਉਹ ਜੋ ਉਸਦੀ ਉਹ ਅੱਛਾ ਜਿਹਾ ਰੁਮਾਲਾ ਚੜਾ ਕੇ, ਉਹ ਜੋ ਰੁਮਾਲਾ ਹੈ ਉਹ ਰੁਮਾਲੇ ਵਰਗਾ ਤੁਸੀਂ ਸੇਵਾ ਜੋ ਤੁਸੀਂ ਕਰੋ, ਇਹ ਰੁਮਾਲਾ ਹੈ। ਸੋ ਇਹੀ ਸਾਨੂੰ ਕਰਨਾ ਹੈ ਕਿ ਅਗਰ ਉਹ ਸਾਡੀ ਗੱਲ ਇਹ ਵਾਲੀ ਫੜ ਲੈਣਗੇ ਕਿ ਅਸੀਂ ਰੁਮਾਲਿਆਂ ਤੋਂ ਮਨਾ ਕਰ ਰਹੇ ਹਾਂ। ਹਾਂ, ਉਹ ਕੋਈ ਪ੍ਰੋਬਲਮ ਨਹੀਂ। ਸਾਡੀ ਪ੍ਰੋਬਲਮ ਇਹ ਹੋ ਜਾਂਦੀ ਕਿ ਅਸੀਂ ਜਦ ਬੋਲਦੇ ਆ ਲੰਗਰ ਦੀ ਗੱਲ, ਇੱਕ ਮੇਰਾ ਵੀਡੀਓ ਮੈਂ ਪਾਇਆ ਸੀ ਤੇ ਉਹ ਮੈਨੂੰ ਕਾਫੀ ਛਿੱਤਰ ਵੀ ਪਏ। ਮੈਂ ਸਭ ਨੂੰ ਕਿਹਾ ਸੀ ਕਿ ਜੋ ਉਸ ਏਰੀਆ ਦੇ ਕੋਲ ਰਹਿੰਦੇ ਹੋ ਕੋਸ਼ਿਸ਼ ਕਰੋ ਲੰਗਰ ਨਾ ਚੱਕੋ, ਜੋ ਦੂਰੋਂ ਆਏ ਨੇ ਉਹ ਚੱਕੋ, ਉਹ ਜਿਹਨੂੰ ਲੋੜ ਹੋਇਆ ਉਹਨੂੰ ਦੋ। तो उसे जी मैंने गाला पे थे, बट आई एम आंसरेबल टू माय गुरु नानक साहिब जी महाराज। आई डोंट केयर, क्योंकि एंड जो मेरे नंबर है मेरे प्रिंसिपल ने देने, स्टूडेंट्स ने नहीं देने हैं, क्योंकि जो फॉर्मूला है, जो आंसर है, वो प्रिंसिपल जो मेन प्रिंसिपल दैट इज गुरु नानक साहिब जी महाराज वो चेक करेंगे, कोई स्टूडेंट चेक करने वाला नहीं है। मेरा फॉर्मूला आई डोंट केयर, क्योंकि मैं जो मेरा गुरु नानक है मैं तो वो समझा, बाकी केड़ा गुरु नानक है मैनू नहीं पता। आई मे बी रॉन्ग, आई होप लोग मैनू गलत ना समझण। आई एम हैप्पी कि बॉबी ਵੀਰ ਜੀ ਨੇ ਕਾਫੀ ਚੀਜ਼ਾਂ ਉਹ ਕਈਆਂ ਜੋ ਮੈਂ ਐਕਸਪਲੇਨ ਨਹੀਂ ਕਰ ਸਕਦਾ ਸੀ ਸਾਰਿਆਂ ਨੂੰ, ਤੇ that is good। I am ਕਿਉਂਕਿ ਲੰਗਰ is one of the principles, ਬਾਕੀ share is caring। ਉਹ ਹੁਣ ਸਾਨੂੰ, ਕਿਉਂਕਿ ਮੈਂ ਹੁਣ ਇੱਕ ਚੇਂਜ ਹੀ ਬਣਾਈ ਹੋਈ ਹੈ, ਮੈਂ ਉਹਦਾ ਕੋਈ ਨਾਮ ਨਹੀਂ ਦਿੱਤਾ, ਕਿ ਜੋ ਸੇਵਾ ਕਰਨਾ ਚਾਹੁੰਦੇ ਉਹਨਾਂ ਦੀ ਲਿਸਟ ਬਣਾ ਰਿਹਾ, ਜਿਨ੍ਹਾਂ ਨੂੰ ਚਾਹੀਦੀ ਹੈ ਮਾਇਆ, ਉਹਦੀ ਲਿਸਟ ਬਣਾ ਰਿਹਾ। ਵੀਰ ਜੀ 16-17 ਬੰਦਿਆਂ ਨੇ ਮੈਨੂੰ ਕੱਲ ਤੋਂ ਕਹਿ ਦਿੱਤਾ ਗਿਆ ਸੀ ਕਿ ਮੰਗ ਨਹੀਂ ਸਕਦੇ, ਸਾਨੂੰ ਸੁਸਾਈਡ ਕਰਨਾ ਹੈ। तो उन्होंने कहा जो 10-10, 15-15 हज़ार भी पहुंचे हैं, वो जो दुआवां दे रहे हैं वो गुरु नानक तक पहुंच रही हैं। सो आई होप मैं ज्यादा नहीं बोलिया। ते बॉबी जी थैंक यू, तुसी आज आए ते मैं तुहानू भी रूबरू हो सकिया। वाहिगुरु जी का खालसा, वाहिगुरु जी की फतेह। दोनों ही अक्षीता दासी ताकत कर दे। हां, एक बच्ची कोई हरजीत कौर बच्ची कोई सवाल पूछ रहा है कि ਅਸੀਂ ਆਡੀਬਲ ਕਰ सकते हो ना? हरजीत कौर, ਹਰਜੀਤ ਕੌਰ ਜੀ ਆਪਣੇ ਆਪ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ का खालसा, वाहिगुरु जी की फतेह। वाहिगुरू जी फतेह जी। मेरा जो क्वेश्चन था उसका आंसर मिल गया। जो सेल्फी वाला क्वेश्चन था वो मेरा ही था कि सेवा करते समय लोग सेल्फी लेते हैं, सामने वाले का मजाक बनाते, तो इसको किस तरह रोक सकते हैं? ठीक है जीतपाल जी।
ਇੱਕ ਕੁਐਸਚਨ ਹੋਰ ਆਇਆ ਜੀ ਅਜੀਤਪਾਲ ਜੀ, ਉਹ ਵੀ ਪੁੱਛ ਲਓ ਹਾਊਸਵਾਈਫ ਵਾਲਾ ਵੀ ਜੀ। एक मिनट भेजे मैं क्वेश्चन दे देना जी। I am a housewife. How can I do सेवा during lockdown? ਮਨਮੀਤ ਵੀਰ ਜੀ ਤੁਸੀਂ ਦੱਸੋ ਪਲੀਜ਼। ਹੈਲੋ ਮਨਮੀਤ ਵੀਰ ਜੀ ਸ਼ਾਇਦ ਲੈਫਟ ਕਰ ਗਏ ਨੇ ਜੀ। ਹਾਊਸਵਾਈਫ ਕਿੱਦਾਂ ਸੇਵਾ ਕਰ ਸਕਦੀ ਹੈ? ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆਪਣੇ ਆਸ-ਪਾਸ ਸਾਨੂੰ ਦੇਖਣਾ ਚਾਹੀਦਾ ਕਿ ਸਾਡੇ ਆਸ-ਪਾਸ ਕੌਣ ਹੈ, ਤੇ ਹਾਊਸਵਾਈਫ ਸਭ ਤੋਂ ਬੈਸਟ ਕਰੈਕਟਰ ਹੈ ਕਿ ਜਿਸ ਨੂੰ ਪਤਾ ਹੁੰਦਾ ਕਿ ਉਸਦੇ ਮਹੱਲੇ 'ਚ, ਉਹਦੀ ਗਲੀ 'ਚ ਇਸ ਵੇਲੇ ਕਿਹੜਾ ਲੋੜਵੰਦ ਹੈ। ਸਾਨੂੰ ਕਿੱਥੇ ਜਾ ਕੇ ਨਹੀਂ ਕਰਨੀ, ਕਿਸੇ ਧਾਰਮਿਕ ਸਥਾਨ ਤੇ ਜਾ ਕੇ ਸੇਵਾ ਕਰਨ ਦੀ ਕੋਈ ਲੋੜ ਨਹੀਂ ਹੈ। ਆਪਣੇ ਆਸ-ਪਾਸ ਅਗਰ ਅਸੀਂ ਸੇਵਾ ਕਰ ਦੇਵਾਂਗੇ, ਜਿੱਦਾਂ ਮਨਮੀਤ ਵੀਰ ਜੀ ਨੇ ਵੀ ਕਿਹਾ, ਉਹ ਅਸੀਂ ਆਪਣਾ ਰੁਮਾਲਾ ਗੁਰਦੁਆਰੇ ਚੜਾ ਦਿੱਤਾ ਸਮਝੋ, ਅਗਰ ਅਸੀਂ ਆਪਣੇ ਆਸ-ਪਾਸ ਸੇਵਾ ਕਰ ਲਿੱਤੀ। बहुत बहुत धन्यवाद ਵੀਰ ਜੀ। ਹਾਂਜੀ ਹਾਂਜੀ ਅਜੀਤਪਾਲ ਵੀਰ ਜੀ ਆਪ ਜੀ ਕਰੋ। ਮੈਨੂੰ ਲੱਗਦਾ ਵੀਰ ਜੀ ਨੇ ਸਾਰੀ ਗੱਲਾਂ ਦਾ ਨਿਚੋੜ ਜੋ ਅਸੀਂ ਕਹਿੰਦੇ ਹਾਂ, ਵੀਰ ਜੀ ਦੀ ਵੀ ਟੈਗਲਾਈਨ ਹੈ, ਗਰੀਬ ਕਾ ਮੂੰਹ ਗੁਰੂ ਕੀ ਗੋਲਕ। ਤੇ ਅਸੀਂ ਇੱਕ ਸਾਖੀ ਜੋ ਅਕਸਰ ਕਹਿੰਦੇ ਆ ਗੁਰੂ ਨਾਨਕ ਸਾਹਿਬ ਦੇ 20 ਰੁਪਏ ਦੀ, ਲੇਕਿਨ ਉਹਦੇ ਪਿੱਛੇ ਗੱਲ ਨੂੰ ਅਸੀਂ ਕਦੇ ਨਹੀਂ ਸੋਚਦੇ ਕਿ ਗੁਰੂ ਨੇ ਰੁਪਏ ਖਰਚ ਕੀਤੇ ਸੀ, ਉਹ ਭੁੱਖੇ ਬੰਨਿਆਂ ਉੱਪਰ ਖਰਚ ਕੀਤੇ ਸੀ। ਤੇ ਜਿਹੜਾ ਸਾਡਾ ਲੰਗਰ ਦਾ ਕਨਸੈਪਟ ਸੀ, ਉਹ ਭੁੱਖਿਆਂ ਨੂੰ ਲੰਗਰ ਛਕਾਉਣ ਦਾ ਸੀ। ਅੱਜ ਅਸੀਂ ਕੀ ਕਰ ਰਹੇ ਹਾਂ? ਅੱਜ ਅਸੀਂ ਰੱਜਿਆਂ ਨੂੰ ਲਿਜਾ ਰਹੇ ਹਾਂ, ਵੰਸਵੰਨੇ ਲੰਗਰ ਪਕਾਉਂਦੇ ਆ, ਸਟਾਲ ਲਗਾਉਂਦੇ ਆ ਨਗਰ ਕੀਰਤਨਾਂ ਤੇ। ਤਾਂ ਜੋ ਵੀਰ ਜੀ ਸੇਵਾ ਕਰ ਰਹੇ ਨੇ ਉਹ ਵਾਕਈ ਕਾਬਿਲੇ ਤਾਰੀਫ ਹੈ ਕਿ ਭੁੱਖੇ ਨੂੰ ਜਿਹੜਾ ਵਾਕਈ ਹਸਪਤਾਲ ਵਿੱਚ ਜਾ ਕੇ ਜਿਹੜਾ ਮਰੀਜ਼ ਹੈ ਉਹਦੇ ਨਾਲ ਤੀਮਾਰਦਾਰ ਹੈ, ਉੱਥੇ ਜਾ ਕੇ ਉਹ ਬਲੈਸਿੰਗਸ ਜੋ ਆਉਂਦੀਆਂ ਨੇ, ਉਸ ਵਾਕਈ ਮਤਲਬ ਇੱਕ ਗੁਰੂ ਨਾਨਕ ਦਾ ਜੋ ਕਨਸੈਪਟ ਹੈ, ਗੁਰੂ ਸਾਹਿਬ ਜੋ ਸਾਨੂੰ ਕਿਹਾ ਸੀ ਗਰੀਬ ਕਾ ਮੂੰਹ ਗੁਰੂ ਕੇ ਗੋਲਕ, ਤੇ ਉਹ ਵੀਰ ਜੀ ਨੇ ਉਸ ਚੀਜ਼ ਨੂੰ ਕਮਾਇਆ ਹੈ ਔਰ ਉਸ ਤੇ ਅਮਲ ਵੀ ਕਰਦੇ ਹਨ। ਤੇ ਸੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਹਾਂ। ਵੀਰ ਜੀ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਕਿ ਅਸੀਂ ਉਹਨਾਂ ਸਾਰੀ ਚੀਜ਼ਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦਾ ਯਤਨ ਕਰੀਏ। ਸੋ ਨਹੀਂ ਬੇਨਤੀਆਂ ਨਾਲ ਖੁੱਲ੍ਹਾ ਚੁੱਕਾ ਜੀ। ਸਾਰਿਆਂ ਨੂੰ ਅਸੀਂ ਫਤਿਹ ਦੀ ਸਾਂਝ ਪਾਉਂਦੇ ਹਾਂ। ਜਿਹੜੇ ਵੀ ਵੀਰ ਸੱਜਣ ਉਹ ਪ੍ਰੋਗਰਾਮ ਵਿੱਚ ਸ਼ਰੀਕ ਰਹਿ ਕੇ ਇਸ ਪ੍ਰੋਗਰਾਮ ਨੂੰ ਸੁਣਿਆ, ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਫਿਰ ਅਸੀਂ ਕੱਲ ਐਤਵਾਰ, ਸ਼ਨੀਚਰ ਐਤਵਾਰ ਜੋ ਵੀ ਸਾਡੇ ਪ੍ਰੋਗਰਾਮ ਚੱਲਦੇ ਹਨ, ਅਸੀਂ ਹਰ ਹਫ਼ਤੇ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਲੈ ਕਰਕੇ ਆਪ ਜੀ ਦੇ ਸਾਹਮਣੇ ਰੂਬਰੂ ਹੋਵਾਂਗੇ। ਸੋ ਇਹਨਾਂ ਹੀ ਬੇਨਤੀਆਂ ਨਾਲ ਅਸੀਂ ਆਪ ਜੀ ਦੀ ਉਡੀਕ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।